ਗਏ ਤਾਂ ਬਿੱਲ ਰੱਦ ਕਰਾਉਣ ਸੀਗੇ। ਪਿਛਲੇ 2-3 ਮਹੀਨਿਆਂ ਤੋਂ ਖਾਸ ਤੌਰ ਤੇ 26 ਜਨਵਰੀ ਤੋਂ ਬਾਅਦ ਦੀਆਂ ਕਿਸਾਨ ਆਗੂਆਂ ਦੀਆਂ ਸਟੇਟਮੈਂਟਾਂ ਹੋਣ, ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਤੋਂ ਸਪੀਚਾਂ ਹੋਣ, ਇੱਕ ਦੂਜੇ ਦੇ ਖਿਲਾਫ ਹੈ, ਸਰਕਾਰ ਦੇ ਖਿਲਾਫ ਸਪੀਚਾਂ, ਸਰਕਾਰ ਦੇ ਖਿਲਾਫ ਗੱਲਬਾਤ, ਸਰਕਾਰ ਨੂੰ ਚੈਲੰਜ, ਉਹ ਮਨਫੀ ਕਿਉਂ ਹੋ ਗਿਆ? ਜਿਹੜੀਆਂ ਈਗੋ ਪ੍ਰੋਬਲਮ ਹੁੰਦੀ ਹੈ ਨਾ ਜੀ, ਇਹ ਬਹੁਤ ਵੱਡੀ ਭੈੜੀ ਬਿਮਾਰੀ। ਕਿਹਦੀ ਈਗੋ ਕਿਹਦੇ ਚ ਇਹ? ਸਾਰਿਆਂ ਦੇ ਸਾਹਮਣੇ ਆਈ ਹੈ, ਸਾਰਿਆਂ ਦੇ ਸਾਹਮਣੇ। ਆਗੂਆਂ 'ਚ ਹੈ ਜਥੇਬੰਦੀਆਂ ਦੇ? ਜੇ ਨਾ ਹੁੰਦੀ ਤਾਂ ਫਿਰ ਇੱਕ ਦੂਜੇ ਦੋਸ਼ ਕਿਉਂ ਲਾਉਂਦੇ? ਅੰਦੋਲਨ ਤਾਂ ਉੱਥੇ ਚੱਲ ਰਿਹਾ, ਅੰਦੋਲਨ ਪੰਜਾਬ 'ਚ ਥੋੜੀ ਅੰਦੋਲਨ, ਤੁਸੀਂ ਉੱਥੇ ਬੈਠੇ ਹੋ, ਬਹੁਤ ਸੋਹਣੇ ਬੈਠੇ ਹੋ, ਉੱਥੇ ਸਾਥ ਦੇ ਰਹੇ ਸੀ ਸਾਰੇ। ਜੇ ਕੋਈ ਪਹੁੰਚ ਨਹੀਂ ਪਾ ਰਿਹਾ ਤਾਂ ਸੋਸ਼ਲ ਮੀਡੀਆ ਤੋਂ ਸਾਥ ਦੇ ਰਿਹਾ। ਤੁਸੀਂ ਤਾਂ ਵਾਪਸ ਪੰਜਾਬ ਆ ਕੇ ਵਿਰੋਧ ਕਰਨਾ ਚਾਹੁੰਦੇ ਹੋ। ਮੈਂ ਕਿਸੇ ਹੱਦ ਤੱਕ ਇਸ ਚੀਜ਼ ਨੂੰ ਗਲਤ ਸਮਝਦਾ। ਚਾਹੁੰਦੇ ਹੋ, ਜਥੇਬੰਦੀਆਂ ਚਾਹੁੰਦੀਆਂ ਵੀ ਸਰਕਾਰ ਗੱਲ ਕਰੇ। ਪੋਲੀਟੀਕਲ ਮੋਟਿਵ ਤਾਂ ਨਹੀਂ ਇਹਦੇ ਪਿੱਛੇ ਕਿਤੇ ਕੱਲ ਨੂੰ 32 ਜਥੇਬੰਦੀਆਂ ਪੋਲੀਟੀਕਲ ਸਪੇਸ ਭਾਲਦੀਆਂ ਜਾਂ ਜੇ ਕਿਤੇ ਭਾਲਦੀਆਂ ਤਾਂ ਬਹੁਤ ਵੱਡੀ ਗਲਤੀ ਕਰਦੀਆਂ। ਤੁਸੀਂ ਚਾਹੁੰਦੇ ਹੋ ਕਿ ਕਿਸਾਨ ਆਗੂ ਜਿਹੜਾ ਇਲੈਕਸ਼ਨ ਲੜਨ ਉਹ ਬੈਲਟ ਪੇਪਰ ਤੇ ਹੋਵੇ? ਅਸੀਂ ਚਾਹੁੰਦੇ ਹਾਂ ਈਵੀਐਮ ਬੰਦ ਹੋਣਾ ਚਾਹੀਦਾ, ਬੈਲਟ ਪੇਪਰ ਤੇ ਇਲੈਕਸ਼ਨ ਹੋਣੀ ਚਾਹੀਦੀ ਆ। ਬੀਜੇਪੀ ਬੰਗਾਲ 'ਚ ਕਿਸਾਨ ਐਜੀਟੇਸ਼ਨ ਕਰਕੇ ਹਾਰੀ। ਬਿਲਕੁਲ, ਇਹਦੇ 'ਚ ਕੋਈ ਸ਼ੱਕ ਤਾਂ ਲੱਗ ਨਹੀਂ ਰਿਹਾ। ਕੀ ਇਸ ਤਰ੍ਹਾਂ ਵੀ ਹੋਇਆ, ਕੋਈ ਮੌਕਾ ਆਇਆ ਜਦੋਂ ਕੁਝ ਕਿਸਾਨ ਆਗੂਆਂ ਨੂੰ ਲੱਗਣ ਲੱਗਿਆ ਕਿ ਸ਼ਾਇਦ ਸਿਆਸਤ ਅੱਗੇ ਦਿਸ ਰਹੀ ਹੈ? ਬੜਾ ਕਸੂਤਾ ਜਿਹਾ ਕੁਐਸਚਨ ਪੁੱਛ ਰਹੇ ਹੋ। ਜਿਹਨਾਂ ਨੂੰ ਸੀ ਵੀ ਆਪ ਨਹੀਂ ਚੰਗੀ ਲੱਗੀ ਤੇ ਤੁਸੀਂ ਉਦੋਂ ਚੰਗੇ ਹੋ। ਆਪਣੀ ਐਜੂਕੇਸ਼ਨ ਉਦੋਂ ਵੱਡੀ ਆ, ਆਪਣੇ ਮੁੱਦੇ ਉਦੋਂ ਵੱਡੇ ਨੇ, ਆਪਣੇ ਪੰਜਾਬ ਦੀ ਪ੍ਰੋਬਲਮਸ ਵੱਡੀਆਂ ਨੇ। ਆਪਾਂ ਪੰਜਾਬ ਦੀ ਸੈਕੂਲਰ ਪਾਰਟੀ ਕਿਉਂ ਨਹੀਂ ਬਣਾਉਂਦੇ? ਤੁਸੀਂ ਜੇ ਅੱਗੇ ਤੁਰੇ ਹੋ ਕਿ ਕਿਉਂ ਨਹੀਂ ਬਣਾਉਂਦੇ? ਜੇ ਤੁਸੀਂ ਈਗੋ ਦੀ ਪ੍ਰੋਬਲਮ ਕਿਹਾ ਨਾ, ਸਟੇਜ ਚੜ੍ਹਨ ਲੱਗੇ ਮੋਢੇ ਵੱਜਣੇ ਆ ਉਦਣ ਵੀ ਮੈਂ ਦੱਸਦਾ ਵੀ ਮੈਂ ਜਿੱਤ ਕੇ ਆਏ ਹਾਂ। ਜਿੱਦਣ ਅਸੀਂ ਜਿੱਤ ਦੇ ਬਹੁਤ ਨੇੜੇ ਸੀ ਨਾ, ਕਈ ਜਾਣ ਲੱਗੇ ਸਟੇਜਾਂ ਤੇ ਚੜ੍ਹ ਗਏ ਸੀ ਵੀ ਆਏ ਬਸ ਮੋੜ ਕੇ ਨੱਕਾ, ਜਿਵੇਂ ਨੱਕਾ ਲੈ ਕੇ ਆ ਗਿਆ ਨਾਮ 골ਡ ਮੈਡਲ। ਇਹ ਕਦੋਂ ਲੱਗਿਆ ਜਿੱਤ ਦੇ ਬਹੁਤ ਨੇੜੇ? ਇਹ ਹੋ ਗਿਆ ਸੀ ਜਦੋਂ ਕੀ 26 ਤੋਂ ਪਹਿਲਾਂ ਦੀ ਗੱਲ ਹੈ? ਹਾਂ, ਜਦੋਂ ਮੈਰਾਥਨ ਚੱਲ ਰਹੀਆਂ ਸੀ ਮੀਟਿੰਗਸ ਨਾਲ ਨਾਲ, ਉਦੋਂ ਲੱਗ ਰਿਹਾ ਸੀ ਵੀ ਆਲਮੋਸਟ ਲੱਗ ਰਿਹਾ ਸੀ। ਕਾਦੀਆਂ ਸਾਹਿਬ, ਸਮਾਂ ਲੰਮਾ ਹੋ ਗਿਆ ਨਾ, ਇੰਨੀ ਜਲਦੀ ਇੰਨਾ ਕੁਝ ਦੇਖਿਆ ਜੀਵਨ ਦੇ ਵਿੱਚ। ਆਗੂ ਨੇ 40-40 ਸਾਲ ਦਾ ਤਜਰਬਾ ਨੇ, ਉਹ ਸਿੱਖ ਲੈਂਦੇ ਬੜੀ ਜਲਦੀ। ਉਹਨੂੰ ਸਿੱਖ ਕੇ ਉਹਨੂੰ ਦੀਪ ਸਿੱਧੂ, ਲੱਖਾ ਸਿਧਾਣਾ, ਫਲਾਨਾ, ਇਹ ਇੰਨੇ ਵੱਡੇ ਹੋ ਗਏ, ਐਜੀਟੇਸ਼ਨ ਛੋਟਾ ਹੋ ਗਿਆ ਵੀ ਹਰ ਰੋਜ਼ ਉਹਨਾਂ ਬਾਰੇ ਬਿਆਨ ਦੇਣੇ ਪੈ ਰਹੇ ਆ ਜਾਂ ਕਿਸੇ ਹੋਰ ਬਾਰੇ ਕਨਫਲਿਕਟਿੰਗ ਬਿਆਨ ਦੇ ਰਹੇ ਪੈ ਰਹੇ ਆ। ਫੋਕਸ ਤਾਂ ਇਹੀ ਹੈ ਨਾ ਕਿ ਬਿੱਲ ਰੱਦ ਕਰਾਉਣੇ ਆ। ਬਿੱਲ ਰੱਦ ਦੀ ਜਾਂ ਜਿਹੜੇ ਆਗੂ ਸੀਗੇ, ਨਰਿੰਦਰ ਤੋਮਰ ਹੋਣਾ ਤੇ ਸਵਾਲ ਹੁੰਦੇ ਸੀ, ਨਰਿੰਦਰ ਮੋਦੀ ਤੇ ਸਵਾਲ ਹੁੰਦੇ ਸੀ, ਅਮਿਤ ਸ਼ਾਹ ਤੇ ਸਵਾਲ ਹੁੰਦੇ ਸੀ, ਉਹ ਸਵਾਲ ਕਿੱਧਰ ਗਏ ਸਾਰੇ? ਦੇਖੋ, ਉਹਨਾਂ ਦੀ ਇੰਪੋਰਟੈਂਸ ਜਾਂ ਉਹਨਾਂ ਦਾ ਪੁਆਇੰਟ ਆਫ ਵਿਊ ਡਿਫਰੈਂਟ ਸੀ। ਇਹ ਗੱਲ ਸੀ, ਇੰਪੋਰਟੈਂਟ ਸੀ ਜਾਂ ਨਹੀਂ ਆਪਾਂ ਕਹਿਣਾ ਚਾਹੁੰਦੇ ਕਿਸੇ ਨੂੰ। ਫਿਰ ਆਗੂਆਂ ਨੇ ਇੰਨਾ ਸੀਰੀਅਸ ਕਿਉਂ ਲਿਆ? ਆਗੂ ਇੰਨੇ ਸੀਰੀਅਸ ਹੋ ਕੇ ਬਿਆਨਬਾਜ਼ੀਆਂ ਕਿਉਂ ਕਰਦੇ ਰਹੇ? ਕੀ ਉਹ ਡੀਰੇਲ ਹੋ ਗਏ ਜਾਂ ਉਹ ਟਰੈਪ 'ਚ ਫਸ ਗਏ? ਕੀ ਬੱਤੀਆਂ 'ਚੋਂ ਕਿਸੇ ਆਗੂ ਨੂੰ ਜਾਂ ਉਹਨਾਂ ਦੇ ਪਰਿਵਾਰਕ ਕਿਸੇ ਮੈਂਬਰ ਨੂੰ ਕਰੋਨਾ ਹੋਇਆ? ਹਾਂ, ਕਈਆਂ ਦਾ ਹੋਇਆ। ਤੁਸੀਂ ਵੈਕਸੀਨੇਸ਼ਨ 'ਚ ਬਿਲੀਵ ਕਰਦੇ ਹੋ? ਬਿਲਕੁਲ ਕਰਦੇ। ਤੁਸੀਂ ਚਾਹੁੰਦੇ ਹੋ ਕਿ ਵੈਕਸੀਨੇਸ਼ਨ ਉੱਥੇ ਜਿੰਨੇ ਕਿਸਾਨ ਬੈਠੇ ਉਹਨਾਂ ਦੀ ਵੈਕਸੀਨੇਸ਼ਨ ਹੋਵੇ? ਅਸੀਂ ਚਾਹੁੰਦੇ ਹਾਂ ਉਹਨਾਂ ਨੂੰ ਸਾਰਿਆਂ ਨੂੰ ਮਾਸਕ ਦਿੱਤੇ ਜਾਣ। ਇਹ ਵੈਕਸੀਨੇਸ਼ਨ ਤੁਸੀਂ ਆਪ ਆਪਣੇ ਡਾਕਟਰਸ ਤੋਂ ਲਵਾਉਣਾ ਚਾਹੁੰਦੇ ਹੋ ਜਾਂ ਹੈਲਥ ਡਿਪਾਰਟਮੈਂਟ ਆਵੇ ਤੇ ਵੈਕਸੀਨੇਸ਼ਨ ਨਹੀਂ, ਅਸੀਂ ਕਰ ਆਪਣੇ ਡਾਕਟਰਾਂ ਤੋਂ ਲਵਾਉਣਾ। ਸਾਡੇ ਕੋਲ ਅਵੇਲੇਬਿਲਟੀ ਹੈ ਉੱਥੇ। ਲੋਕ ਕਹਿੰਦੇ ਹੁਣ ਦਮ ਨਹੀਂ ਰਹਿ ਗਿਆ, ਦਮ ਹੈਗਾ ਪੂਰਾ। ਜਿੱਤ ਕੇ ਆਉਂਗੇ? ਪੂਰਾ ਜਿੱਤ ਕੇ ਆਵਾਂਗੇ, ਮੁੜਦੇ ਨਹੀਂ। ਮੇਰੇ ਹੱਥ 'ਚ ਤੀਲੇ ਨੇ, ਜਿਸ ਕੁਰਸੀ ਤੇ ਬੈਠਾ ਇਸ ਦੇ ਬਾਂਸ ਦੇ ਨੇ। ਇਹ ਇੱਕ ਇੱਕ ਕਰਕੇ ਤੀਲਾ ਜਿਹੜਾ ਤੁਸੀਂ ਦੇਖੋ ਅੱਡ ਹੋ ਜਾਂਦਾ, ਪਰ ਜੇ ਇਕੱਠਾ ਰੱਖੀਏ ਤਾਂ ਕੁਰਸੀ ਬਣ ਗਈ, ਉਹਦੇ ਤੇ ਬੈਠਾ ਮੈਂ। ਕਿਸਾਨ ਅੰਦੋਲਨ ਦੀ ਗੱਲ ਕਰ ਰਹੇ ਹਾਂ। ਸਤਿ ਸ਼੍ਰੀ ਅਕਾਲ, ਮੈਂ ਸਿਮਰਨਜੋਤ ਸਿੰਘ ਮੱਕੜ, ਤੁਸੀਂ ਔਨ 에ਅਰ ਦੇਖ ਰਹੇ ਹੋ। ਅੰਦੋਲਨ ਇਸੇ ਤਰ੍ਹਾਂ, ਇਸ ਕੁਰਸੀ ਤਰ੍ਹਾਂ ਇਕਜੁੱਟ ਹੋ ਕੇ ਰਿਹਾ ਹੁਣ ਤੱਕ, ਪਰ ਇਹ ਚਰਚਾ ਅਕਸਰ ਹੁੰਦੀ ਹੈ ਕਿ ਤੀਲਾ ਹੋਣ ਦੀਆਂ ਕੋਸ਼ਿਸ਼ਾਂ ਹੋਈਆਂ। ਤਮਾਮ ਸਵਾਲਾਂ ਦੇ ਜਵਾਬ ਅੱਜ ਲਵਾਂਗੇ। ਕਿਸਾਨ ਆਗੂ ਹਰਮੀਤ ਸਿੰਘ ਕਾਦੀਆਂ ਸਾਹਿਬ ਸਾਡੇ ਨਾਲ ਨੇ। ਸਤਿ ਸ਼੍ਰੀ ਅਕਾਲ ਬਾਈ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਵਾਗਤ ਹੈ। ਤੀਲਾ ਹੋਏ ਬਚੇ, ਕਿੱਥੇ ਖੜਾ ਅੱਜ ਅੰਦੋਲਨ? ਅੱਜ ਇੱਕ ਸ਼ਾਂਤ ਦਰਿਆ ਅੱਗੋਂ ਵਗਦਾ ਪਿਆ, ਜਿਵੇਂ ਡੂੰਘਾ ਹੁੰਦਾ, ਤੇ ਸਥਿਰਤਾ ਲੱਗ ਰਹੀ ਹੈ ਲੋਕਾਂ ਨੂੰ ਵੀ। ਬਹੁਤ ਕਿਤੇ ਘਟ ਗਿਆ ਜਾਂ ਇੱਕ ਸੀਮਤ ਆਵਾਜ਼ ਘੱਟ ਆ ਰਹੀ ਹੈ ਉਹਦੀ। ਪਰ ਜਦੋਂ ਦਰਿਆ ਦੀ ਆਵਾਜ਼ ਘੱਟ ਹੋਵੇ, ਉਹ ਬਹੁਤ ਡੂੰਘਾ 'ਚ ਵਗ ਰਿਹਾ ਹੁੰਦਾ, ਤੇ ਜਦੋਂ ਉਹ ਸੁੱਕਦਾ ਤੇ ਉਹ ਕਿਨਾਰੀਆਂ ਤੋੜਦਾ ਅੱਗੇ ਜਾਂਦਾ, ਤੇ ਜਦੋਂ ਸੁੱਕਣ ਤੋਂ ਬਾਅਦ ਪਤਾ ਲੱਗਦਾ ਵੀ ਕਿੰਨਾ ਉਹ ਸਾਈਡ ਦੇ ਦਰਿਆਵਾਂ ਦੀ ਕਿਨਾਰੀਆਂ ਤੋੜ ਗਿਆ। ਇਸ ਐਂਗਲ ਨਾਲ ਅਸੀਂ ਤਾਂ ਉਹ ਦੇਖ ਰਹੇ ਹਾਂ। ਜਿਵੇਂ ਹੁਣ
यूपी ਦੀਆਂ ਪੰਚਾਇਤ ਇਲੈਕਸ਼ਨਾਂ 'ਚ ਐਡਾ ਵੱਡਾ ਫਰਕ ਪੈਣਾ, ਜਿੱਥੇ ਕਿ ਜਦੋਂ ਪਾਰਲੀਮੈਂਟ ਦੀ ਹੋਈ ਜਾਂ ਅਸੈਂਬਲੀ ਦੀ ਹੋਈ ਆ ਉਦੋਂ ਪੂਰੀ ਜਿੱਤ ਹਾਸਲ ਹੋਈ ਹੈ ਤੇ ਪੰਚਾਇਤਾਂ 'ਚ ਹੀ ਹਾਰ ਗਏ। ਤੇ ਇਦਾਂ ਹੀ ਵੈਸਟ ਬੰਗਾਲ ਦੀ। ਤੇ ਜਿਹੜੇ ਮੁੱਦਿਆਂ ਨੂੰ ਲੈ ਕੇ ਅਸੀਂ ਉੱਥੇ ਪਹੁੰਚੇ ਸੀਗੇ 26 ਨਵੰਬਰ ਨੂੰ, 27 ਨੂੰ ਜਾ ਕੇ ਬਾਰਡਰਾਂ ਤੇ ਬੈਠ ਗਏ ਸੀਗੇ, ਉਹੀ ਮੁੱਦਿਆਂ ਤੇ ਅੱਜ ਲੜਾਈ ਖੜੀ ਆ। ਪਰ ਕਿੰਨੇ ਆਪਾਂ ਕਹਿ ਲਈਏ ਚੜ੍ਹਾਅ ਉਤਰਾਅ ਆਏ ਆ, ਸਥਿਰਤਾ ਨਾਲ ਚੱਲ ਰਹੀ ਆ। ਜਿਹੜੀ ਏਕਤਾ ਦੀ ਗੱਲ ਕਹੀ ਜਾਂਦੀ ਸੀਗੀ ਪੰਜਾਬ 'ਚ ਜਦੋਂ ਸ਼ੁਰੂ ਹੋਇਆ ਅੰਦੋਲਨ, ਵੀ ਇਹ ਲੋਕ ਅਲੱਗ-ਅਲੱਗ ਆਈਡੀਓਲੋਜੀ ਵਾਲੇ ਨੇ, ਅਲੱਗ-ਅਲੱਗ ਇਹਨਾਂ ਦੇ ਫਰਮਾਨ ਨੇ, ਜਾਂ ਇਹ ਆਪਣੀ ਪ੍ਰਧਾਨਗੀਆਂ ਪਿੱਛੇ 32 ਜਥੇਬੰਦੀਆਂ ਬਣਾਈਆਂ ਹੋਈਆਂ ਨੇ, ਉਹਨਾਂ ਨੇ ਆਪਦੀ ਇੱਕ ਏਕਤਾ ਸ਼ੋਅ ਕਰਕੇ ਬਹੁਤ ਜ਼ਿਆਦਾ ਡਿਫਰੈਂਸ ਨੇ ਉਹਨਾਂ ਦੇ। ਜੇ ਮੈਂ ਕਹਾਂ ਵੀ ਇੱਕ ਵੀ ਪੁਆਇੰਟ ਉਹਨਾਂ ਦਾ ਆਪਸ 'ਚ ਰਲਦਾ ਨਹੀਂ, ਕੋਈ ਵੀ ਉਹਨਾਂ ਦੀ ਆਈਡੀਓਲੋਜੀ ਰਲਦੀ ਨਹੀਂ, ਤਾਂ ਵੀ ਅੱਜ ਏਕਤਾ ਲਾ ਕੇ ਇਹ 5 ਮਹੀਨੇ ਪੂਰੇ ਕਰ ਲਏ ਅੰਦੋਲਨ ਤੇ ਚੱਲ ਰਿਹਾ। ਤੇ ਮੰਗ ਉਹੀ ਮੰਗ ਤੇ ਅੜਿਆ। ਖਿੜਕੇ ਨਹੀਂ ਕਿਤੇ ਡੋਲੇ ਨਹੀਂ ਤੁਹਾਨੂੰ ਲੱਗਦਾ? ਨਹੀਂ, ਕਿਤੇ ਕੋਈ ਗਲਤੀਆਂ ਨਹੀਂ ਹੋਈਆਂ? ਗਲਤੀਆਂ ਹੋ ਹੁੰਦੀਆਂ ਜਦੋਂ ਕੋਈ ਵੱਡਾ ਅੰਦੋਲਨ ਚੱਲਦਾ, ਬਹੁਤ ਗਲਤੀਆਂ ਹੁੰਦੀਆਂ ਨੇ। ਬਹੁਤ ਗਲਤੀਆਂ ਆਪਾਂ ਕਹਿ ਸਕਦੇ ਹਾਂ ਕਲੱਬ ਲਈ ਸਾਨੂੰ ਆਪਣੇ ਮੋਢਿਆਂ ਤੇ ਲੈਣੀਆਂ ਚਾਹੀਦੀਆਂ ਨੇ, ਵੀ ਜੇ ਸਾਡੇ ਤੋਂ ਹੋਈ ਆ ਤਾਂ ਮੰਨ ਲੈਣੀ ਚਾਹੀਦੀਆਂ। ਤੇ ਬਹੁਤ ਕੋਈ ਇੰਡੀਵਿਜੂਅਲ ਵੀ ਹੋਈਆਂ ਹੁੰਦੀਆਂ ਨੇ, ਉਹ ਵੀ ਜੇ ਆਪਾਂ ਕਲੱਬ ਹੋ ਕੇ ਚੱਲ ਰਹੇ ਹਾਂ ਤਾਂ ਇੱਕ ਤਰ੍ਹਾਂ ਦਾ 32 ਜਥੇਬੰਦੀਆਂ ਦਾ ਹੀ ਜ਼ਿੰਮੇਵਾਰੀ ਆ ਉਹਨੂੰ ਲੈਣੀ। ਜੇ ਇੱਕ ਵੀ ਸਾਡੇ ਤੋਂ ਕੋਈ ਪ੍ਰਧਾਨ ਗਲਤੀ ਕਰ ਰਿਹਾ ਤਾਂ ਉਹ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ, ਕਿਉਂਕਿ ਅੰਦੋਲਨ ਕਿਸਾਨੀ ਲਈ, ਆਮ ਆਵਾਮ ਲਈ ਤੋਰਿਆ ਸੀ। ਤੇ ਜੇ ਉਹ ਪ੍ਰਾਪਤੀਆਂ ਨਹੀਂ ਹਾਸਲ ਕਰਦਾ ਤਾਂ ਫਿਰ ਉਹ ਗਲਤੀਆਂ ਦੀ ਗੱਲਾਂ ਤਾਂ ਹੋਣਗੀਆਂ। ਕੋਵਿਡ ਨੂੰ ਲੈ ਕੇ ਦੇਸ਼ ਪੂਰਾ ਲੜ ਰਿਹਾ ਹੈ, ਦੂਜੇ ਪਾਸੇ ਇਹ ਐਲਾਨ ਹੁੰਦਾ ਹੈ ਕਿ ਅਸੀਂ ਲਾਕਡਾਊਨ ਦਾ ਵਿਰੋਧ ਕਰਾਂਗੇ, ਵਪਾਰੀਆਂ ਦੀਆਂ ਦੁਕਾਨਾਂ ਖੁਲਾਹਾਂਗੇ। ਇਹ ਇੱਕ ਗਲਤੀ ਹੈ ਜਾਂ ਤੁਹਾਨੂੰ ਲੱਗਦਾ ਹੈ ਸਹੀ ਸਟੈਪ ਹੈ, ਤੁਸੀਂ ਨਾਲ ਖੜਦੇ ਹੋ ਇਹਦੇ? ਦੇਖੋ, ਪਹਿਲਾਂ ਆਪਾਂ ਇਹ ਸਮਝੀਏ ਕੋਵਿਡ ਹੈ ਕੀ ਆ, ਕਿਉਂਕਿ ਆਪਾਂ ਪਿਛਲੇ ਸਾਲ ਦਾ ਇਹ ਮਾਰਚ ਤੋਂ ਇਹ ਸਹਿ ਰਹੇ ਹਾਂ। ਇਹਦੇ ਨਾਲ ਡੇ ਟੂ ਡੇ ਜਿਹੜਾ ਰੋਟੀ ਕਮਾ ਰਿਹਾ ਉਹਨੂੰ ਵੀ ਬਹੁਤ ਫਰਕ ਪਿਆ। ਇਹਨੂੰ ਜਿਹੜਾ ਦੁਕਾਨਦਾਰ ਆ, ਛੋਟਾ ਦੁਕਾਨਦਾਰ, ਉਹਨੂੰ ਬਹੁਤ ਫਰਕ ਪਿਆ। ਜਿਹਦੇ ਘਰੇ ਦਾਣੇ ਦਾ ਢੋਲ ਭਰਿਆ ਹੋਵੇ ਨਾ, ਉਹਨੂੰ ਐਂ ਲੱਗਦਾ ਵੀ ਚਲੋ 2-4 ਦਿਨ 10 ਦਿਨ ਘਰੇ ਬੈਠ ਜਾਣਾ ਚਾਹੀਦਾ ਤੇ ਕੰਮ ਚੱਲ ਜਾਊਗਾ। ਪਰ ਜਿਹਦੇ ਘਰੇ ਖਾਣ ਨੂੰ ਆਟਾ ਨਹੀਂ ਹੈ, ਉਹਨੂੰ ਬਹੁਤ ਬੜੀ ਮੁਸ਼ਕਿਲ ਖੜੀ ਹੋ ਜਾਂਦੀ ਆ। ਪਿਛਲੇ ਸਾਲ ਦਾ ਡਰ ਜਿਹੜਾ ਤੁਰ ਕੇ ਬਿਹਾਰ ਯੂਪੀ ਤੱਕ ਜਾਣਾ, ਉਹ ਲੋਕਾਂ ਨੂੰ ਭੁੱਲਿਆ ਨਹੀਂ, ਨਾ ਹਾਲੇ ਕਾਫੀ ਦੇਰ ਤੱਕ ਭੁੱਲੂਗਾ। ਉਹ ਜਿਹਦਾ ਡਰ ਵੀ ਆ, ਇੰਪਲੋਇਮੈਂਟ ਦਾ ਡਰ ਵੀ ਆ। ਨਾਲ ਹੀ ਜਿਹੜਾ ਕੋਵਿਡ ਦੇ ਸੈਕੰਡ ਆਪਾਂ ਕਹਿ ਦਿੰਦੇ ਹਾਂ ਫੇਸ ਆਇਆ, ਬਹੁਤ ਖਤਰਨਾਕ ਆ। ਅੱਗੇ ਲੋਕ ਬਿਮਾਰ ਹੁੰਦੇ ਸੀ ਤਾਂ 5-10 ਦਿਨਾਂ ਤੱਕ ਕੋਈ, ਮੈਨੂੰ ਲੱਗਦਾ ਪਿਛਲੇ ਸਾਲ ਆਪਾਂ ਵੈਂਟੀਲੇਟਰਾਂ ਦੀ ਗੱਲ ਕਰਦੇ ਸੀ, ਆਕਸੀਜਨ ਸਿਲੰਡਰਾਂ ਦੀ ਗੱਲ ਨਹੀਂ ਹੋਈ ਸੀ ਇੰਨੀ ਜ਼ਿਆਦਾ। ਹੁਣ ਐਕਸੀਡੈਂਟਲੀ ਏਜ ਨੂੰ ਫੈਕਟਰ ਕਹਿੰਦੇ ਸੀ, ਵੀ ਡਾਕਟਰ ਜਿਹੜੇ ਮੈਡੀਕਲ ਟੀਮ ਸੀ ਉਹ ਕਹਿ ਰਹੀਆਂ ਸੀ ਵੀ ਏਜ ਫੈਕਟਰ ਆ, ਵੀ ਵੱਡੇ ਏਜ ਵਾਲੇ ਨੂੰ ਜਲਦੀ ਅਟੈਕ ਹੁੰਦਾ। ਤੇ ਹੁਣ ਐਨ ਯੂਥ ਦੀਆਂ ਡੈਥਸ ਹੋ ਰਹੀਆਂ ਨੇ। ਤੇ ਅਚਾਨਕ 2-3 ਦਿਨਾਂ ਦੇ ਵਿੱਚ ਹੀ, ਮਤਲਬ ਤੀਜਾ 3rd ਡੇ ਆਕਸੀਜਨ ਦੂਜੇ ਦਿਨ ਘਟਦੀ ਹੈ, ਹਸਪੀਟਲਾਈਜ਼ ਹੁੰਦਾ, 3rd ਦਿਨ ਤੱਕ ਉਹਦੀ ਡੈਥ ਹੋ ਜਾਂਦੀ ਹੈ। ਤੇ ਬਹੁਤ ਮੈਂ ਸਮਝਦਾ ਵੀ ਭਿਆਨਕ ਆ। ਸਾਡੇ ਸੰਯੁਕਤ ਮੋਰਚੇ ਨੂੰ, ਸਾਡੇ 32 ਜਥੇਬੰਦੀਆਂ ਨੂੰ ਇਸ ਬਿਮਾਰੀ ਨੂੰ ਸੰਜੀਦਗੀ ਨਾਲ ਲੈਣਾ ਚਾਹੀਦਾ। ਇਹ ਨਹੀਂ ਹੈ ਵੀ ਇਹ ਬਿਮਾਰੀ ਨਹੀਂ ਹੈ, ਨੈਗਲੈਕਟ ਨਹੀਂ ਕਰ ਸਕਦੇ ਇਹਨੂੰ ਕਿਵੇਂ ਕਵਰ ਕਰਨਾ। ਪਰ ਕਾਦੀਆਂ ਸਾਹਿਬ, ਇਹ ਦੋਹਰਾਪਣ ਕਿਉਂ ਹੈ? ਤੁਸੀਂ ਇੱਥੇ ਬੈਠ ਕੇ ਤਾਂ ਕਹਿ ਰਹੇ ਹੋ ਬਿਮਾਰੀ ਹੈ, ਬਹੁਤ ਮੌਤਾਂ ਹੋਈਆਂ, ਸਾਨੂੰ ਧਿਆਨ ਦੇਣਾ ਚਾਹੀਦਾ ਹੈ। ਉੱਥੇ ਅਨਾਊਂਸਮੈਂਟਸ ਹੁੰਦੀਆਂ, ਪ੍ਰੈਸ ਕਾਨਫਰੰਸ 'ਚ ਕਹਿ ਰਹੇ ਹੋ ਕਿ ਲਾਕਡਾਊਨ ਦਾ ਅਸੀਂ ਵਿਰੋਧ ਕਰਾਂਗੇ, ਦੁਕਾਨਾਂ ਖੁਲਾਵਾਂਗੇ ਜਾ ਕੇ। ਬਿਲਕੁਲ, ਮੈਂ ਇਹੀ ਕਹਿ ਰਿਹਾ, ਮੇਰਾ ਇੰਡੀਵਿਜੂਅਲ ਮੈਂ ਦੱਸ ਰਿਹਾ। ਮੈਂ ਕਿਹਾ 32 ਜਥੇਬੰਦੀਆਂ ਦਾ ਫੈਸਲਾ ਹੋਇਆ ਵੀ ਇਹ ਲਾਕਡਾਊਨ ਜਿਹੜਾ ਵੀਕਐਂਡ ਲਾਕਡਾਊਨ ਆ ਵੀ ਉਹ 8 ਤਰੀਕ ਨੂੰ ਖੁਲਾਇਆ ਜਾਊਗਾ। ਉਹਦੇ ਵਿੱਚ ਅੰਦਰ ਜੋ ਫੈਸਲਾ ਸਾਂਝ ਬਣ ਕੇ ਆਇਆ ਉਹ ਤੁਹਾਡੇ ਮੂਹਰੇ ਸਾਹਮਣੇ ਪੇਸ਼ ਹੋ ਗਿਆ, ਜਿਹੜਾ ਵੀ ਫੈਸਲਾ ਹੋਇਆ। ਪਰ ਜੇ ਤੁਸੀਂ ਆਪਾਂ ਕਹੀਏ ਵੀ ਇਹ ਬਿਮਾਰੀ ਨਹੀਂ ਹੈ, ਇਹ ਨਹੀਂ ਗੱਲ ਹੈ, ਪਰ ਉਹ ਲਾਕਡਾਊਨ ਦਾ ਵੀ ਫੈਸਲਾ ਇਸ ਤੱਕ ਸੀਮਤ, ਉਹਦਾ ਇੱਕ ਪੁਆਇੰਟ ਆਫ ਵਿਊ ਉਹਦਾ ਵੀ ਹੈ, ਉਹਦਾ ਵਿਜ਼ਨ ਵੀ ਹੈ ਵੀ ਜਿਹੜਾ ਦੁਕਾਨਦਾਰ ਛੋਟੇ ਦੁਕਾਨ ਪਿੱਛੇ ਸੰਘਰਸ਼ ਕਰ ਰਹੇ ਸੀ ਵੀ ਸਾਡੇ ਬਿਜ਼ਨਸਮੈਨ ਦਾ ਕੀ ਬਣੂਗਾ, ਸਰਕਾਰ ਨੂੰ ਇਹਦਾ ਪੁਖਤਾ ਪ੍ਰਬੰਧ ਨਹੀਂ ਹੋ ਸਕਿਆ। ਕਿਤੇ ਨਾ ਕਿਤੇ ਉਹ ਫੇਲੀਅਰ ਵੀ ਹੋਇਆ। ਨਾਲ ਦੀ ਨਾਲ ਜਿਵੇਂ ਤੁਸੀਂ ਕਹਿੰਦੇ ਹੋ ਵੀ 32 ਜਥੇਬੰਦੀਆਂ ਨੇ ਫੈਸਲਾ ਕਰਤਾ ਵੀ 8 ਤਰੀਕ ਨੂੰ ਖੁਲਾਓ, ਇਹਦਾ ਵੀ ਵਿਰੋਧ ਹੋ ਸਕਦਾ ਹੋਵੇ। ਜੇ ਮੈਨੂੰ ਪਰਸਨਲੀ ਦੀ ਮੈਨੂੰ ਪੁੱਛੋ ਵੀ ਆਪਾਂ ਇਸ ਬਿਮਾਰੀ ਦੇ ਦੌਰ 'ਚ ਜਦੋਂ ਆਕਸੀਜਨ ਸਿਲੰਡਰ ਨਹੀਂ ਮਿਲ ਰਹੇ, ਆਪਣੇ ਗੁਰਦੁਆਰਿਆਂ 'ਚ ਸੇਵਾ ਹੋ ਰਹੀ ਆ ਆਕਸੀਜਨ ਲੈ ਕੇ ਜਾਣ ਦੀ, ਤੇ ਲੋਕਾਂ ਨੂੰ ਭੈ ਬਣਿਆ ਹੋਇਆ। ਕਈ ਲੋਕੀ ਘਰਾਂ 'ਚ ਬੈਠੇ ਨੇ, ਕਈ ਕਾਰੋਬਾਰ ਕਰਨਾ ਚਾਹੁੰਦੇ ਨਹੀਂ, ਪਰ ਕਈ ਜਿਹੜੇ ਭੁੱਖਮਰੀ ਦੇ ਸ਼ਿਕਾਰ ਨੇ ਉਹਨਾਂ ਦਾ ਫੇਸ ਅਲੱਗ ਆ, ਸੋਚਣ ਦਾ ਵਿਜ਼ਨ ਅਲੱਗ ਬਣ ਜਾਂਦੀ ਆ। ਇਹਨੂੰ ਬਹੁਤ ਬਰੋਡ ਐਕਸੈਪਟ ਨਾਲ ਦੇਖਣਾ ਚਾਹੀਦਾ, ਨਾ ਕਿ ਅੰਦੋਲਨ ਨਹੀਂ ਪਿੱਛੇ ਹਟਣਾ। ਅੰਦੋਲਨ ਚੱਲ ਰਿਹਾ, ਜੇ ਆਪਾਂ ਅੰਦੋਲਨ ਨਾਲ ਜੋੜ ਦਿੰਦੇ ਆ ਤਾਂ ਉਹਦਾ ਮੈਂ ਐਗਜ਼ਾਮਪਲ ਦੇ ਸਕਦਾ ਵੀ ਅੰਦੋਲਨ ਤਾਂ ਇੱਕ ਜਗ੍ਹਾ ਟਿਕਿਆ ਹੋਇਆ, ਇੱਕ ਪਿੰਡ ਵਾਂਗੂ ਵਸਿਆ ਹੋਇਆ। ਜੇ ਆਪਾਂ ਆਪ ਹੀ ਉਖਲੀ 'ਚ ਸਿਰ ਦਿੱਤਾ ਹੈ ਨਾ, ਅੰਦੋਲਨ ਤਾਂ ਉੱਥੇ ਚੱਲ ਰਿਹਾ, ਅੰਦੋਲਨ ਪੰਜਾਬ 'ਚ ਥੋੜੀ ਅੰਦੋਲਨ, ਤੁਸੀਂ ਉੱਥੇ ਬੈਠੇ ਹੋ, ਬਹੁਤ ਸੋਹਣੇ ਬੈਠੇ ਹੋ, ਉੱਥੇ ਸਾਥ ਦੇ ਰਹੇ ਸੀ ਸਾਰੇ। ਜੇ ਕੋਈ ਪਹੁੰਚ ਨਹੀਂ ਪਾ ਰਿਹਾ ਤਾਂ ਸੋਸ਼ਲ ਮੀਡੀਆ ਤੋਂ ਸਾਥ ਦੇ ਰਿਹਾ, ਤੁਸੀਂ ਤਾਂ ਵਾਪਸ ਪੰਜਾਬ ਆ ਕੇ ਵਿਰੋਧ ਕਰਨਾ ਚਾਹੁੰਦੇ ਹੋ। ਮੈਂ ਕਿਸੇ ਹੱਦ ਤੱਕ ਇਸ ਚੀਜ਼ ਨੂੰ ਗਲਤ ਸਮਝਦਾ ਵੀ ਇੱਥੇ ਆ ਕੇ ਇਹ ਦੁਆਰਾ ਖੁਲਾਉਣਾ, ਜਿਹੜਾ 32 ਜਥੇਬੰਦੀ ਸਾਡੀ ਫੈਸਲਾ ਕਰਦੀਆਂ ਨੇ
ਇਹ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਬਿਮਾਰੀ ਜੇ ਵੱਧ ਗਈ ਤਾਂ ਇਹ ਜ਼ਿੰਮੇਵਾਰੀ ਚੱਕਣੀ ਪੈ ਸਕਦੀ ਹੈ। ਇਹ ਗੱਲ ਮੈਂ ਉਹਨਾਂ ਨਾਲ ਕਈ ਸੀਨੀਅਰ ਲੀਡਰਾਂ ਨਾਲ ਕੀਤੀ ਵੀ ਆ ਵੀ ਇਹਨੂੰ ਕਿਤੇ ਵਾਪਸ ਲੈਣਾ ਚਾਹੀਦਾ ਜਾਂ ਸੋਚਣਾ ਚਾਹੀਦਾ ਦੁਬਾਰਾ ਵੀ ਇਹ ਬਿਮਾਰੀ ਬਹੁਤ ਖਤਰਨਾਕ ਰੂਪ ਆ, ਸਰਕਾਰ ਨਾਲ ਅੜ ਹੋ ਸਕਦੀ ਆ, ਲੋਕਾਂ ਨਾਲ ਸਾਡੀ ਕੋਈ ਲੜ। ਪੋਲੀਟੀਕਲ ਮੋਟਿਵ ਤਾਂ ਨਹੀਂ ਇਹਦੇ ਪਿੱਛੇ ਕਿਤੇ? ਕੱਲ ਨੂੰ 32 ਜਥੇਬੰਦੀਆਂ ਪੋਲੀਟੀਕਲ ਸਪੇਸ ਭਾਲਦੀਆਂ ਤਾਂ ਹੁਣ ਆ ਕੇ ਇਹ ਸਾਰੀਆਂ ਚੀਜ਼ਾਂ ਜੋ ਸਰਕਾਰ ਕਰ ਰਹੀ ਹੈ ਉਹਦੇ ਅਗੇਂਸਟ ਲੜਨਾ ਸ਼ੁਰੂ ਕਰ ਦਈਏ? ਮੈਂ ਨਹੀਂ ਸਮਝਦਾ ਪੋਲੀਟੀਕਲ ਭਾਲਦੀਆਂ, ਜੇ ਕਿਤੇ ਭਾਲਦੀਆਂ ਤਾਂ ਬਹੁਤ ਵੱਡੀ ਗਲਤੀ ਕਰ ਰਹੀਆਂ। ਆਉਣ ਵਾਲੇ ਸਮੇਂ ਦੇ ਵਿੱਚ ਲੋਕ ਉਹਨਾਂ ਨੂੰ ਮਾਫ ਨਹੀਂ ਕਰ ਪਾਉਣਗੇ। ਜੇ ਪੋਲੀਟੀਕਲ ਸਟੇਟਮੈਂਟ ਭਾਲ ਰਹੀਆਂ, ਇਹਨਾਂ ਨੂੰ ਬਹੁਤ ਸਮਝ ਨਾਲ ਅੱਗੇ ਚੱਲਣਾ ਚਾਹੀਦਾ। ਅੰਦੋਲਨ ਨੂੰ ਉੱਥੇ ਰਹਿ ਕੇ ਤੁਹਾਡੇ ਰਾਹੀਂ ਸਾਡੇ ਕੋਲ ਰਸਤਾ ਹੈਗਾ ਲੋਕਾਂ ਦਾ ਗੱਲ ਪਹੁੰਚਾਉਣ ਨੂੰ। ਇਹ ਰਸਤਾ ਕੋਵਿਡ-19 ਦਾ ਨਹੀਂ ਹੈ। ਇਹ ਰਸਤਾ ਮੀਡੀਆ ਕਵਰ ਕਰ ਸਕਦੇ ਹੋ, ਤੁਸੀਂ ਡਿਬੇਟਸ ਕਰ ਸਕਦੇ ਹੋ, ਤੁਸੀਂ ਉੱਥੇ ਜਿਹੜਾ ਸਾਡੀ ਸਟੇਜ ਚੱਲਦੀ ਹੈ ਉਹਨੂੰ ਕਵਰ ਕਰ ਸਕਦੇ ਹੋ, ਤੁਸੀਂ ਉੱਥੇ ਵੈਕਸੀਨ ਕਰਾ ਸਕਦੇ ਹੋ, ਤੁਸੀਂ ਆਪਾਂ ਫੇਸ ਮੈਕ ਕਰਾ ਸਕਦੇ ਹਾਂ, ਤੁਸੀਂ ਹੱਥ ਧੋਣ ਨੂੰ ਉੱਥੇ ਯੂਜ਼ ਕਰਾ ਸਕਦੇ ਹੋ, ਤੁਸੀਂ ਮੇਅਰਮੈਂਟਸ ਜਿੰਨੀਆਂ ਮੈਡੀਕਲ ਫੈਸਿਲਿਟੀਆਂ ਕਹਿੰਦੇ ਨੇ। ਸਗੋਂ ਉਹ ਇੱਕ ਮੈਨੂੰ ਐਂ ਲੱਗਦਾ ਸੀ ਵੀ ਉਹ ਇੱਕ ਨਾਅਰਾ ਦੇਣਾ ਚਾਹੀਦਾ ਸੀ ਵੀ ਆਪਾਂ ਹੱਥ ਧੋ ਕੇ ਰੱਖੀਏ, ਆਪਾਂ ਹੱਥ ਕਵਰ ਰੱਖੀਏ, ਆਪਾਂ ਮਾਸਕ ਲਾ ਕੇ ਰੱਖੀਏ, ਆਪਾਂ ਵੈਕਸੀਨ ਕਰਾਈਏ ਅਤੇ ਆਪਾਂ ਗੁੱਡ ਸਿਟੀਜ਼ਨ ਹੋਣ ਦੇ, ਇੱਕ ਕਿਸਾਨ ਦੇ ਨਾਲ ਇੱਕ ਗੁੱਡ ਸਿਟੀਜ਼ਨ ਹੋਣ ਦਾ ਉੱਥੇ ਨਿਸ਼ਾਨੀ ਦਿੰਦੇ ਵੀ ਅਸੀਂ ਇਹ ਚੀਜ਼ਾਂ ਨੂੰ ਮੰਨਦੇ ਹਾਂ ਵੀ ਬਿਮਾਰੀ ਹੈ, ਪਰ ਲੋਕਾਂ ਨੂੰ ਇਹਦੇ ਵਿੱਚ ਵਾੜਨਾ ਨਹੀਂ ਚਾਹੁੰਦੇ। ਅਸੀਂ ਇੱਕ ਪਿੰਡ ਰੂਪ 'ਚ ਬੈਠੇ ਹਾਂ, ਜੇ ਇੱਕ ਛੱਪੜੀ 'ਚ ਅਸੀਂ ਬੈਠੇ ਹਾਂ ਤਾਂ ਉਹਦੇ 'ਚ ਉੱਠ ਕੇ ਆਪ ਦਾ ਖਾਣਾ ਬਣਾਉਂਦੇ ਹਾਂ ਤਾਂ ਉੱਥੇ ਹੀ ਬੈਠ ਜਾਂਦੇ ਹਾਂ। ਇਕਾਂਤਵਾਸ ਉੱਥੇ ਵੀ ਹੋ ਸਕਦਾ, ਨਾਲ ਦੇ ਨਾਲ ਹੀ ਐਜੀਟੇਸ਼ਨ। ਪਰ ਮੈਂ ਇਹਦੇ ਨਾਲ ਇੱਕ ਹੋਰ ਗੱਲ ਕਹਿਣਾ ਚਾਹੁੰਦਾ, ਸ਼ੇਮ ਆਫ ਦਾ ਗੌਰਮੈਂਟ, ਸੈਂਟਰਲ ਗੌਰਮੈਂਟ। ਜੇ ਇਹ ਮਹਾਮਾਰੀ ਏਡੀ ਵੱਡੀ ਆਈ ਹੋਈ ਆ, ਏਡਾ ਵੱਡਾ ਆਪਾਂ ਕਰੋਪ ਕਹਿ ਸਕਦੇ ਹਾਂ ਆਪਣੇ ਉੱਪਰ ਆ ਚੁੱਕੀ ਆ ਸਾਰੇ ਆਵਾਮ ਦੇ ਉੱਤੇ, ਤਾਂ ਜੇ ਕਿਸਾਨ ਉੱਥੇ ਆਪਣੀਆਂ ਮੰਗਾਂ ਲੈ ਕੇ ਬੈਠੇ ਸੀ, ਉਹਨਾਂ ਬਾਰੇ ਇੱਕ ਵੀ ਵਿਚਾਰ ਨਹੀਂ ਉਹਨਾਂ ਦਾ ਆਇਆ, ਇੱਕ ਮੀਟਿੰਗ ਨਹੀਂ ਬੁਲਾਈ, ਵੀਡੀਓ ਕਾਨਫਰੰਸਿੰਗ ਕਰਾ ਸਕਦੇ ਸੀ ਜੇ ਕੋਵਿਡ-19 ਸੀ, ਹਰ ਤਰ੍ਹਾਂ ਦਾ ਜਰੀਆ ਬਣਾ ਸਕਦੇ ਸੀ। ਲੋਕਾਂ ਨੂੰ ਬਚਾਉਣਾ ਇੱਕ ਸਰਕਾਰ ਦਾ ਵੀ ਡਿਊਟੀ ਹੁੰਦੀ ਹੈ। ਜਿੱਥੇ ਡਿਊਟੀ ਮੈਡੀਕਲ ਟੀਮ ਸਾਡੀਆਂ ਮੈਡੀਕਲ ਐਕਸਪਰਟ ਨਿਭਾ ਰਹੇ ਆ, ਉਹ ਇੰਸਟਰਕਸ਼ਨ ਦੇ ਰਹੇ ਨੇ, ਗਵਰਨਮੈਂਟ ਨੂੰ ਵੀ ਕਹਿ ਰਹੇ ਇੰਸਟਰਕਸ਼ਨ ਤੁਸੀਂ ਅੱਗੇ ਮਲਟੀਪਲਾਈ ਕਰੋ, ਤੁਹਾਡੇ ਤੱਕ ਵੀ ਪਹੁੰਚਦੀ ਹੈ ਮੈਡੀਕਲ ਇੰਸਟਰਕਸ਼ਨ, ਤੁਸੀਂ ਅੱਗੇ ਦੱਸਦੇ ਹੋ ਲੋਕਾਂ ਨੂੰ। ਤਾਂ ਉਹ ਚੀਜ਼ ਗਵਰਨਮੈਂਟ ਨੂੰ ਵੀ ਦੱਸਣੀ ਚਾਹੀਦੀ ਸੀ ਉਹਨਾਂ ਨੂੰ ਵੀ ਜੇ ਆਹ ਲੋਕ ਬੈਠੇ ਆਪਣੀ ਮੰਗ ਲਈ ਤਾਂ ਇਹਨਾਂ ਦਾ ਕੁਛ ਸੰਵਿਧਾਨ ਕੱਢ ਦਿਓ। ਇਹ ਐਜੀਟੇਸ਼ਨ ਨੂੰ ਏਡਾ ਲੰਬਾ ਲੈ ਕੇ ਜਾਣਾ, ਇਹ ਪੋਲੀਟੀਕਲ ਮੋਟਿਵ ਕਿਤੇ ਬੀਜੇਪੀ ਦਾ ਤਾਂ ਨਹੀਂ। ਪਰ ਮੈਨੂੰ ਇਸ ਗੱਲ ਦਾ ਜਵਾਬ ਦਿਓ ਕਿ ਮੈਜੋਰਟੀ ਦੀ ਮੰਨੀ ਜਾਂਦੀ ਹੈ ਜਦੋਂ ਬਾਹਰ ਆ ਕੇ ਕੋਈ ਪ੍ਰੈਸ ਕਾਨਫਰੰਸ ਹੁੰਦੀ ਹੈ, ਫੈਸਲਾ ਹੁੰਦਾ ਹੈ, ਉਹ ਜੇ ਮੈਜੋਰਟੀ ਹੁੰਦੀ ਹੈ ਉਹ ਫੈਸਲਾ ਬਾਹਰ ਆਉਂਦਾ? ਬਿਲਕੁਲ ਮੈਜੋਰਟੀ। ਤਾਂ ਕੀ ਮੈਜੋਰਟੀ ਜਿਹੜੀ ਹੈ, ਮੇਰਾ ਇਹ ਸਵਾਲ ਹੈ ਤੁਹਾਨੂੰ ਕਿ ਮੈਜੋਰਟੀ ਜਿਹੜੀ ਹੈ ਉਹ ਇਸ ਬਿਮਾਰੀ ਨੂੰ ਬਿਮਾਰੀ ਨਹੀਂ ਮੰਨ ਰਹੀ? 32 ਜਥੇਬੰਦੀਆਂ ਚੋਂ ਜ਼ਿਆਦਾਤਰ ਜਥੇਬੰਦੀਆਂ ਸੀਰੀਅਸ ਨਹੀਂ ਹੈਗੀਆਂ? ਕਿਤੇ ਨਾ ਕਿਤੇ ਗੱਲ ਲੱਗ ਰਹੀ ਹੈ। ਇਹ ਫੈਸਲਾ ਜਿਹੜਾ 8 ਤਰੀਕ ਦਾ ਲਿੱਤਾ, ਇਹਦੇ ਵਿੱਚ ਹੋ ਸਕਦਾ ਵੀ 32 ਜਥੇਬੰਦੀਆਂ ਵਿੱਚੋਂ ਫੈਸਲਾ ਲਿੱਤਾ ਗਿਆ ਹੋਵੇ, ਕਿਉਂਕਿ ਮੈਂ ਉਸ ਮੀਟਿੰਗ 'ਚ ਪ੍ਰੈਜ਼ੀਡੈਂਟ ਨਹੀਂ ਸੀ ਪਰਸਨਲੀ ਤੌਰ 'ਤੇ। ਸਾਡਾ ਇੱਕ ਮੈਦਾ ਪ੍ਰੈਜ਼ੀਡੈਂਟ ਸੀ ਜਿੱਥੇ ਅਸੀਂ ਆਪਦੇ ਵੱਲੋਂ ਗੱਲ ਰੱਖੀ ਆ। ਕੀ ਰੱਖੀ? ਤੁਹਾਡੀ ਜਥੇਬੰਦੀ ਨੇ ਕੀ ਗੱਲ? ਸਾਡੀ ਜਥੇਬੰਦੀ ਨੇ ਇਹ ਗੱਲ ਰੱਖੀ ਆ ਵੀ ਬਿਮਾਰੀ ਹੈ, ਇਹਨੂੰ ਬਿਮਾਰੀ ਮੰਨਣਾ ਪਊਗਾ ਆਪਾਂ ਨੂੰ, ਬਿਮਾਰੀ ਨੂੰ ਮੰਨ ਕੇ ਐਜੀਟੇਸ਼ਨ ਚਲਾਉਣੀ ਪਊਗੀ, ਉਹਦਾ ਮੋਡ ਆਫ ਆਪਣੇ ਐਜੀਟੇਸ਼ਨ ਦਾ ਚੇਂਜ ਕਰਨਾ ਪਊਗਾ। ਉਹਨੂੰ ਤੁਸੀਂ ਮੀਡੀਆ 'ਤੇ ਕਵਰ ਕਰੋ, ਉਹਨੂੰ ਡਿਬੇਟਸ 'ਚ ਕਵਰ ਕਰੋ, ਉਹਨੂੰ ਤੁਸੀਂ ਬੈਠੋ ਉੱਥੇ, ਤੁਸੀਂ ਕੋਈ ਹਾਲੇ ਆਉਣ ਵਾਲੇ ਸਮੇਂ ਤੱਕ ਕੋਈ ਵੱਡਾ ਇਹੋ ਜਿਹਾ ਆਪਾਂ ਕਹਿ ਦਈਏ ਵੀ ਪਬਲਿਕ ਗੈਦਰਿੰਗ ਨਾ ਕਰੀਏ ਜਿੱਥੇ ਕਿ ਲੋਕਾਂ ਦਾ ਇੰਟਰਨੈਸ਼ਨਲ ਲੈਵਲ 'ਤੇ ਸਾਡਾ ਸਹਿਯੋਗ ਆ, ਸਾਨੂੰ ਦੇ ਰਹੇ ਆ। ਜੇ ਇੰਟਰਨੈਸ਼ਨਲ ਲੈਵਲ 'ਤੇ ਆਪਾਂ ਨੂੰ ਸਹਿਯੋਗ ਮਿਲ ਰਿਹਾ, ਲੋਕ ਆਪਾਂ ਨੂੰ ਵਾਚ ਕਰ ਰਹੇ ਆ। ਅੱਜ ਮੈਂ ਕਹਿਣਾ ਨਹੀਂ ਚਾਹੁੰਦਾ ਵੈਸੇ ਪ੍ਰਾਈਮ ਮਿਨਿਸਟਰ ਬਾਰੇ ਬਾਹਲਾ ਗਲਤ ਬੋਲਣਾ ਗਲਤ ਹੁੰਦਾ, ਪਰ ਮੋਦੀ ਜੀ ਨੂੰ ਵਰਲਡ ਦੇ ਵਿੱਚ ਮਾੜੀ ਨਿਗਾਹ ਨਾਲ ਦੇਖਿਆ ਜਾ ਰਿਹਾ ਵੀ ਇਹਨਾਂ ਨੂੰ ਬਿਮਾਰੀ ਨਹੀਂ ਸੰਭਾਲੀ ਗਈ, ਕਿਸਾਨਾਂ ਦਾ ਅੰਦੋਲਨ ਇਹਨਾਂ ਨੇ ਇਹਨੂੰ ਸਮਾਪਤ ਨਹੀਂ ਕਰ ਸਕੇ। ਅਤੇ ਤੁਸੀਂ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਨੈਗੇਟਿਵ ਕਰੈਕਟਰ ਵਿੱਚ ਨਾ ਦੇਖੇ ਜਾਵੋ ਵੀ ਤੁਸੀਂ ਬਿਮਾਰੀ ਫੈਲਾ ਦੇਵੋ। ਇਹ ਇੱਕ ਬਹੁਤ ਵੱਡਾ ਅੱਜ ਦਾ ਆਪਾਂ ਕਹਿ ਲਈਏ ਮੁੱਦਾ ਹੈਗਾ, ਬੜਾ ਸੀਰੀਅਸ ਹੈ, ਇਹਨੂੰ ਡਿਸਕਸ ਕਰਨ ਵਾਲਾ ਵਾ। ਕਿਸੇ ਆਗੂ ਦੀ ਮੈਂ ਨਹੀਂ ਚਾਹੁੰਦਾ ਤੁਸੀਂ ਨਾਮ ਦੱਸੋ, ਹਾਂ ਜਾਂ ਨਾ 'ਚ ਜਵਾਬ ਦੇ ਦਿਆ ਜੇ, ਕਿ 32 ਚੋਂ ਕਿਸੇ ਆਗੂ ਨੂੰ ਜਾਂ ਉਹਨਾਂ ਦੇ ਪਰਿਵਾਰਕ ਕਿਸੇ ਮੈਂਬਰ ਨੂੰ ਕਰੋਨਾ ਹੋਇਆ? ਹਾਂ, ਕਈਆਂ ਦਾ ਹੋਇਆ ਜੀ। ਹੋਇਆ ਤਾਂ ਕੀ ਉਹ ਆ ਕੇ ਨਹੀਂ ਬੋਲੇ ਕਿ ਇਹਦੇ ਵਿੱਚ ਆਪਾਂ ਨੂੰ ਜੋ ਮੈਡੀਕਲ ਐਕਸਪਰਟਸ ਕਹਿ ਰਹੇ ਆ ਘੱਟੋ ਘੱਟ ਉਹ ਮੰਨ ਲਈਏ, ਸਰਕਾਰ ਨੂੰ ਪਿੱਛੇ ਛੱਡ ਦਈਏ? ਨਹੀਂ, ਕਾਫੀ ਆਪਾਂ ਜੇ ਬਿਨਾਂ ਨਾਮ ਲੈ ਕੇ ਕਹਿੰਦੇ ਕਾਫੀ ਲੀਡਰ ਮੰਨਦੇ ਆ ਵੀ ਹਾਂ ਕਰੋਨਾ ਹੈ, ਇਹਨੂੰ ਕਵਰ ਕਰਨਾ ਚਾਹੀਦਾ, ਪਰ ਕਰੋਨਾ ਦੇ ਡਰ ਨਾਲ ਆਪਾਂ ਐਜੀਟੇਸ਼ਨ ਬੈਕ ਨਹੀਂ ਲੈਣੀ। ਇੱਕ ਇਹ ਕਲੈਰਿਟੀ ਆ, ਮੈਂ ਇਹ ਕਲੈਰਿਟੀ ਦੇਣਾ ਚਾਹੁੰਦਾ ਵੀ ਕਦੀ ਮੈਂ ਇਹ ਨਹੀਂ ਕਹੂੰਗਾ ਵੀ ਐਜੀਟੇਸ਼ਨ ਬੈਕ ਲੈਣੀ ਹੈ। ਐਜੀਟੇਸ਼ਨ ਦਾ ਮੋਡ ਚੇਂਜ ਕਰਨਾ ਹੁੰਦਾ, ਐਜੀਟੇਸ਼ਨ ਚੱਲਦੀ ਰਹਿੰਦੀ ਹੁੰਦੀ ਹੈ ਹਮੇਸ਼ਾ। ਐਜੀਟੇਸ਼ਨ ਇੱਕ ਵੱਡੇ ਸਵਿੰਗ ਨਾਲ ਵੀ ਚੱਲੀ ਸੀ, ਉਦੋਂ ਵੱਡਾ ਇਕੱਠ ਹੋਇਆ ਸੀ। ਐਜੀਟੇਸ਼ਨ ਥੋੜ੍ਹੇ ਬੰਦਿਆਂ ਨਾਲ ਵੀ ਬੈਠੀ ਸੀ, ਐਜੀਟੇਸ਼ਨ ਟਰਾਲੀਆਂ ਨਾਲ ਵੀ ਹੋਈ ਸੀ, ਐਜੀਟੇਸ਼ਨ ਅੱਜ ਝੁੱਗੀਆਂ ਨਾਲ ਬਣਾ ਕੇ ਵੀ ਉੱਥੇ ਹੋਈਆਂ ਨੇ, ਜਦੋਂ ਕੂਲਰ ਲਾ ਕੇ ਆਪਣੇ ਪੱਕੇ ਤੌਰ 'ਤੇ ਬੈਠੇ ਹਾਂ, ਸ਼ਾਂਤਮਈ ਤੌਰ 'ਤੇ ਬੈਠੇ ਹਾਂ। ਐਜੀਟੇਸ਼ਨ ਕਿਸੇ ਵਕਤ ਆਪਾਂ ਰਿੰਗ ਰੋਡ ਤੱਕ ਵੀ ਗਏ ਸੀ, ਅਤੇ ਕਿਸੇ ਵਕਤ ਆਪਾਂ ਬੈਠ ਕੇ ਉਹਦਾ ਸਮੀਕਰਨ ਸਰਕਾਰ ਨੂੰ ਦਬਾ
ਜਿਹੜਾ ਸ਼ਾਂਤਮਈ ਪੈਣਾ ਹੁੰਦਾ ਉਹ ਪੈ ਰਿਹਾ ਹੁੰਦਾ। ਤਾਂ ਉਹਦਾ ਮੋਡ ਚੇਂਜ ਕਰਨਾ ਮੈਂ ਸਮਝਦਾ, ਮੈਂ ਵੀ ਗੱਲ ਰੱਖੂੰਗਾ ਆਪਣੇ ਜਥੇਬੰਦੀਆਂ 'ਚ, ਅਸੀਂ ਉਹਨਾਂ ਨਾਲ ਹਰ ਜਿਹੜੀ ਉਹਨਾਂ ਦੀ ਗੱਲ ਦਾ ਫੈਸਲਾ ਹੁੰਦਾ ਅਸੀਂ ਉਹਦੀ ਰਿਸਪੈਕਟ ਕਰਦੇ ਹਾਂ। ਪਰ ਆਪ ਦੀ ਗੱਲ ਐਤਕੀ ਤਕੜੇ ਹੋ ਕੇ ਰੱਖਣ ਦਾ ਗੱਲ ਆ ਗਈ, ਕਿਉਂ ਇਹ ਸਾਡੇ ਲੋਕਾਂ 'ਤੇ ਵੀ ਅਸਰ ਪੈਂਦਾ, ਕਿਉਂਕਿ ਸਾਡੇ ਲੋਕ ਅਲੱਗ-ਅਲੱਗ ਸ਼ਹਿਰਾਂ ਅਲੱਗ-ਅਲੱਗ ਪਿੰਡਾਂ 'ਚੋਂ ਜਾਂਦੇ ਆ ਉੱਥੇ ਐਜੀਟੇਸ਼ਨ 'ਚ। ਜੇ ਕੱਲ੍ਹ ਨੂੰ ਸਾਡੇ ਦੇ ਨਾਲ ਇਲਜ਼ਾਮ ਲੱਗ ਗਿਆ ਵੀ ਇਹਨਾਂ ਨੇ ਸਪਰੈਡ ਕਰਾਤੀ, ਤਾਂ ਜਿਹੜਾ ਅਸੀਂ ਇਲਜ਼ਾਮ ਲਾ ਰਹੇ ਹਾਂ ਵੀ ਜਿਹੜਾ ਹਰਿਦੁਆਰ 'ਚ ਇਕੱਠ ਹੋਇਆ, ਜਿਹੜਾ ਬੰਗਾਲ ਦੀ ਇਲੈਕਸ਼ਨਾਂ ਵੇਲੇ 5 ਸਟੇਟਾਂ ਦੇ ਇਲੈਕਸ਼ਨਾਂ ਵੇਲੇ ਉੱਥੇ ਇਕੱਠ ਹੋਏ, ਵੀ ਕੋਵਿਡ ਉਦੋਂ ਨਹੀਂ ਸੀ, ਉਦੋਂ ਵੱਡੀਆਂ ਰੈਲੀਆਂ। ਇੱਕ ਬਹੁਤ ਜ਼ਿੰਮੇਵਾਰ ਇਨਸਾਨ ਜਿਹੜੇ ਉੱਪਰਲੇ ਟੌਪ ਦੇ ਨੇ, ਪ੍ਰਾਈਮ ਮਿਨਿਸਟਰ ਤੇ ਆਪਣਾ ਡਿਫੈਂਸ ਮਿਨਿਸਟਰ, ਫਾਈਨੈਂਸ ਮਿਨਿਸਟਰ, ਉਹ ਕਰਦੇ ਰਹੇ ਉੱਥੇ ਆਪਣੀਆਂ ਸਭਾਵਾਂ ਕਰਦੇ ਰਹੇ ਹਜ਼ਾਰਾਂ ਦੇ ਇਕੱਠ ਨੂੰ। ਕੀ ਉਹ ਗਲਤ ਸੀ? ਉਹ ਗਲਤ ਸੀ ਨਾ ਜੀ। ਆਪਾਂ ਮੰਨਦੇ ਹਾਂ, ਮੈਡੀਕਲਸ ਮੰਨ ਰਹੇ ਨੇ ਉਹ ਗਲਤ ਨੇ, ਤਾਂ ਕੀ ਸਾਡੇ ਤੇ ਇਲਜ਼ਾਮ ਨਾ ਲੱਗ ਜੇ? ਸਗੋਂ ਸਾਨੂੰ ਮੂਹਰੇ ਆ ਕੇ ਉਹਦੀ ਪਲੈਨਿੰਗ ਕੀ ਹੈ, ਇਹੀ ਮੇਰਾ ਸਵਾਲ ਹੈ ਕਿ ਉਹਦੀ ਫਿਰ ਸੰਯੁਕਤ ਕਿਸਾਨ ਮੋਰਚੇ ਦੀ ਜਾਂ ਕਿਸਾਨ ਏਕਤਾ ਮੋਰਚੇ ਦੀ ਉਹਦੀ ਪਲੈਨਿੰਗ ਕੀ ਹੈ ਤੁਹਾਡੀ? ਅਸੀਂ ਪਲੈਨਿੰਗ ਇਹ ਕਰਨਾ ਚਾਹੁੰਦੇ, ਜੋ ਮੈਂ ਆਪਣੀ ਗੱਲ ਰੱਖਣਾ ਚਾਹੁੰਦਾ ਵੀ ਉੱਥੇ ਝੁੱਗੀਆਂ 'ਚ ਬੈਠਾਂਗੇ, ਅਸੀਂ ਪਿੱਛੇ ਨਹੀਂ ਹਟਾਂਗੇ, ਪਰ ਸਰਕਾਰ ਨੂੰ ਵੀ ਸੋਚਣਾ ਚਾਹੀਦਾ। ਜੇ ਤੁਸੀਂ ਕੁਐਸਚਨਿੰਗ ਅੱਜ ਸੰਯੁਕਤ ਮੋਰਚੇ ਨੂੰ ਕਰਦੇ ਹੋ ਜਾਂ 32 ਜਥੇਬੰਦੀਆਂ ਨੂੰ ਕਰਦੇ ਹੋ, ਉਹਦੇ ਬਰਾਬਰ ਦੀ ਕੁਐਸਚਨ, ਬਹੁਤ ਵੱਡਾ ਕੁਐਸਚਨ ਸਰਕਾਰ ਦੇ ਉਲਟ ਖੜਾ ਹੁੰਦਾ, ਜਿੱਥੇ ਇੰਸਟਰਕਸ਼ਨਸ, ਮੈਡੀਕਲ ਇੰਸਟਰਕਸ਼ਨ ਦਿੱਤੀਆਂ ਜਾ ਰਹੀਆਂ ਨੇ ਵੀ ਕੋਵਿਡ ਹੈ, ਮਲਟੀਪਲਾਈ ਹੋ ਗਿਆ, ਲੋਕਾਂ 'ਚ ਆ ਚੁੱਕਿਆ, ਅਗਲੇ ਆਉਣ ਵਾਲਾ ਸਮੇਂ ਦਾ ਹਾਲੇ ਕਿਸੇ ਨੂੰ ਪ੍ਰੋਡਕਸ਼ਨ ਨਹੀਂ ਹੋ ਰਹੀ ਵੀ ਕਿੱਥੇ ਤੱਕ ਇਹ ਗੱਲ ਪਹੁੰਚ ਸਕਦੀ ਹੈ। ਤਾਂ ਜ਼ਿੰਮੇਵਾਰੀ, ਜਿਹੜੇ ਜ਼ਿੰਮੇਵਾਰ ਅਹੁਦਿਆਂ 'ਤੇ ਲੋਕ ਨੇ, ਜੇ ਅਸੀਂ ਜ਼ਿੰਮੇਵਾਰੀ, ਮੈਂ ਇੱਥੇ ਬੈਠਾ ਕਹਿ ਰਿਹਾ ਵੀ ਹਾਂ ਬਿਮਾਰੀ ਹੈ, ਇਹਨੂੰ ਅਸੀਂ ਫਾਈਟ ਕਰਾਂਗੇ, ਅਸੀਂ ਆਪਣਾ ਐਜੀਟੇਸ਼ਨ ਵੀ ਫਾਈਟ ਕਰਾਂਗੇ, ਬਿਮਾਰੀ ਨਾਲ ਵੀ ਫਾਈਟ ਕਰਾਂਗੇ, ਤੇ ਇਹਨੂੰ ਪ੍ਰਬੰਧ ਕਰਨ ਦੀ ਵੀ ਕੋਸ਼ਿਸ਼ ਕਰਾਂਗੇ, ਤਾਂ ਸਰਕਾਰ ਦਾ ਵੀ ਕਿਤੇ ਜ਼ਿੰਮੇਵਾਰੀ ਬਣਦੀ ਹੈ ਵੀ ਐਜੀਟੇਟਰਾਂ ਨੂੰ ਆ ਕੇ ਬੁਲਾਇਆ ਜਾਵੇ ਤੇ ਇਹਨਾਂ ਨੂੰ ਜਿੰਨੀ ਰਾਹਤ ਦਿੱਤੀ ਜਾ ਸਕਦੀ ਹੈ 3 ਲਾਅ ਦੇ ਵਿੱਚੋਂ ਜਲਦੀ ਤੋਂ ਜਲਦੀ, ਤੇ ਐਮਐਸਪੀ ਦੇ ਉੱਤੇ ਆਪਣੀ ਕਲੈਰਿਟੀ ਦਿੱਤੀ ਜਾਵੇ। ਮਹਾਮਾਰੀ ਆਈ ਹੋਈ ਆ, ਤੁਹਾਨੂੰ ਆਪਣੇ ਕੋਰਪੋਰੇਟ ਘਰਾਣਿਆਂ ਨੂੰ ਉੱਪਰ ਚੱਕਣ ਲੱਗੇ ਹੋਏ ਆ ਵੀ ਉਹ ਲਾਅ ਪਿੱਛੇ ਨਹੀਂ ਲੈਣੇ। ਲੋਕ ਮਰ ਜਾਣ ਬੇਸ਼ੱਕ, ਲੋਕ ਭਲਾ ਲਾਅ ਲੱਗ ਗਏ ਤਾਂ ਖੇਤੀ ਵੈਸੇ 'ਚ ਹੀ ਭੁੱਖੇ 'ਚ ਮਰ ਜਾਣਾ ਤੇ ਬਿਮਾਰੀ ਨਾਲ ਮਰ ਜਾਣਾ। ਮਤਲਬ ਕਿ ਬਿਲਕੁਲ ਹੀ ਜੇ ਜਿੱਥੇ ਆਪਾਂ ਜ਼ਿੰਮੇਵਾਰੀ ਇਹਨਾਂ ਜਥੇਬੰਦੀਆਂ ਸਮਝਦੇ ਆ, ਮੈਂ ਇਹ ਵੀ ਸਮਝਦਾ ਵੀ ਸਰਕਾਰ ਵੀ ਪੂਰੀ ਗੈਰ ਜ਼ਿੰਮੇਵਾਰ ਹੋਈ ਹੋਈ ਹੈ। ਸਰਕਾਰ ਨੂੰ ਆਪਣੀ ਜ਼ਿੰਮੇਵਾਰੀ ਨਿਭਾ ਕੇ, ਇਹ ਬਹੁਤ ਸੈਂਸਿਟਿਵ ਇਸ਼ੂ ਆ, ਇਸ ਇਸ਼ੂ ਤੇ ਬਹੁਤ ਸੰਜੀਦਾ ਤਰੀਕੇ ਨਾਲ ਨਾ ਤਾਂ ਕਿਸਾਨ ਮਗਰ ਮੁੜ ਸਕਦੇ ਆ। ਦੇਖੋ 3 ਲਾਅ ਨੇ। ਫਿਰ ਤੁਸੀਂ ਵੈਕਸੀਨੇਸ਼ਨ 'ਚ ਬਿਲੀਵ ਕਰਦੇ ਹੋ? ਬਿਲਕੁਲ ਕਰਦੇ ਹਾਂ। ਤੁਸੀਂ ਚਾਹੁੰਦੇ ਹੋ ਕਿ ਵੈਕਸੀਨੇਸ਼ਨ ਉੱਥੇ ਜਿੰਨੇ ਕਿਸਾਨ ਬੈਠੇ ਉਹਨਾਂ ਦੀ ਵੈਕਸੀਨੇਸ਼ਨ ਹੋਵੇ? ਅਸੀਂ ਚਾਹੁੰਦੇ ਹਾਂ ਉਹਨੂੰ ਸਾਰਿਆਂ ਨੂੰ ਮਾਸਕ ਦਿੱਤੇ ਜਾਣ। ਅਸੀਂ ਦਿੱਤੇ ਵੀ ਆ, ਵੰਡੇ ਵੀ ਆ, ਐਸਕੇਐਮ ਵੱਲੋਂ ਵੀ ਵੰਡੇ ਆ, ਫੰਡ 'ਚੋਂ ਵੀ ਵੰਡੇ ਨੇ। ਉੱਥੇ ਸਾਡੇ ਡਾਕਟਰ ਨੇ ਜਿਹੜੇ ਟਿਕਰੀ 'ਚ ਬੈਠੇ ਹੋਏ ਨੇ, ਅਮਰੀਕਾ ਤੋਂ ਆਏ ਨੇ, ਉਹਨਾਂ ਨੂੰ ਵੈਕਸੀਨ ਦਿੱਤੀ ਜਾਵੇ, ਉਹਨਾਂ ਤੋਂ ਅਸੀਂ ਵੈਕਸੀਨ ਲਗਾਈਏ। ਇਹ ਵੈਕਸੀਨੇਸ਼ਨ ਤੁਸੀਂ ਆਪ ਆਪਣੇ ਡਾਕਟਰਸ ਤੋਂ ਲਵਾਉਣਾ ਚਾਹੁੰਦੇ ਹੋ ਜਾਂ ਹੈਲਥ ਡਿਪਾਰਟਮੈਂਟ ਆਵੇ ਤੇ ਵੈਕਸੀਨੇਸ਼ਨ ਕਰ ਜੇ? ਅਸੀਂ ਆਪਣੇ ਡਾਕਟਰਾਂ ਤੋਂ ਲਗਵਾਉਣਾ ਚਾਹੁੰਦੇ ਹਾਂ। ਸਾਡੇ ਕੋਲ ਅਵੇਲੇਬਿਲਟੀ ਹੈ, ਉੱਥੇ ਜਿੰਨੇ ਲੋਕ ਹੈ ਉਹਨੇ ਹਸਪੀਟਲ, ਟੈਂਪਰੇਰੀ ਹਸਪੀਟਲ ਤੇ ਅਰੇਂਜ ਕੀਤੇ ਹੋਏ ਆ। ਇੰਸਟਰਕਸ਼ਨ ਦੇ ਹਿਸਾਬ ਨਾਲ, ਮੈਡੀਕਲ ਇੰਸਟਰਕਸ਼ਨ ਦੇ ਹਿਸਾਬ ਨਾਲ ਉਹ ਮੈਡੀਸਨ ਦਿੱਤੀ ਜਾਣੀ ਚਾਹੀਦੀਆਂ ਨੇ। ਤੇ ਆਕਸੀਜਨ ਸਿਲੰਡਰ ਈਵਨ ਅਸੀਂ ਦਿੱਲੀ ਦੇ ਵਿੱਚ ਸਪਲਾਈ ਕਰ ਰਹੇ ਹਾਂ ਜੀ, ਜਿਹੜੇ ਸਾਡੇ ਡਾਕਟਰਸ ਨੇ ਅਵੇਲੇਬਲ। ਤੁਸੀਂ ਇਹ ਵੀ ਚਾਹੁੰਦੇ ਹੋ ਕਿ ਆਕਸੀਜਨ ਸਿਲੰਡਰਸ ਵੀ ਪ੍ਰੋਵਾਈਡ ਕੀਤੇ ਜਾਣ ਉੱਥੇ? ਪ੍ਰੋਵਾਈਡ ਕੀਤੇ ਗਏ ਆ ਤੇ ਪ੍ਰੋਵਾਈਡ ਕੀਤੇ ਵੀ ਜਾਣ। ਹੁਣ ਤੱਕ ਕੋਈ ਕਿਸੇ ਨੂੰ ਕੋਈ ਪੋਜ਼ਿਟਿਵ ਆਇਆ ਜਾਂ ਕੋਈ ਕੇਸ ਆਇਆ ਹੁਣ ਤੱਕ? ਨਹੀਂ, ਹਾਲੇ ਤੱਕ ਉੱਥੇ ਕੋਈ ਟੈਸਟ ਹੋ ਕੇ ਕੇਸ ਨਹੀਂ ਆਇਆ, ਨਾ ਹੀ ਟਿਕਰੀ ਤੇ ਨਾ ਹੀ ਕਿਸੇ ਵੀ ਬਾਰਡਰ ਦੇ ਉੱਤੇ ਜਿੱਥੇ ਕਿਸਾਨ ਬੈਠੇ। ਹਾਲੇ ਬਾਬਾ ਜੀ ਦੀ ਪੂਰੀ ਮਿਹਰ ਆ, ਹਾਲੇ ਉੱਥੇ ਕੋਈ ਇਹੋ ਜਿਹਾ ਆਇਆ ਨਹੀਂ। ਇਹੀ ਆਉਣ ਤੋਂ ਡਰ ਮੇਰਾ ਪਰਸਨਲ, ਮੈਂ ਤਾਂ ਹੀ ਦੱਸ ਰਿਹਾ ਵੀ ਕਿਤੇ ਮਲਟੀਪਲਾਈ ਨਾ ਹੋਣ, ਤਾਂ ਉਹਦੀ ਇੰਸਟਰਕਸ਼ਨਸ ਜ਼ਾਹਿਰ ਕਰਕੇ ਆਪਾਂ ਆਪਣੇ ਮੋਰਚੇ ਨੂੰ ਸਫਲ ਬਣਾਈਏ। ਜੇ ਉਹ ਮੋਰਚਾ ਲਾਇਆ ਹੋਇਆ ਤਾਂ ਪਿੰਡ ਵਸ ਚੁੱਕਿਆ, ਇੱਕ ਪਿੰਡ ਦੇ ਤਰ੍ਹਾਂ ਬੈਠੇ ਆ, ਤੇ ਜੇ ਪਿੰਡ ਦੇ ਤਰ੍ਹਾਂ ਬੈਠੇ ਆ ਤਾਂ ਇੱਕ ਪਿੰਡ ਨੂੰ ਬਚਾਉਣਾ ਆਪਣਾ ਫਰਜ਼ ਆ। ਕਿਉਂਕਿ ਸਾਡੇ ਹੁਣ ਪਿੱਛੇ ਜਦੋਂ ਪਿਛਲੇ ਮਾਰਚ 'ਚ ਆਇਆ ਸੀ, ਆਪਾਂ ਸਾਰੇ ਪਿੰਡਾਂ 'ਚ ਬੱਸ ਵੜ ਗਏ ਸੀਗੇ, ਤੇ ਸੈਨੀਟਾਈਜ਼ ਕਰਨਾ, ਸੈਨੀਟਾਈਜ਼ਰ ਸਪਰੇਆਂ ਕਰਨੀਆਂ। ਹੁਣ ਕੁਛ ਦਿਨਾਂ 'ਚ ਅਸੀਂ 1-2 ਦਿਨਾਂ 'ਚ ਤੇ ਸੈਨੀਟਾਈਜ਼ਰ ਪੰਪ ਲੈ ਕੇ ਜਾ ਰਹੇ ਹਾਂ, ਵੱਡੇ 15-15 ਲੀਟਰ ਟਰੈਕਟਰ ਆਪਰੇਟਡ, ਸਾਰਾ ਸੈਨੀਟਾਈਜ਼ ਕਰਾਂਗੇ। ਜੇ ਉਹ ਚੀਜ਼ਾਂ 'ਚ ਆਪਾਂ ਵਿਸ਼ਵਾਸ ਕਰਾਂਗੇ ਤਾਂ ਲੋਕ ਤੁਹਾਨੂੰ ਪਛਾਣਨਗੇ ਵੀ ਤੁਸੀਂ ਚੰਗਿਆਈ ਵਾਲੇ ਪਾਸੇ ਜਾਂਦੇ ਹੋ। ਥੋੜ੍ਹਾ ਜਿਹਾ ਸਿੱਖ ਭਾਵਨਾਵਾਂ ਵੀ ਸਾਡੀਆਂ ਹੈਗੀਆਂ, ਸੇਵਾ ਭਾਵਨਾਵਾਂ ਜਿਵੇਂ ਗੁਰਦੁਆਰੇ ਚੱਲੀਆਂ ਨੇ, ਲੋਕਾਂ ਨੇ ਮੰਨੀ ਆ। ਲੋਕ ਜਿਵੇਂ ਸਾਡੇ ਲੰਗਰ ਮੰਨਦੇ ਸੀ, ਆਕਸੀਜਨ ਦੇ ਸਿਲੰਡਰ ਲਾਤੇ, ਸੈਨੀਟਾਈਜ਼ਰ ਅਸੀਂ ਕਰਕੇ ਰੱਖੀਏ। ਅਸੀਂ ਗੁਰੂ ਸਾਹਿਬ ਦੇ ਸਿੱਖ ਹਾਂ ਤੇ ਆਪਾਂ ਇਹ ਮੰਨਦੇ ਹਾਂ ਵੀ ਸ਼ਬਦ ਗੁਰੂ ਆ। ਜੇ ਸ਼ਬਦ ਗੁਰੂ ਆ ਤਾਂ ਸ਼ਬਦ ਗੁਰੂ ਨੂੰ ਮੰਨਣਾ ਚਾਹੀਦਾ, ਸਾਇੰਸ ਨੂੰ ਮੰਨਣਾ ਚਾਹੀਦਾ। ਇਹ ਸਾਰੀਆਂ ਗੱਲਾਂ ਦੇ ਨਾਲ ਬਾਕੀ ਆਗੂ ਸਹਿਮਤ ਨੇ ਜਾਂ ਇਹ ਤੁਹਾਡਾ ਆਪਣਾ ਨਿੱਜੀ ਫੈਸਲਾ ਹੈ ਜਾਂ ਨਿੱਜੀ ਤੁਹਾਡੀ ਰਾਏ ਹੈਗੀ ਹੈ? ਮੇਰੀ ਇਹ ਨਿੱਜੀ ਰਾਏ ਆ, ਕਾਫੀ ਲੋਕ ਸਹਿਮਤ ਨੇ, ਅਸੀਂ ਇਹ ਸਹਿਮਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਤੇ ਜੇ ਤੁਸੀਂ ਮੈਨੂੰ ਇਹ ਕੁਐਸਚਨ ਕੀਤੀ ਆ, ਮੈਂ ਤਾਂ ਹੀ ਖੁੱਲ੍ਹ ਦਿਲੇ ਨਾਲ ਕਿਹਾ ਵੀ ਜਿਹੜੀ ਗੱਲ ਅੰਦਰ ਮੀਟਿੰਗ 'ਚ ਰੱਖਾਂਗੇ ਉਹੀ ਤੁਹਾਨੂੰ ਬਾਹਰ ਰੱਖੀ ਹੈ। ਕਿਉਂਕਿ ਇਹ ਮਸਲਾ 3 ਲਾਅ ਤੋਂ ਹੈਗਾ ਵੀ ਅਸੀਂ ਅੜੇ ਹੋਏ ਹਾਂ, ਅਸੀਂ ਅੜਨਾ, ਅਸੀਂ ਜਿੱਤਣਾ, ਜਿੱਤੇ ਬਿਨਾਂ ਨਹੀਂ ਅਸੀਂ ਮੁੜਨਾ। ਪਰ ਲੜਾਈ
ਕਈ ਵਾਰੀ ਮੌਸਮ ਨਾਲ ਵੀ ਕਰਨੀ ਪੈਂਦੀ ਹੈ। ਜੇ ਬਾਰਿਸ਼ ਹੁੰਦੀ ਪਈ ਸੀ ਤਾਂ ਉੱਥੇ ਤਰਪਾਲਾਂ ਦੇਣੀਆਂ ਪੈਣੀਆਂ ਸੀ। ਜੇ ਅਸੀਂ ਕਹੀਏ ਵੀ ਬਾਰਿਸ਼ ਵੇਲੇ ਤਰਪਾਲ ਨਹੀਂ ਦੇਣੀ ਤਾਂ ਸਾਡੇ ਤਾਂ ਲੰਗਰ ਸਾਰੇ ਗਿੱਲੇ ਹੋ ਜਾਣਗੇ। ਫਿਰ ਕਿਵੇਂ ਸਵੇਰੇ ਪੱਕਣਗੇ? ਲੱਕੜਾਂ ਗਿੱਲੀਆਂ ਹੋ ਗਈਆਂ, ਸਵੇਰੇ ਪਕਾਵਾਂਗੇ ਕਿਵੇਂ? ਜੇ ਉੱਥੇ ਗਰਮੀ ਪਊਗੀ ਤਾਂ ਅਸੀਂ ਪੱਖੇ ਵੀ ਰੱਖੇ ਆ, ਕੂਲਰ ਵੀ ਰੱਖੇ ਆ। ਜੇ ਮੌਸਮ ਦੀ ਮਾਰ ਅਸੀਂ ਨਾਲ ਸਹਿਨੇ ਪਏ ਆ ਤਾਂ ਬਿਮਾਰੀ ਦੀ ਮਾਰ ਆ। ਇਹਨੂੰ ਜਿਵੇਂ ਬਿਮਾਰੀ ਰੁਕ ਸਕਦੀ ਆ ਉਹਨੂੰ ਉੱਥੇ ਕਰਨਾ ਚਾਹੀਦਾ। ਕੀ ਇਹ ਵਧੀਆ ਹੋਇਆ? ਕਿਹਾ ਜਾਂਦਾ ਹੈ ਕਿ ਕੁਦਰਤ ਜੋ ਕਰਦੀ ਹੈ ਚੰਗਾ ਕਰਦੀ ਹੈ। ਸਟਰੈਂਥ ਘਟੀ ਔਰ ਉਦੋਂ ਬਾਅਦ ਕਰੋਨਾ ਦਾ ਪ੍ਰਕੋਪ ਵੱਧਦਾ ਹੈ, ਤਾਂ ਕੀ ਇਹ ਨਾ ਵੇ ਉਹ ਕਹਿ ਦਿੰਦੇ ਆ ਕਿ ਚੰਗਾ ਹੋਇਆ, ਜੋ ਹੁੰਦਾ ਹੈ ਚੰਗਾ ਹੁੰਦਾ ਹੈ, ਬਲੈਸਿੰਗ ਇਨ ਡਿਸਗਾਈਜ਼ ਅੰਗਰੇਜ਼ੀ 'ਚ ਕਹਿ ਦਿੰਦੇ ਆ। ਕੀ ਇਹ ਤੁਸੀਂ ਮੰਨਦੇ ਹੋ? ਜਿਵੇਂ ਦੇ 5 ਮਹੀਨੇ ਨਿਕਲੇ ਆ ਜੀ, ਦੇਖੋ ਸਾਡੇ ਤੋਂ ਸੀਨੀਅਰ ਲੀਡਰ ਬੈਠੇ ਆ ਉੱਥੇ, ਪਰ ਜੋ ਸਾਨੂੰ ਐਕਸਪੀਰੀਅੰਸ ਹੋਇਆ ਇਹ ਤਾਂ ਜਿਵੇਂ ਕਹਿੰਦੇ ਕਲਾ ਵਰਤਦੀ ਤੇ ਹਰ ਤਰ੍ਹਾਂ ਆਪਣੇ ਆਪ ਹੀ ਉਹਨੂੰ ਪੋਜ਼ਿਟਿਵ ਵਾਲੇ ਪਾਸੇ ਲੈ ਕੇ ਜਾ ਰਹੀ ਹੈ। ਜਿਵੇਂ ਤੁਸੀਂ ਕਿਹਾ, ਜੇ ਸੀਜ਼ਨ ਆਇਆ ਕਣਕ ਦਾ ਸਾਡੇ ਵਾਢੀ ਦਾ ਤਾਂ ਉੱਥੇ ਸਟਰੈਂਥ ਘਟੀ। ਜਿੱਦਣ ਆਪਾਂ 16 17 18 ਨੂੰ ਆਪਣੇ ਕਣਕਾਂ ਵੱਢਣ ਨੂੰ ਲੋਕ ਮੁੜ ਰਹੇ ਸੀ, ਉਦੋਂ ਬਾਅਦ ਬਿਮਾਰੀ ਦਾ ਕਰੋਪ ਵਧਿਆ। 20 25 ਤਰੀਕ ਤੋਂ ਬਾਅਦ ਆਪਾਂ ਜ਼ਿਆਦਾ ਸੁਣਿਆ ਵੀ ਹੋਇਆ। ਤੇ ਰੱਬ ਨੇ ਆਪਣੇ ਆਪ ਹੀ ਲੋਕੀ ਵਾਢੀ ਤੇ ਗਏ ਤੇ ਸਟਰੈਂਥ ਘਟੀ, ਲੋਕੀ ਆਪਣੇ ਆਪਣੇ ਕਮਰਿਆਂ 'ਚ ਰਹੇ ਤੇ ਉਹ ਬਿਮਾਰੀ ਤੋਂ ਬਚੇ ਆ, ਇਹ 'ਚ ਕੋਈ ਸ਼ੱਕ ਨਹੀਂ। ਬਾਕੀ ਇਮਿਊਨਿਟੀ ਸਿਸਟਮ ਸਟਰੋਂਗ ਆ, ਇਹ ਵੀ ਹੈ। ਤੇ ਮੈਨੂੰ ਇਹ ਲੱਗਦਾ ਵੀ ਜਿਹੜੇ ਬੱਚੇ ਨੇ, ਆਮ ਲੋਕ ਉੱਥੇ ਕੇਅਰ ਰੱਖ ਰਹੇ ਨੇ, ਕੇਅਰ ਰੱਖੀ ਜਾ ਰਹੀ ਹੈ, ਮਾਸਕ ਲਾਏ ਜਾ ਰਹੇ ਆ, ਸੈਨੀਟਾਈਜ਼ ਹੋਇਆ ਜਾ ਰਿਹਾ। ਪਰ ਜਿਹੜਾ ਹੁਣ ਪਿਛਲਾ ਹਫਤਾ ਨਿਕਲਿਆ ਇਸ ਹਫਤੇ 'ਚ ਕਾਫੀ ਕੁਛ ਚੇਂਜਿਸ ਆਈਆਂ ਨੇ। ਜਿਵੇਂ ਦੇ ਮਰੀਜ਼ ਤੁਹਾਡੇ ਮੇਰੇ ਨੇੜੇ ਦੇ ਨਜ਼ਦੀਕੀ ਦੇ ਜਦੋਂ ਸੁਣੀਦੇ ਆ ਵੀ ਫਲਾਨਾ ਸੀ ਤੇ ਉਹ ਚਲੇ ਗਿਆ, ਪਰਸੋਂ ਤਾਂ ਬਿਲਕੁਲ ਠੀਕ ਸੀਗਾ, ਤੇ ਉਦੋਂ ਫਿਰ ਡਰ ਫੈਲਦਾ ਹੀ ਫੈਲਦਾ। ਹਿਊਮਨ ਨੇਚਰ ਆ, ਇਨਸਾਨ ਆ, ਤੇ ਆਪਾਂ ਨੂੰ ਸਿਆਣਪ ਵਰਤਣੀ ਚਾਹੀਦੀ ਆ, ਅੜੀ ਨਹੀਂ ਵਰਤਣੀ ਚਾਹੀਦੀ। ਤੁਹਾਡੇ ਹੋਇਆ ਕਿਸੇ ਜਾਣਕਾਰ ਦੀ? ਬਿਲਕੁਲ, ਮੇਰਾ ਯੂਪੀ ਦੇ ਵਿੱਚ ਫਾਰਮ ਆ ਜੀ, ਉੱਤੇ ਨਾਲ ਮਿਲ ਗਿਆ ਬਾਟਾ ਮਟ, ਮੇਰਾ ਭਰਾ ਵਰਗਾ ਮੇਰਾ ਦੋਸਤ ਸੀਗਾ ਤੇ ਉਹ ਗੁਜ਼ਰ ਗਿਆ ਜੀ। 19 ਤਰੀਕ ਨੂੰ ਇਲੈਕਸ਼ਨ ਹੁੰਦੀ ਆ ਉੱਥੇ ਪੰਚਾਇਤ ਦੀ, ਅਤੇ ਮੈਂ ਗਿਆ ਸੀ ਉੱਥੇ, ਮੇਰੀ ਵਾਢੀ ਕਰਨੀ ਸੀ ਕਣਕ ਦੀ। ਉਦੋਂ ਮੈਨੂੰ ਵੇਵ ਕਰਕੇ ਗਿਆ ਤੇ 22 23 ਤਰੀਕ ਨੂੰ ਉਹ ਪੂਰਾ ਹੋ ਗਿਆ। ਇੱਕਦਮ ਹੀ 38 ਸਾਲ ਦਾ ਜਵਾਨ ਆ, ਛੋਟੇ ਛੋਟੇ ਬੱਚੇ ਨੇ, ਤੇ ਇੱਦਾਂ ਹੋਏ ਜੋ ਨੇੜੇ ਦਾ ਬੰਦਾ ਜਾਂਦਾ ਫਿਰ ਦੁੱਖ ਤਾਂ ਲੱਗਦਾ ਜੀ। ਸੰਘਰਸ਼ ਵੱਲ ਵਾਪਸ ਆਉਣਾ, ਕਿਸ ਮੋੜ ਤੇ ਖੜੇ ਹੋ ਹੁਣ ਤੁਸੀਂ? ਕੀ ਸਰਕਾਰ ਦੇ ਨਾਲ ਜਿਹੜੀ ਗੱਲਬਾਤ ਦਾ ਡੈਡਲੌਕ ਹੈ ਉਹ ਹੁਣ ਕਿਸਾਨ ਜਥੇਬੰਦੀਆਂ ਨੂੰ ਵੀ ਮਹਿਸੂਸ ਹੋਣਾ ਸ਼ੁਰੂ ਹੋਇਆ? 22 ਤਰੀਕ ਤੋਂ 23 ਤਰੀਕ ਤੋਂ ਬਾਅਦ ਕੋਈ ਗੱਲਬਾਤ ਨਹੀਂ ਕੀਤੀ। ਬੜੀਆਂ ਅਫਵਾਹਾਂ ਸੀ ਤੁਹਾਡੇ ਮੀਡੀਆ 'ਚ, ਮੈਂ ਕਹੂੰਗਾ ਤੁਸੀਂ ਕਹਿੰਦੇ ਸੀ ਵੀ ਪਰਸੋਂ ਗੱਲਬਾਤ ਹੋਊਗੀ, ਚੌਥੇ ਆਮ ਮੀਡੀਆ 'ਚ ਗੱਲ ਚੱਲ ਜਾਂਦੀ ਹੈ। ਮੈਂ ਕਿਸੇ ਇੱਕ ਤੇ ਨਹੀਂ ਇਲਜ਼ਾਮ ਲਾਉਂਦਾ, ਤੇ ਉਹ ਕਹਿਣ ਆ ਜਾਂਦੇ ਆ ਵੀ ਬੈਕ ਸਾਈਡ ਤੇ ਇਹਨਾਂ ਦੀ ਕੋਈ ਲੀਡਰਾਂ ਦੀ ਅਨਆਫੀਸ਼ੀਅਲੀ ਮੀਟਿੰਗਸ ਹੋ ਰਹੀਆਂ ਨੇ। ਕੁਛ ਗੱਲਾਂ ਵੀ ਆਈਆਂ ਸੀ, ਕਿਉਂਕਿ ਕੁਛ ਬਿਆਨ ਵੀ ਆ ਜਾਂਦੇ, ਹਰਜੀਤ ਗਰੇਵਾਲ ਜੀ ਬਿਆਨ ਦੇ ਦਿੰਦੇ ਅਸੀਂ ਗੱਲ ਕਰ ਰਹੇ ਹਾਂ, ਜਾਂ ਕੋਈ ਦੂਜਾ ਬਿਆਨ ਦੇ ਦਿੰਦਾ ਵੀ ਤੁਸੀਂ ਘੱਟ ਮੈਂਬਰ ਲੈ ਕੇ ਸਾਡੇ ਨਾਲ ਮੀਟਿੰਗ ਕਰਨ ਆ ਜਾਓ, ਜਿਹੜਾ ਕਿ ਆਪਾਂ ਫੈਸਲਾ ਮੰਨਿਆ ਨਹੀਂ ਹੋਇਆ ਵੀ ਛੋਟੀ ਕਮੇਟੀ ਬਣਾਓ, ਛੋਟੀ ਕਮੇਟੀ ਸਾਡੇ ਨਾਲ ਗੱਲ ਕਰੂਗੀ। ਉਹੋ ਜਿਹੀਆਂ ਗੱਲਾਂ ਉਹਨਾਂ ਦੇ ਬਿਆਨ ਅਖਬਾਰਾਂ 'ਚ ਆਏ ਸੀਗੇ। ਅੱਜ ਤੱਕ ਕੋਈ ਮੀਟਿੰਗ ਨਹੀਂ ਹੋਈ, ਕੋਈ ਸਰਕਾਰ ਨੇ ਗੱਲ ਨਹੀਂ ਕੀਤੀ। ਲੱਗਣ ਇਹ ਲੱਗ ਗਿਆ ਸੀ ਵੀ ਇਹ ਲੋਕ ਬੀਜੇਪੀ ਸਰਕਾਰ ਇਲੈਕਟੋਰਲ ਪੋਲੀਟਿਕਸ 'ਤੇ ਵੀ ਬਿਲੀਵ ਕਰਦੀ ਆ, ਕਿਉਂਕਿ ਜਦੋਂ ਉਹਨਾਂ ਨੂੰ ਕੁਐਸਚਨਿੰਗ ਕਰਦੇ ਸੀ ਵੀ ਤੁਸੀਂ GST ਲਾਤਾ ਸੀ, ਉਹ ਕਹਿੰਦੇ GST ਅਸੀਂ ਲਾਤਾ, ਸਾਨੂੰ ਦੇਖੋ ਪਾਰਲੀਮੈਂਟ ਜਿੱਤ ਗਏ, ਅਸੀਂ ਨੋਟਬੰਦੀ ਕੀਤੀ, ਅਸੀਂ ਪਾਰਲੀਮੈਂਟ ਜਿੱਤ ਗਏ, ਫਲਾਨੀ ਜਗ੍ਹਾ ਅਸੀਂ ਅਸੈਂਬਲੀ ਜਿੱਤ ਗਏ, ਫਲਾਨੀ ਜਗ੍ਹਾ ਕਾਰਪੋਰੇਸ਼ਨ ਜਿੱਤ ਗਏ। ਉਹ ਇਲੈਕਟੋਰਲ ਪੋਲੀਟਿਕਸ ਦਾ ਆਨਸਰ ਦਿੰਦੇ ਸੀ। ਤਾਂ ਉਹਨਾਂ ਦੇ ਇੱਕ ਆਨਸਰ ਦੇਣ ਨੂੰ ਅਸੀਂ ਤਿਆਰੀ ਕੀਤੀ ਵੀ ਜਦੋਂ 5 ਸਟੇਟਾਂ 'ਚ ਸਰਕਾਰ ਬਣਨ ਲੱਗੀ ਵੀ ਇਹਨਾਂ ਨੂੰ ਇਲੈਕਟੋਰਲ ਤਰੀਕੇ ਨਾਲ ਹੀ ਆਨਸਰ ਦਿੱਤਾ ਜਾਵੇ, ਜਿੱਥੇ ਕਿ ਅਸੀਂ ਪੋਲੀਟੀਕਲ ਨਹੀਂ ਹੈ, ਇਸ ਦਾ ਜਥੇਬੰਦੀ ਆ, ਪ੍ਰੈਸ਼ਰ ਗਰੁੱਪ ਆ। ਪਰ ਉਹਨਾਂ ਨੂੰ ਉਹ ਭਾਸ਼ਾ ਉਹ ਸਮਝ ਆਉਂਦੀ, ਲੈਂਗੁਏਜ ਉਹ ਸਮਝ ਆਉਂਦੀ ਸੀ ਵੀ ਉਸ ਤਰ੍ਹਾਂ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਬੰਗਾਲ ਤੱਕ ਵੀ ਗਏ, ਅਸਾਮ ਤੱਕ ਵੀ ਗਏ, ਜਿੱਥੇ ਤੱਕ ਇਲੈਕਸ਼ਨਾਂ ਹੋਈਆਂ ਸਾਰੇ ਜਗ੍ਹਾ ਸਾਡੇ ਲੀਡਰ ਜਿਵੇਂ ਜਿਵੇਂ ਡਿਊਟੀਆਂ ਲੱਗੀਆਂ ਸਾਰੇ ਗਏ, ਤੇ ਉਸ ਦੇ ਨਤੀਜੇ ਵੀ ਆਏ ਆ ਸਾਹਮਣੇ। ਯੂਪੀ ਦੇ ਵਿੱਚ ਇੱਕ ਬਹੁਤ ਵੱਡਾ ਬਰੋਡ ਇਹਨਾਂ ਦਾ ਆਪਾਂ ਕਹਿ ਲਈਏ ਸ਼ੁਰੂ ਤੋਂ ਕਿਹਾ ਜਾਂਦਾ, ਜਿਹਨੇ ਯੂਪੀ ਜਿੱਤ ਲਈ ਉਹ ਹਿੰਦੁਸਤਾਨ 'ਚ ਆਪਣਾ ਰਾਜ ਬਣਾ ਸਕਦਾ, ਇੰਡੀਆ 'ਚ ਰਾਜ ਬਣਾ ਸਕਦਾ। 80 ਸੀਟਾਂ ਨੇ ਜੀ ਪਾਰਲੀਮੈਂਟ ਦੀਆਂ, ਉੱਥੇ ਹੁਣ 80 ਸੀਟਾਂ ਦੇ ਵਿੱਚੋਂ ਜੋ ਸਰਪੰਚੀਆਂ ਹਾਰਨੀਆਂ ਬਹੁਤ ਵੱਡਾ ਫੈਕਟਰ ਆ ਇੱਕ, ਜਿਹੜਾ ਆਪਾਂ ਸੋਚ ਸਕਦੇ ਹਾਂ ਵੀ ਪਾਰਲੀਮੈਂਟ ਦੇ ਵਿੱਚ ਇੱਕ ਚੰਗੀ ਉੱਥੇ ਲੀਡ ਲੈਣੀ, ਉਸ ਤੋਂ ਬਾਅਦ ਅਸੈਂਬਲੀ ਦੇ ਵਿੱਚ ਇੱਕ ਚੰਗੀ ਲੀਡ ਲੈਣੀ। ਅੱਜ ਪੰਚਾਇਤਾਂ ਵਿੱਚ ਹਾਰਨਾ, ਤੇ ਉਹ ਕਿਸਾਨੀ ਮੁੱਦੇ, ਪੰਚਾਇਤਾਂ ਕਿਸਾਨਾਂ ਦੀਆਂ ਹੁੰਦੀਆਂ, ਕਿਸਾਨਾਂ ਦੇ ਵਿੱਚ ਹਰ ਧਰਮ ਹਰ ਜਾਤ ਪਾਤ ਦਾ ਆਦਮੀ ਹੈਗਾ, ਉਹ ਸਾਰੇ ਕਿਸਾਨਾਂ ਨੇ ਇਹਨਾਂ ਦੇ ਅਗੇਂਸਟ ਵੋਟ ਦਿੱਤੀ, ਤੇ ਉਹ ਚੀਜ਼ ਸਾਹਮਣੇ ਆ ਗਈ। ਇਲੈਕਟੋਰਲ ਪੋਲੀਟਿਕਸ ਜੀ ਉਹ ਨਾ ਸਮਝ ਸਕੇ ਹੁਣ, ਤਾਂ ਆਉਣ ਵਾਲੇ ਸਮੇਂ 'ਚ ਉਹਨਾਂ ਨੂੰ ਸਮਝਾ ਚੁੱਕੇ ਆ। ਜੇ ਹਾਲੇ ਵੀ ਉਹ ਗੱਲ ਨਹੀਂ ਕਰ ਰਹੇ ਤਾਂ ਇਹ ਗੱਲ ਸਾਬਤ ਹੋ ਗਈ ਆ, ਜਿਹੜੀ ਕਿਹਾ ਜਾਂਦਾ ਸੀ ਵੀ ਕਿਸਾਨ ਜਥੇਬੰਦੀਆਂ ਗੁੰਮਰਾਹ ਕਰਕੇ ਲੈ ਕੇ ਆਈਆਂ ਲੋਕਾਂ ਨੂੰ ਦਿੱਲੀ ਦੇ ਬਾਰਡਰਾਂ ਤੱਕ। ਅੱਜ ਉਹ ਸਟੇਟਸ ਜਾ ਚੁੱਕੀਆਂ, ਜਿਹੜੀਆਂ ਸਟੇਟਸ 'ਚ ਨਹੀਂ ਐਜੂਕੇਸ਼ਨ ਹੁੰਦੀ ਸੀ। ਪੰਜਾਬ ਤੋਂ ਇਲਾਵਾ ਦੀ ਗੱਲ ਕਰ ਰਹੇ ਆਪਾਂ, ਵੈਸਟ ਬੰਗਾਲ ਜਾ ਚੁੱਕੀ ਹੈ, ਯੂਪੀ ਜਾ ਚੁੱਕੀ ਹੈ, ਰਾਜਸਥਾਨ ਜਾ ਚੁੱਕੀ ਹੈ। ਤਾਂ ਇਹ ਸਰਕਾਰ ਗੱਲ ਨਾ ਕਰਨਾ, ਇਹਨਾਂ ਦੀ ਅੜੀ ਕਰਨਾ, ਕਾਰਪੋਰੇਟ ਘਰਾਣਿਆਂ ਨੇ ਬਣਾਈ ਹੋਈ ਸਰਕਾਰ ਸਿੱਧੀ ਸਾਬਤ ਹੋ ਰਹੀ ਹੈ।
ਨਹੀਂ ਕੋਈ ਸਰਕਾਰ ਇਹੋ ਜਿਹੀ ਨਹੀਂ ਹੁੰਦੀ, ਕੋਈ ਪੋਲੀਟੀਕਲ ਪਾਰਟੀ ਇਹੋ ਜਿਹੀ ਨਹੀਂ ਹੁੰਦੀ ਜਿਹੜੀ ਆਵਾਮ ਦੀ ਆਵਾਜ਼ ਨਾ ਸੁਣੇ। ਆਵਾਮ ਦੀ ਆਵਾਜ਼ ਵੀ ਚੇਂਜ ਹੋ ਗਈ। ਜਿਹੜੀ ਕਹਿੰਦੇ ਸੀ ਵੀ, ਜਿਹੜੀ ਮੈਂ ਕਹਿਣਾ ਚਾਹੁੰਦਾ ਵੀ ਇਲੈਕਟੋਰਲ ਪੋਲਿਟਿਕਸ ਸਮਝਦੇ ਸੀ, ਉਹ ਵੀ ਸਮਝਾਤੀ। ਆਉਣ ਵਾਲੇ ਸਮੇਂ 'ਚ ਮੈਂ ਸਮਝਦਾ ਵੀ ਸਰਕਾਰ ਇਦੋਂ ਵੱਧ ਘਾਟਾ ਸ਼ਾਇਦ ਨਾ ਸਵੇ। ਥੋੜ੍ਹੇ ਦੇਰ ਤੱਕ ਮੈਂ ਹੁਣ ਵਰਡ ਤਾਂ ਨਹੀਂ ਕਹਿ ਸਕਦਾ ਵੀ 5-10 ਦਿਨਾਂ ਜਾਂ ਕਿੰਨੇ ਦਿਨਾਂ 'ਚ, ਲੱਗਦਾ ਵੀ ਹੁਣ ਸਰਕਾਰ ਗੱਲ ਕਰੂਗੀ। ਤੁਸੀਂ ਚਾਹੁੰਦੇ ਹੋ, ਜਥੇਬੰਦੀਆਂ ਚਾਹੁੰਦੀਆਂ ਵੀ ਸਰਕਾਰ ਗੱਲ ਕਰੇ? ਦੇਖੋ ਕਿਉਂ ਨਹੀਂ ਚਾਹੁੰਦੇ, ਇਹ ਮੁੱਕਣ ਵਾਲੀ ਕਿਹੜੀ ਗੱਲ ਆ? ਇੱਥੋਂ ਗਏ ਸਰਕਾਰ ਨਾਲ ਗੱਲ ਕਰਨੀ ਆ। ਅਸੀਂ ਦਿੱਲੀ ਦਾ ਰਾਹ ਰੋਕ ਕੇ ਉੱਥੇ ਦਿੱਲੀ ਤੋਂ ਕੀ ਲੈਣਾ? ਲੱਗ ਰਿਹਾ ਸਰਕਾਰ ਨੂੰ ਹੁਣ ਕੋਈ ਅਸਰ ਨਹੀਂ ਪੈ ਰਿਹਾ, ਸਰਕਾਰ ਨੂੰ ਬੈਠਿਆਂ ਦਾ ਇੰਨੇ ਚਿਰ ਦਾ ਕੋਈ ਅਸਰ ਨਹੀਂ। ਕੀ ਤੁਹਾਨੂੰ ਲੱਗਦਾ ਬੰਗਾਲ ਦੀਆਂ ਚੋਣਾਂ ਤੱਕ ਕਿਸ ਤਰ੍ਹਾਂ ਸੀਗਾ, ਦੁਬਾਰਾ ਆਊਗੀ ਸਰਕਾਰ ਗੱਲ ਕਰਨ? ਸਾਨੂੰ ਐ ਲੱਗਿਆ ਵੀ ਇਲੈਕਟੋਰਲ ਪੋਲਿਟਿਕਸ ਸਮਝ ਆ ਰਹੀ ਹੈ, ਤੇ ਇਸ ਚੋਣਾਂ ਤੱਕ 2 ਤਰੀਕ ਨੂੰ ਬੜਾ ਇੰਪੋਰਟੈਂਟ ਮੰਨਿਆ ਗਿਆ ਸੀ ਵੀ ਇਲੈਕਸ਼ਨ ਆਊਗੀ ਤੇ ਦੇਖਦੇ ਆ ਵੀ ਉਦੋਂ ਬਾਅਦ ਸਰਕਾਰ ਫਸਦੀ ਆ। ਅੱਜ ਆਪਾਂ ਹੁਣ 5-6 ਦੇ ਨੇੜੇ ਬੈਠੇ ਆ, ਦੇਖੋ ਸਰਕਾਰ ਬੁਲਾਉਂਦੀ ਆ, ਪਰ ਮੈਂ ਇਹ ਸਮਝਦਾ ਵੀ ਸਰਕਾਰ ਨੂੰ ਬੁਲਾਉਣਾ ਚਾਹੀਦਾ ਇਲੈਕਸ਼ਨ ਤੌਰ ਤੇ ਨਹੀਂ, ਇਲੈਕਟੋਰਲ ਪੋਲਿਟਿਕਸ ਤੌਰ ਤੇ ਨਹੀਂ। ਇਹ ਤਾਂ ਇੱਕ ਲੈਂਗੁਏਜ ਸੀ, ਜਿਹੜੀ ਲੈਂਗੁਏਜ ਉਹ ਸਮਝਦੇ ਸੀ, ਉਹ ਲੈਂਗੁਏਜ ਸਮਝਾ, ਉਹ ਲੈਂਗੁਏਜ ਆਪਾਂ ਬੋਲ ਰਹੇ ਹਾਂ ਅੱਜ। ਪਰ ਆਵਾਮ ਦੀ ਆਵਾਜ਼, ਬੀਜੇਪੀ ਬੰਗਾਲ 'ਚ ਕਿਸਾਨ ਐਜੀਟੇਸ਼ਨ ਕਰਕੇ ਹਾਰੀ। ਬਿਲਕੁਲ ਇਹਦੇ 'ਚ ਕੋਈ ਸ਼ੱਕ ਤਾਂ ਲੱਗ ਨਹੀਂ ਰਿਹਾ। ਤੁਸੀਂ ਉਹਦੀ ਇਲੈਕਟਰਲ ਪੋਜੀਸ਼ਨ ਮੰਗਾਓ, ਉਹਦੀਆਂ ਸੀਟਾਂ ਦੀ ਪੋਜੀਸ਼ਨ ਮੰਗਾਓ। ਜਿਹੜੀਆਂ ਪੇਂਡੂ ਸੀਟਾਂ ਨੇ ਉੱਥੇ ਬੀਜੇਪੀ ਸਾਰੀ ਜਗ੍ਹਾ ਹਾਰੀ ਹੈ, ਜਿਹੜੀ ਸ਼ਹਿਰੀ ਸੀਟਾਂ ਉਹ ਜਿੱਤੀ ਹੈ। ਇੱਕ ਬੜਾ ਵੱਡਾ ਫੈਕਟਰ ਹੈ ਇਹ। ਉਹ ਕਹਿੰਦੇ ਆ ਵੀ ਅਸੀਂ ਜਿੱਤੇ ਹਾਂ, ਅਸੀਂ ਪਲੱਸ ਹੋਏ ਹਾਂ, ਇਹ ਵੀ ਬੜਾ ਵੱਡਾ ਇੱਕ ਫੈਕਟਰ ਆ ਰਿਹਾ। ਮੈਂ ਹੁਣ ਜੇ ਇਲੈਕਟੋਰਲ ਪੋਲਿਟਿਕਸ ਦੀ ਗੱਲ ਕਰਦੀ ਹੈ ਤਾਂ ਉਹ ਆਪਾਂ ਵਿੱਚ ਗੱਲ ਰਹਿ ਨਾ ਜਾਵੇ। ਬੜੀ ਚੱਲੀ ਉੱਧਰ ਵੀ EVM ਦੇਖੋ ਜੀ ਸਹੀ ਆ, ਬੀਜੇਪੀ ਵੱਲੋਂ ਪ੍ਰਚਾਰ ਹੈ EVM ਸਹੀ, ਦੇਖੋ ਜੀ ਉਹ ਮਮਤਾ ਜੀ ਜਿੱਤ ਗਏ, EVM ਸਹੀ ਆ। ਮੈਂ ਉਦੋਂ ਵੀ ਵੱਡੇ ਨੈਸ਼ਨਲ TV ਤੇ ਕਿਹਾ ਸੀ, ਅੱਜ ਵੀ ਅਸੀਂ EVM ਦੇ ਉਲਟਾ, ਅਸੀਂ ਕੱਲ੍ਹ ਵੀ EVM ਦੇ ਉਲਟਾ, ਅੱਜ ਵੀ EVM ਉਹਨਾਂ ਨੇ ਵਰਤਿਆ। ਜਿਹੜੀ ਜਗ੍ਹਾ ਤੋਂ ਉਹਨਾਂ ਨੂੰ 10-15 ਸੀਟਾਂ ਮਿਲਣੀਆਂ ਸੀ, 90 ਦੇ ਨੇੜੇ ਸੀਟਾਂ ਲੈ ਗਏ। ਇਹ EVM ਦਾ ਤਮਾਸ਼ਾ ਹੀ ਆ। ਉਹਨਾਂ ਨੇ ਅੱਜ ਇਹ ਵੀ ਹੋ ਸਕਦਾ, ਸ਼ੰਕਾ ਮੈਂ ਕਰ ਰਿਹਾ, ਸਰਕਾਰ ਬਣਾ ਲੈਂਦੇ ਉਹ ਸਰਕਾਰ ਬਣਾਉਣੀ ਚਾਹੁੰਦੇ ਸੈਂਟਰਲ ਦੀ। ਮੈਂ ਆਪਣੇ ਵੱਲੋਂ ਪਰਸਨਲ ਦੱਸ ਰਿਹਾ, ਮੇਰਾ ਪੁਆਇੰਟ ਆਫ ਵਿਊ ਜਿੱਦਣ 90 ਆਇਆ ਮੈਂ ਉਦੋਂ ਹੀ ਲਾਇਆ। ਮੈਂ ਕਿਹਾ ਆ ਜਾਣ ਕੇ ਮਮਤਾ ਨੂੰ ਜਿਤਾ ਕੇ ਕੱਲ੍ਹ ਨੂੰ EVM ਨੂੰ ਵਰਤਣਗੇ ਸੈਂਟਰ ਸਰਕਾਰ ਦੁਆਰਾ 24 'ਚ ਬਣਾਉਣ ਵਾਸਤੇ। ਆਪਾਂ ਨੂੰ ਭਰੋਸਾ ਜਤਾ ਦੇਣਗੇ ਵੀ ਹਾਂ EVM ਤਾਂ ਸਹੀ ਆ। ਲੋਕੀ ਤਾਂ ਕਹਿਣ ਲੱਗੇ EVM ਸਹੀ ਆ ਜੀ, ਜਦੋਂ ਮਮਤਾ ਜੀ ਜਿੱਤ ਗਏ। ਅੱਜ ਇੱਕ ਸਟੇਟ 'ਚ ਮਮਤਾ ਨੂੰ ਬਣਾ ਕੇ ਤੇ ਕੱਲ੍ਹ ਨੂੰ ਸੈਂਟਰ ਸਰਕਾਰ ਫੇਰ ਇਹਨਾਂ ਦੇ ਹੱਥੇ ਪਾ ਦਈ। ਅਮਰੀਕਾ ਵਰਗੀਆਂ ਕੰਟਰੀਜ਼ EVM ਨਹੀਂ ਯੂਜ਼ ਕਰ ਰਹੀਆਂ, ਬੈਲਟ ਪੇਪਰ ਯੂਜ਼ ਕਰ ਰਹੀਆਂ ਨੇ, ਫਿਰ ਆਪਾਂ ਕਿਉਂ ਕਰ ਰਹੇ ਹਾਂ? ਉਹਨਾਂ ਨੇ ਉੱਥੇ G5 ਹਾਲੇ ਚਲਾਇਆ ਨਹੀਂ, ਆਪਾਂ ਪਹਿਲਾਂ ਟਰਾਇਲ ਦੇਈ ਜਾਂਦੇ ਹਾਂ। ਕਈ ਚੀਜ਼ਾਂ 'ਚ ਆਪਾਂ ਜ਼ਿਆਦਾ ਐਡਵਾਂਸ ਹੋ ਰਹੇ ਹਾਂ ਜਿੱਥੇ ਲੋੜ ਨਹੀਂ। EVM ਇੱਕ ਝੋਟਾ ਬੁੱਗੀ ਦੇ ਉੱਤੇ ਲੱਦ ਕੇ ਸਟੇਸ਼ਨ ਤੱਕ ਪਹੁੰਚਾਈ ਜਾ ਰਹੀ ਹੈ, ਅਤੇ ਉੱਥੇ ਜਿੱਥੇ ਕੋਈ ਸਾਧਨ ਸੜਕ ਦਾ ਨਹੀਂ, ਸਾਧਨ ਬਿਜਲੀ ਦਾ ਨਹੀਂ, ਉੱਥੇ EVM ਪਹੁੰਚਾ ਕੇ ਰਾਜ ਕਰ ਰਹੇ। ਇਹ ਕਿਹੜਾ EVM ਹੋ ਗਿਆ? ਇਹੋ ਜਿਹੀ ਜਗ੍ਹਾ ਬੰਗਾਲ EVM ਦੇ ਉਹ ਡੱਬੇ ਪਹੁੰਚੇ ਜਿੱਥੇ ਸਾਧਨ ਨਹੀਂ ਸੀ ਜਾਣਦਾ, ਅਤੇ ਜਿੱਥੇ ਸਾਧਨ ਜਾਣਦਾ ਨਹੀਂ ਸੀ ਉੱਥੇ ਵੋਟ ਪਾਉਣ ਨੂੰ ਅੰਦਰ ਲਾਈਟ ਨਹੀਂ, ਕੋਈ ਕਮਰਾ ਨਹੀਂ, ਝੁੱਗੀ ਥੱਲੇ EVM ਰੱਖ ਕੇ ਤੁਸੀਂ ਵੋਟ ਪਵਾ ਰਹੇ ਹੋ। ਇਹ ਕਿਹੜਾ ਐਡਵਾਂਸਮੈਂਟ ਆ? ਕੀ ਉਹ ਲੋਕ EVM ਨੂੰ ਸਮਝਣਗੇ? ਕੀ ਸਮਝਿਆ, ਕੀ ਨਾ ਸਮਝਿਆ ਜਾਊਗਾ? ਕਿ ਕਿਸਾਨ ਆਗੂ ਜਿਹੜਾ ਇਲੈਕਸ਼ਨ ਲੜਨ ਉਹ ਬੈਲਟ ਪੇਪਰ ਤੇ ਹੋਵੇ। ਨਹੀਂ, ਕਿਸਾਨ ਆਗੂ ਲੜੇ ਨਾ ਲੜੇ, ਪਰ ਜਿਹੜਾ ਵੀ ਬੰਦਾ ਲੜੇ EVM ਤੇ ਸਾਡਾ, ਅਸੀਂ ਰਿਟ ਵੀ ਪਾਈ ਹੋਈ ਆ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੱਲੋਂ। ਅਸੀਂ ਚਾਹੁੰਦੇ ਹਾਂ EVM ਬੰਦ ਹੋਣਾ ਚਾਹੀਦਾ, ਬੈਲਟ ਪੇਪਰ ਤੇ ਇਲੈਕਸ਼ਨ ਹੋਣੀ ਚਾਹੀਦੀ ਆ। ਇਹ ਬਹੁਤ ਵੱਡਾ ਫੈਕਟਰ ਆਊਗਾ ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ ਜੋ ਸਰਕਾਰਾਂ ਬਣਦੀਆਂ ਨੇ ਉਸ ਦਿਨ ਜਦੋਂ ਸਵੇਰੇ ਨਤੀਜੇ ਆਉਂਦੇ, ਉਹ ਨਤੀਜੇ ਹੋਰ ਹੋ ਜਾਂਦੇ ਨੇ। ਉਹ ਨਤੀਜੇ ਹੋਰ ਹੋਏ ਨੇ, ਸ਼ੰਕੇ ਐਵੇਂ ਨਹੀਂ ਹੋਏ। ਸ਼ੰਕੇ ਤਾਂ ਹੋਇਆ ਵੀ ਲੋਕਾਂ ਜਦੋਂ ਘੁੰਮੀ ਦਾ ਤਾਂ ਗੱਲ ਹੋਰ ਆ। ਇਲੈਕਟੋਰਲ ਪੋਲਿਟਿਕਸ ਜਦੋਂ ਨਿਕਲ ਕੇ ਨਤੀਜੇ ਆਉਂਦੇ, ਨਤੀਜੇ ਹੋਰ ਹੋ ਜਾਂਦੇ ਨੇ। ਲੋਕ ਕਹਿੰਦੇ ਆ ਮਮਤਾ ਜੀ ਜਿੱਤ ਗਏ, ਸੀਟਾਂ ਵੱਧ ਲੈ ਗਏ। ਮੈਂ ਕਹਿੰਦਾ ਵੀ ਇਹ ਜਿਹੜੀਆਂ 90 ਲੈ ਗਏ, ਇਹ ਕਿੱਥੋਂ ਲੈ ਗਏ? ਇਹ ਕਿੱਥੋਂ ਚਲੇ ਗਏ ਉੱਥੇ 90 ਲੈ ਕੇ? 90 ਹੀ ਲੈਣੀਆਂ ਗਲਤ ਨੇ। ਜੇ ਅੱਜ ਆਪਾਂ ਐਨਾਲਾਈਜ਼ ਕਰੀਏ, ਸਾਰਾ ਹਿਸਾਬ ਲਾਈਏ ਵੀ 90 ਵੀ ਕਿਵੇਂ ਆ ਗਈ ਜਾਂ ਪਹਿਲਾਂ ਨਹੀਂ ਸੀਗੀਆਂ। ਜਿੱਥੇ ਕਿ ਜੇ ਪਹਿਲਾਂ ਨਹੀਂ ਸੀਗੀਆਂ, ਮਮਤਾ ਜੀ ਦੀ ਸੀਟਾਂ ਵੱਧ ਰਹੀਆਂ ਨੇ। ਜੇ ਉਹ ਵਧੀਆਂ ਨੇ ਤਾਂ ਫਿਰ ਇਹਨਾਂ ਦੀ ਕਿਉਂ ਵਧੀਆਂ? ਕਾਂਗਰਸ ਕਿੱਥੇ ਗਈ? ਕਮਿਊਨਿਸਟ ਕਿੱਥੇ ਗਏ? ਹੋਰ ਕਿਤੇ ਆਜ਼ਾਦ ਸੀ ਉਹ ਕਿੱਥੇ ਗਏ? ਸਾਰੇ ਇਹਨਾਂ ਦੀ ਝੋਲੀ 'ਚ ਪੈ ਗਏ। ਇਹ ਵਾਪਸ ਆਉਣਾ। ਮੈਂ ਇੱਕ ਵੱਡਾ ਸਵਾਲ ਇਹ ਉੱਠਦਾ ਕਿ ਗਏ ਤਾਂ ਬਿੱਲ ਰੱਦ ਕਰਾਉਣ ਸੀਗੇ ਪਿਛਲੇ 2-3 ਮਹੀਨਿਆਂ ਤੋਂ, ਖਾਸ ਤੌਰ ਤੇ 26 ਜਨਵਰੀ ਤੋਂ ਬਾਅਦ ਦੀਆਂ ਕਿਸਾਨ ਆਗੂਆਂ ਦੀਆਂ ਸਟੇਟਮੈਂਟਾਂ ਹੋਣ, ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਤੋਂ ਸਪੀਚਾਂ ਹੋਣ, ਇੱਕ ਦੂਜੇ ਦੇ ਖਿਲਾਫ ਹੈ। ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਤੁਹਾਨੂੰ ਵੀ ਪਤਾ ਕਿਹਦੇ ਖਿਲਾਫ ਕੀ ਹੋ ਰਿਹਾ ਉੱਥੇ। ਸਰਕਾਰ ਦੇ ਖਿਲਾਫ ਸਪੀਚਾਂ, ਸਰਕਾਰ ਦੇ ਖਿਲਾਫ ਗੱਲਬਾਤ, ਸਰਕਾਰ ਨੂੰ ਚੈਲੰਜ, ਉਹ ਮੰਨਫੀ ਕਿਉਂ ਹੋ ਗਿਆ? ਜਿਹੜੀਆਂ ਈਗੋ ਪ੍ਰੋਬਲਮ ਹੁੰਦੀ ਹੈ ਨਾ ਜੀ, ਇਹ ਬਹੁਤ ਵੱਡੀ ਭੈੜੀ ਬਿਮਾਰੀ ਆ। ਇਹ ਤਾਂ ਘਰ ਉੱਜੜ ਜਾਂਦੇ ਆ, ਦੇਸ਼ ਉੱਜੜ ਜਾਂਦੇ ਆ, ਪਿੰਡ ਉੱਜੜ ਜਾਂਦੇ ਆ ਈਗੋ ਪਿੱਛੇ। ਅੱਜ ਆਪਾਂ ਐਨਾਲਾਈਜ਼ ਕਰ ਰਹੇ ਹਾਂ, ਹਾਲੇ ਅਸੀਂ ਲੜਾਈ ਦੇ ਮੈਦਾਨ 'ਚ, ਕਈ ਗੱਲਾਂ ਅੱਜ ਨਹੀਂ ਬੋਲ ਸਕਦੇ, ਨਾ ਬੋਲਣੀ ਚਾਹੀਦੀਆਂ ਨੇ। ਕਦੀ ਮੈਦਾਨ ਲੜਾਈ 'ਚ ਹੋਈਏ, ਚੜ੍ਹਦੀ ਕਲਾ 'ਚ ਰਹਿਣਾ ਚਾਹੀਦਾ।
ਮੈਦਾਨ ਜਿੱਤਣ ਦੀ ਹਮੇਸ਼ਾ ਉਮੀਦ ਰੱਖਣੀ ਚਾਹੀਦੀ ਹੈ, ਤੇ ਉਮੀਦ ਪੂਰੀ ਹੈ ਵੀ ਇਹ ਜਿੱਤ ਕੇ ਆਵਾਂਗੇ। ਪਰ ਇਹ ਨਹੀਂ ਹੁੰਦਾ ਵੀ ਹਰ ਲੜਾਈ ਦੇ ਵਿੱਚ ਆਪਾਂ ਗਲਤੀ ਕੀਤੀ ਹੋਈ ਨਹੀਂ। ਜਿੰਨੀਆਂ ਵਰਲਡ ਵਾਰਾਂ ਕਿਸੇ ਨੇ ਜਿੱਤੀਆਂ ਵੀ ਨੇ, ਉਹਨਾਂ ਨੇ ਵੀ ਗਲਤੀਆਂ ਕੀਤੀਆਂ ਹੋਣਗੀਆਂ। ਇਹ ਇੱਕ ਬਹੁਤ ਵੱਡਾ ਤੁਹਾਡਾ ਕੁਐਸਚਨ ਆ, ਜਿਹੜੀ ਬਹੁਤ ਵੱਡੀ ਗਲਤੀ ਆ। ਅੱਜ ਵੀ ਮੰਨਾਂਗੇ, ਜਿੱਦਣ ਜਿੱਤ ਕੇ ਆਏ ਉਦਣ ਵੀ ਮੰਨਾਂਗੇ। ਇਹਦੀ ਈਗੋ ਕਿਹਦੇ ਚ ਹੈ? ਇਹ ਸਾਰਿਆਂ ਦੇ ਸਾਹਮਣੇ ਆਈ ਆ, ਸਾਰਿਆਂ ਦੇ ਸਾਹਮਣੇ। ਆਗੂਆਂ ਚ ਹੈ, ਜਥੇਬੰਦੀਆਂ ਦੇ? ਜੇ ਨਾ ਹੁੰਦੀ ਤਾਂ ਫਿਰ ਇੱਕ ਦੂਜੇ ਦੋਸ਼ ਕਿਉਂ ਲਾਉਂਦੇ? ਜਦੋਂ ਆਪਾਂ ਇਹ ਕਹਿ ਕੇ ਤੁਰੇ ਆ ਵੀ ਆਪਣੀ ਆਈਡੀਓਲੋਜੀ ਅਲੱਗ ਆ, ਆਪਣਾ ਸੋਚਣਾ ਨਜ਼ਰੀਆ ਅਲੱਗ ਆ, ਆਪਣੀ ਅਪਰੋਚ ਆਫ ਐਜੀਟੇਸ਼ਨ ਅਲੱਗ ਆ, ਫਿਰ ਆਪਾਂ ਅਲੱਗ-ਅਲੱਗ ਹੋਣ ਦੇ ਬਾਅਦ ਇੱਕ ਇਕਸਾਰ ਹੋਏ ਆ, ਇੱਕ ਸਮੂਹ ਹੋਏ ਆ, ਫੈਸਲੇ ਲੈ ਰਹੇ ਆ। ਜੇ ਇੱਕ ਫੈਸਲਾ ਲੈ ਰਹੇ ਆ ਤਾਂ ਉਹਦੇ ਵਿੱਚ ਜੇ 32 ਜਥੇਬੰਦੀਆਂ ਬੈਠੀਆਂ ਜਾਂ ਬਾਹਰੋਂ ਜਿਹੜੀਆਂ ਸਾਡੀਆਂ ਹੈਲਪਿੰਗ ਪਾਵਰ ਸੀਗੀਆਂ ਉਹ ਬੈਠੀਆਂ, 32 ਵਿੱਚੋਂ ਵੀ ਕੁਝ ਲੋਕ ਹੋ ਸਕਦੇ ਆ ਵੀ ਨਾ ਉਹਨਾਂ ਨੂੰ ਫੈਸਲਾ ਮਨਜ਼ੂਰ ਹੋਵੇ, ਜਿਹੜੇ ਵੀ ਨਿੱਕੇ ਨਿੱਕੇ ਫੈਸਲੇ ਲੈਂਦੇ ਆ, ਤੇ ਪਰ ਬਾਹਰੋਂ ਵੀ ਹੋ ਸਕਦਾ ਵੀ ਨਾ ਮਨਜ਼ੂਰ ਹੋਵੇ, ਪਰ ਉਹ ਰਿਸਪੈਕਟ ਕਰਦੇ ਸੀ ਇਸ ਫੈਸਲਿਆਂ ਦਾ, ਇਹਨਾਂ ਜਥੇਬੰਦੀਆਂ ਦਾ। ਰਿਸਪੌਂਸੀਬਲ ਹੋ ਕੇ ਗਾਂਹ ਅੱਗੇ ਲੈ ਕੇ ਜਾਣਾ SKM ਨੂੰ ਜ਼ਰੂਰੀ ਵੀ ਹੁੰਦਾ। ਕਈ ਵਾਰੀ ਲੋਕਾਂ ਸਾਹਮਣੇ ਪਿਕਚਰ ਵੀ ਗਲਤ ਬਣਾਈ ਜਾਂਦੀ ਆ, ਜਿਹੜੇ ਵੀ ਸਾਡੇ ਸੀਨੀਅਰ ਲੀਡਰਾਂ ਬਾਰੇ ਪਿਕਚਰ ਬਣਾਈ ਜਾਂਦੀ ਹੈ, ਕਈ ਵਾਰੀ ਉਹ ਵੀ ਗਲਤ ਬਣਾਈ ਜਾਂਦੀ। ਪਰ ਬਿਆਨ ਇਹੋ ਜਿਹੇ ਦਿੰਦੇ ਰਹੇ ਲੀਡਰ, ਬਹੁਤ ਸਾਰੇ ਐਸੇ ਬਿਆਨ ਆਏ ਜਿਨ੍ਹਾਂ ਤੋਂ ਬਾਅਦ ਹੀ ਕੁਐਸਚਨ ਉੱਠਣੇ ਸ਼ੁਰੂ ਹੋਏ। ਇਸ ਤੋਂ ਪਹਿਲਾਂ ਤਾਂ ਪੰਜਾਬ ਦਾ ਮੀਡੀਆ ਲਗਾਤਾਰ ਵਨ ਸਾਈਡਡ ਸਵਾਲ ਹੀ ਨਹੀਂ ਸੀ ਕਰ ਰਿਹਾ ਕਦੇ ਵੀ। ਜੇ ਇਹਨੂੰ ਥੋੜ੍ਹੀ ਹਾਸੇ 'ਚ ਗੱਲ ਲੈ ਜਾਓ ਤਾਂ ਤੁਹਾਨੂੰ ਜਲਦੀ ਸਮਝ ਲੱਗ ਜਾਵੇ। ਅਸੀਂ ਕਿਸਾਨ ਜਥੇਬੰਦੀਆਂ ਦੇ ਆਗੂ ਆ, ਅਸੀਂ ਆ ਕੈਮਰਾ ਬਾਹਲਾ ਫੇਸ ਕਰਨ ਗਿੱਝੇ ਨਹੀਂ। ਸਾਨੂੰ ਇੰਨੀ ਨੌਲੇਜ ਨਹੀਂ ਹੈ ਵੀ ਇਹਦੇ ਮੂਹਰੇ ਕਿਹਾ ਹੋਇਆ ਸ਼ਬਦ ਮਿੰਟਾਂ 'ਚ ਹੀ ਦੂਜੇ ਪਾਸੇ ਫੇਸਬੁੱਕ ਤੇ ਚੜ੍ਹ ਜਾਂਦਾ, ਸਕਿੰਟਾਂ ਦੇ ਵਿੱਚ ਵਰਲਡ 'ਚ ਚਲੇ ਜਾਂਦਾ, ਜਿੱਥੇ ਵਸਦਾ ਪੰਜਾਬੀ ਆ। ਕਾਦੀਆਂ ਸਾਹਿਬ, ਸਮਾਂ ਲੰਮਾ ਹੋ ਗਿਆ ਨਾ, ਇੰਨੀ ਜਲਦੀ ਇੰਨਾ ਕੁਝ ਦੇਖਿਆ ਜੀਵਨ ਦੇ ਵਿੱਚ। ਆਗੂ ਨੇ 40-40 ਸਾਲ ਦਾ ਤਜਰਬਾ ਨੇ, ਉਹ ਸਿੱਖ ਲੈਂਦੇ ਬੜੀ ਜਲਦੀ। ਉਹਨੂੰ ਸਿੱਖ ਕੇ ਉਹਨੂੰ ਦੀਪ ਸਿੱਧੂ, ਲੱਖਾ ਸਿਧਾਣਾ, ਫਲਾਨਾ, ਇਹ ਇੰਨੇ ਵੱਡੇ ਹੋ ਗਏ, ਐਜੀਟੇਸ਼ਨ ਛੋਟਾ ਹੋ ਗਿਆ ਵੀ ਹਰ ਰੋਜ਼ ਉਹਨਾਂ ਬਾਰੇ ਬਿਆਨ ਦੇਣੇ ਪੈ ਰਹੇ ਆ ਜਾਂ ਕਿਸੇ ਹੋਰ ਬਾਰੇ ਕਨਫਲਿਕਟਿੰਗ ਬਿਆਨ ਦੇ ਰਹੇ ਪੈ ਰਹੇ ਆ। ਫੋਕਸ ਤਾਂ ਇਹੀ ਹੈ ਨਾ ਕਿ ਬਿੱਲ ਰੱਦ ਕਰਾਉਣੇ ਆ। ਬਿੱਲ ਰੱਦ ਦੀ, ਜਾਂ ਜਿਹੜੇ ਆਗੂ ਸੀਗੇ ਨਰਿੰਦਰ ਤੋਮਰ ਹੋਣਾ ਤੇ ਸਵਾਲ ਹੁੰਦੇ ਸੀ, ਨਰਿੰਦਰ ਮੋਦੀ ਤੇ ਸਵਾਲ ਹੁੰਦੇ ਸੀ, ਅਮਿਤ ਸ਼ਾਹ ਤੇ ਸਵਾਲ ਹੁੰਦੇ ਸੀ, ਉਹ ਸਵਾਲ ਕਿੱਧਰ ਗਏ ਸਾਰੇ? ਜਿਹੜੇ ਉਹ ਸਵਾਲ ਕਰ ਰਹੇ ਆ ਤੁਸੀਂ ਦਿਖਾ ਨਹੀਂ ਰਹੇ। ਜਿਹੜੇ ਲੋਕ ਆਪਣੀ ਲੜਾਈ ਤੇ ਅੜੇ ਹੋਏ ਆ, ਜਿਹੜੀ ਲੜਾਈ ਤੇ ਲੈ ਕੇ ਗਏ ਆ, ਹੁਣ ਸਾਨੂੰ ਕਹਿ ਦਿਓ ਕਿ ਅਸੀਂ ਦਿਖਾ ਨਹੀਂ ਰਹੇ। ਅੱਜ ਤੁਹਾਨੂੰ ਖੁੱਲਾ ਸਮਾਂ ਹੈ, ਤੁਸੀਂ ਸਵਾਲ ਕਰੋ। ਅੱਜ ਮੈਂ ਉਹੀ ਕਹਿ ਰਿਹਾ, ਜਦੋਂ ਤੁਸੀਂ ਇੱਕ ਨਿਸ਼ਾਨਾ ਲੈ ਕੇ ਤੁਸੀਂ ਜਾਂਦੇ ਹੋ, ਤੁਸੀਂ ਬਿਲਕੁਲ ਸਹੀ ਕਿਹਾ, ਸਾਡਾ ਨਿਸ਼ਾਨਾ 3 ਲਾਅ ਨੇ, MSP ਆ। ਇਹਦੇ ਨਾਲ ਨਾਲ ਸਾਨੂੰ ਇਹ ਵੀ ਕਿਹਾ ਗਿਆ ਸਾਡੇ ਸਿੱਖ ਭਾਈਚਾਰੇ ਵੱਲੋਂ, ਕਿਉਂਕਿ ਇਹ ਚੜ੍ਹਦੀ ਕਲਾ ਰਹੀ ਆ ਸਿੱਖ ਭਾਈਚਾਰੇ ਦੀ, ਵੀ ਜਿੱਥੇ ਜਾਂਦੇ ਆ ਲੰਗਰ ਦਾ ਹੜ ਵਸਾ ਦਿੰਦੇ ਆ, ਜਿੱਥੇ ਜਾਂਦੇ ਆ ਉੱਥੇ ਹਰ ਤਰ੍ਹਾਂ ਦੀ ਸੇਵਾ ਪੇਸ਼ ਕਰ ਦਿੰਦੇ ਆ। ਇਹ ਵਿਲੱਖਣਤਾ ਹੈਗੀ ਆ, ਇਹ ਤਾਂ ਰਹੂਗੀ ਵੀ। ਇਹਦਾ ਹਿਸਟੋਰੀਕਲ ਮਗਰੋਂ ਐਗਜ਼ਾਮਪਲਸ ਦੇਣੀਆਂ ਉਹ ਵੀ ਜ਼ਰੂਰੀ ਹੋ ਜਾਂਦੀਆਂ ਜਦੋਂ ਉਹ ਹੋਈਆਂ ਨੇ, ਰਿਐਲਿਟੀ ਆਫ ਲਾਈਫਸ ਨੇ ਉਹ, ਵੀ ਸਾਡੀ ਜਥੇਬੰਦੀਆਂ, ਸਾਡੇ ਜਿਹੜੀਆਂ ਆਗੂ ਸੀਗੇ, ਸਿੱਖ ਆਗੂ ਸੀ, ਉਹ ਕਿਵੇਂ ਲੜਾਈਆਂ ਲੜੇ, ਕਿਵੇਂ ਉਹਨਾਂ ਨੇ ਜੰਗਲਾਂ 'ਚ ਰਹੇ, ਕਿਵੇਂ ਉਹ ਵਸੇ, ਕਿਵੇਂ ਉਹਨਾਂ ਨੇ ਫਿਰ ਵੀ ਵੰਡ ਕੇ ਛਕਿਆ। ਠੀਕ ਆ, ਉਹ ਉਹਨਾਂ ਦੀ ਵਿਲੱਖਣਤਾ ਹੈਗੀ ਆ, ਇਹ ਕੌਮ ਦੀ ਹੈਗੀ ਆ, ਤੇ ਉੱਥੇ ਜਾ ਕੇ ਉਹ ਪੇਸ਼ਕਾਰੀ ਹੋਈ। ਤੁਹਾਨੂੰ ਲੱਗਦਾ ਖੇਤੀ ਤੇ ਧਰਮ ਨਾਲ ਚੱਲਦੇ ਆ ਸਾਡੇ? ਦੇਖੋ, ਬਾਬਾ ਨਾਨਕ ਲਾ ਕੇ ਗਿਆ ਸੀ, ਖੇਤੀ ਦਾ ਉਹ ਲਾ ਕੇ ਗਿਆ ਸੀਗਾ। ਪਰ ਇਸ ਦੇ ਉੱਤੇ ਵੀ ਬਹੁਤ ਕਨਫਲਿਕਟਿੰਗ ਚੀਜ਼ਾਂ ਹੋਈਆਂ, ਬਹੁਤ ਬਿਆਨ ਆਉਂਦੇ ਰਹੇ। ਮੈਂ ਕਹਿੰਦਾ ਅੱਜ ਆਪਾਂ ਗੱਲ ਕਰ ਰਹੇ, ਇਹਦੇ 'ਚ ਵੀ ਕਨਫਲਿਕਟਿੰਗ ਬਿਆਨ ਹੋ ਜਾਣਗੇ, ਪਰ ਮੇਰਾ ਤੁਸੀਂ ਪੁਆਇੰਟ ਆਫ ਵਿਊ ਪੁੱਛਿਆ। ਜੇ ਮੈਂ ਕਹਾਂ ਵੀ ਸਿੱਖੀ ਤੇ ਸਾਡੀ ਪੰਜਾਬ ਦੇ ਵਿੱਚ ਘੱਟੋ ਘੱਟ ਜਾਂ ਜਿੱਥੇ ਵੀ ਕੋਈ ਸਿੱਖ ਵਸਦਾ, ਤੇ ਖੇਤੀ ਨਾਲ ਅਸੀਂ ਤਾਂ ਸਿੱਖੀ ਦੇ ਵਿੱਚ ਮੁੱਖ ਖੇਤੀ ਧੰਦਾ ਸਮਝਦੇ ਹਾਂ। ਉਸ ਤੋਂ ਬਾਅਦ ਅਗਲੇ ਧੰਦੇ ਸ਼ੁਰੂ ਹੁੰਦੇ ਨੇ, ਜਿਹੜੇ ਨਾਲ ਆਪਾਂ ਹੋਰ ਸਹਾਇਕ ਧੰਦਿਆਂ ਦੇ ਵਿੱਚ ਆਪਾਂ ਰੂਪ ਦੇ ਵਿੱਚ ਜੌਬਸ ਕਰਦੇ ਹਾਂ। ਆਪਾਂ ਫੌਜ 'ਚ ਵੀ ਗਏ, ਆਪਾਂ ਡਾਕਟਰ ਇੰਜੀਨੀਅਰ ਵੀ ਬਣੇ, ਪ੍ਰੋਫੈਸਰ ਵੀ ਬਣੇ, ਸਾਰਾ ਕੁਝ ਅਡੋਪਟ ਕੀਤਾ। ਤੇ ਜਿਹੜਾ ਫਲਸਫਾ ਆਪਣਾ ਲੰਗਰ ਦਾ, ਉਹ ਤਾਂ ਸਾਰਿਆਂ ਦੇ ਬਰਾਬਰ ਆ। ਤੇ ਉਹ ਜਦੋਂ ਚੱਲਿਆ, ਕਈਆਂ ਨੂੰ ਉਹ ਓਬਜੈਕਸ਼ਨੇਬਲ ਆ। ਕਿੰਨਾਂ ਨੂੰ? ਕਈਆਂ ਨੂੰ ਹੈ। ਜਦੋਂ ਮੈਂ ਕਿਹਾ ਵੀ ਕਈ ਅਲੱਗ-ਅਲੱਗ ਆਈਡੀਓਲੋਜੀ ਆ, ਉਹਨਾਂ ਨੂੰ ਹੈ। ਕਈਆਂ ਤੋਂ ਕਿੰਨਾਂ ਨੂੰ? ਕਿਉਂਕਿ ਕੀ ਆਗੂਆਂ ਨੂੰ ਹੈ ਜਾਂ ਤੁਸੀਂ SKM ਤੋਂ ਬਾਹਰ ਦੀ ਗੱਲ ਕਰ ਰਹੇ ਹੋ? ਬਹੁਤ ਸਪਸ਼ਟ ਸਵਾਲ ਹੈ ਮੇਰਾ। ਦੇਖੋ, ਸਪਸ਼ਟ ਹੈ, SKM ਦੇ ਵਿੱਚ ਵੀ ਹੋ ਸਕਦਾ, SKM ਦੇ ਬਾਹਰ ਵੀ ਹੋ ਸਕਦਾ। ਕਈਆਂ ਨੂੰ ਉਹ ਚੀਜ਼ ਦੀ ਸਮਝ ਨਹੀਂ ਆਈ। ਮੈਂ ਤਾਂ ਇਹ ਕਹੂੰਗਾ ਵੀ ਸਾਡਾ ਤਾਂ ਜਿੱਥੇ ਜਾਣਾ ਭਾਈ, ਇੱਦਾਂ ਹੀ ਬੈਠਣਾ ਤੇ ਇੱਦਾਂ ਹੀ ਲਾਉਣਾ, ਤੇ ਇਹੋ ਜਿਹੇ ਝੰਡੇ ਸਾਡੇ ਲੱਗਣੇ ਆ, ਤੇ ਇੱਦਾਂ ਹੀ ਅਸੀਂ ਰਹਿਣਾ। ਹਰ ਵਾਰੀ ਉਹ ਚੀਜ਼ ਖਾਲਿਸਤਾਨੀ ਨਹੀਂ ਹੁੰਦੀ। ਹਰ ਵਾਰੀ ਤੁਸੀਂ ਕੋਈ ਮੰਗ ਮੰਨਣ ਲੱਗੇ ਹੋ ਤਾਂ ਤੁਸੀਂ ਕਰਪਟ ਨਹੀਂ ਹੈ। ਹਰ ਵਾਰੀ ਤੁਸੀਂ ਗਲਤ ਨਹੀਂ ਹੋ ਸਕਦੇ, ਕਦੀ ਸਰਕਾਰਾਂ ਵੀ ਗਲਤ ਹੁੰਦੀਆਂ ਨੇ। ਤਾਂ ਤੁਸੀਂ ਸਪਸ਼ਟ ਕਹਿ ਰਹੇ ਹੋ ਵੀ ਜੇ ਨਿਸ਼ਾਨ ਸਾਹਿਬ ਲੱਗੇ ਤਾਂ ਉਸ 'ਚ ਗਲਤ ਨਹੀਂ ਹੈ ਕੁਝ। ਦੇਖੋ, ਮੈਂ ਆਪਣੇ ਪਿੰਡ ਦੇ ਬਾਹਰ ਇੱਥੇ ਲੰਗਰ ਲਾਉਣਾ, ਮੈਂ ਜਦੀ ਨਿਸ਼ਾਨ ਸਾਹਿਬ ਪਹਿਲਾਂ ਲਾਉਣਾ। ਕਿਉਂ ਨਹੀਂ ਲੱਗੇ? ਇਹ ਲੰਗਰ ਚੱਲਣਾ ਕਿਵੇਂ, ਕਿਹਨੇ ਲਾਇਆ ਇਹ 'ਚ ਲੰਗਰ ਚੱਲਣ ਸ਼ੁਰੂ ਕਿਹਨੇ ਕੀਤਾ? ਆਪਾਂ ਭੁੱਲ ਜਾਈਏ।
ਮੱਥਾ ਟੇਕ ਕੇ ਅਰਦਾਸ ਕਰਕੇ ਤਾਂ ਲੰਗਰ ਬਣਾਇਆ ਜਾਂਦਾ, ਫਿਰ ਨਿਸ਼ਾਨ ਸਾਹਿਬ ਕਿਵੇਂ ਭੁੱਲ ਜਾਾਂਗੇ। ਪਰ ਜਦੋਂ ਫਿਰ ਐਸੀਆਂ ਗੱਲਾਂ ਹੋਈਆਂ ਕੀ ਤੁਸੀਂ ਆਪਣੀ ਨਿੱਜੀ ਰਾਏ ਖਾਸ ਆਗੂਆਂ ਤੱਕ ਰੱਖਦੇ ਰਹੇ ਵੀ ਇਹ ਗੱਲਾਂ ਨਾ ਕਰੀਏ, ਇਹਦੇ ਨਾਲ ਆਪਾਂ ਨੂੰ ਖੁਦ ਨੂੰ ਨੁਕਸਾਨ, ਮੋਰਚੇ ਨੂੰ ਨੁਕਸਾਨ ਹੋ ਰਿਹਾ? ਸਰਕਾਰ ਤਾਂ ਇਹ ਚਾਹੁੰਦੀ ਸੀ ਹਮੇਸ਼ਾ। ਬਿਲਕੁਲ ਰੱਖਦੇ ਰਹੇ ਹਾਂ, ਰੱਖਦੇ ਰਹਾਂਗੇ। ਪਰ ਇੱਕ ਨਾ ਜਦੋਂ ਤੁਸੀਂ ਕਲੱਬ ਕਰਕੇ, ਜਦੋਂ ਸਾਂਝ ਕਹਿੰਦੇ ਆ ਜਿਹਨੂੰ, ਸਾਂਝੇ ਪ੍ਰੋਗਰਾਮ ਜਿਹਨੂੰ ਕਹਿੰਦੇ ਆ, ਉਹਦੇ ਇੱਕ ਲਾਅ ਹੁੰਦੇ ਆ। ਜਦੋਂ ਤੁਸੀਂ ਮੇਰੇ ਨਾਲ ਸਾਂਝ ਕਰਨੀ ਆ ਨਾ, ਇੱਕ SKM ਬਣਾਉਣਾ ਜਾਂ ਇੱਕ ਬੱਥੇ ਜੱਥੀ ਮੰਡੀਆਂ ਬਣਾਉਣੀਆਂ, ਉਹਦੇ ਵੀ ਇੱਕ ਰੂਲਸ ਹੁੰਦੇ ਆ, ਵਿਦਆਊਟ ਰਿਟਨ ਰੂਲਸ ਕਹਿੰਦੇ ਨੇ ਵੀ ਆਪਾਂ ਇਹ ਜਾਬਤੇ 'ਚ ਰਹਿਣਾ, ਆਪਾਂ ਅੰਦਰ ਗੱਲ ਕਰ ਸਕਦੇ ਆ, ਬਾਹਰ ਨਹੀਂ ਗੱਲ ਕਰ ਸਕਦੇ। ਅੰਡਰਸਟੂਡ ਹੁੰਦੀਆਂ ਕੁਝ, ਅੰਡਰਸਟੂਡ ਹੁੰਦੀਆਂ ਨੇ, ਉਹ ਰੂਲਸ ਹੀ ਹੁੰਦੇ ਆ। ਇੱਕ 4 ਬੰਦੇ ਹਿੱਸੇਦਾਰੀ 'ਚ ਕਾਰੋਬਾਰ ਸ਼ੁਰੂ ਕਰਦੇ ਆ ਨਾ, ਉਹਦੇ 'ਚ ਬਹੁਤ ਗੱਲਾਂ ਇਹੋ ਜਿਹੀਆਂ ਹੁੰਦੀਆਂ ਨੇ ਰਿਟਰਨ ਨਹੀਂ ਹੁੰਦੀਆਂ, ਪਰ ਉਹ ਕਈਆਂ ਹੁੰਦੀਆਂ ਵੀ ਸਵੇਰੇ ਉੱਠ ਕੇ ਤੂੰ ਵੀ ਕੰਮ ਤੇ ਆਉਣਾ ਤਾਂ ਮੈਂ ਵੀ ਕੰਮ ਤੇ ਆਉਣਾ। ਜਾਬਤਾ ਟੁੱਟਿਆ ਬਹੁਤ ਵਾਰੀ, ਬੜਿਆਂ ਨੇ ਤੋੜਿਆ ਆ ਕੇ। ਹਾਲਾਂਕਿ ਹਰਮੀਤ ਕਾਦੀਆਂ ਨਹੀਂ ਕੰਟਰੋਵਰਸ਼ੀਅਲ ਰਹੇ, ਚੁੱਪ ਰਹਿੰਦੇ ਰਹੇ। ਤੁਸੀਂ ਅੱਜ ਵੀ ਇਹ ਗੱਲ ਕਰ ਰਹੇ ਹੋ ਕਿ ਜਾਬਤੇ 'ਚ ਰਹਿਣ ਦੀ ਗੱਲ ਹੈ, ਪਰ ਬਹੁਤ ਵਾਰ ਟੁੱਟਿਆ, ਕਦੇ ਕੋਈ ਐਕਸ਼ਨ ਹੋਣ ਦੀ ਗੱਲ ਸਾਹਮਣੇ ਨਹੀਂ ਆਈ ਕਿ ਐਕਸ਼ਨ ਹੋਵੇ। ਹਾਲਾਂਕਿ ਮੀਡੀਆ ਵੀ ਇੱਕ ਤਰਫਾ ਚੱਲਦਾ ਰਿਹਾ ਪੰਜਾਬ ਦਾ, ਉਹਨੇ ਕਿਹਾ ਕਿ ਅਸੀਂ ਮੋਰਚੇ ਦੇ ਨਾਲ ਆ, ਅਸੀਂ ਕਿਸਾਨਾਂ ਦੇ ਨਾਲ ਆ, ਅਸੀਂ ਵੀ ਖੇਤਾਂ ਦੇ ਪੁੱਤਾਂ, ਸਾਡੀ ਵੀ ਹੋਂਦ ਦੀ ਲੜਾਈ ਹੈ ਇਹ। ਬਿਲਕੁਲ ਪੰਜਾਬ ਦਾ ਮੀਡੀਆ ਵੀ ਚੱਲਿਆ, ਕਾਫੀ ਜਿਹੜੇ ਹੋਰ ਕਿਸਾਨੀ ਪੱਖੀ ਮੀਡੀਆ ਸੀ ਹਰਿਆਣੇ ਯੂਪੀ ਦੇ, ਉਹ ਵੀ ਚੱਲੇ। ਇਹ ਗੱਲਾਂ ਜਿਹੜੀਆਂ ਆਪਾਂ ਕਰਨ ਲੱਗੇ ਆ ਵੀ ਕਨਫਲਿਕਟ ਕਿਵੇਂ ਹੋਇਆ, ਅੰਦਰ ਕਿਵੇਂ ਚੱਲਦਾ, ਉਹ ਚੱਲਦਾ, ਇਹਨੂੰ ਨਾ ਕੰਟਰੋਵਰਸ਼ੀਅਲ ਨਾ ਬਣਾਇਆ ਕਰੋ। ਠੀਕ ਆ, ਕਈ ਗੱਲਾਂ ਇੰਨੀਆਂ ਛੋਟੀਆਂ ਸੀ ਜਿਹਨਾਂ ਨੂੰ ਵੱਡਾ ਕੀਤਾ ਗਿਆ, ਬਹੁਤ ਛੋਟੀਆਂ ਸੀ। ਸਟੇਜ ਤੇ ਨਾ ਚੜ੍ਹਨਾ, ਸਟੇਜ ਤੇ ਉਤਰ ਜਾਣਾ। ਮੈਨੂੰ ਤਾਂ ਸਟੇਜ ਮਿਲ ਜਾਂਦੀ ਆ, ਮੈਂ ਤਾਂ ਰੋਜ਼ ਬੋਲਿਆ ਨਹੀਂ। ਜੇ ਹੁਣ ਮੈਂ ਆਪਣੀ ਪਰਸਨਲ ਗੱਲ ਕਰ ਲੈਂਦਾ, ਮੈਂ ਹੁਣ ਵੀ ਚਲਿਆ ਮੈਂ ਸਟੇਜ ਤੇ ਬੋਲ ਸਕਦਾ, ਤੇ ਮੈਂ ਕਿੰਨੀ ਕੁ ਵਾਰ ਬੋਲਿਆ ਹੋਊਗਾ ਮੀਡੀਆ ਨੂੰ ਸਭ ਤੋਂ ਪਹਿਲਾਂ ਪਤਾ ਹੋਊਗਾ। ਕਿੰਨੇ ਕੁ ਰਿਕਾਰਡਿੰਗ ਤੁਸੀਂ ਕੱਢ ਸਕਦੇ ਹੋ 5 ਮਹੀਨੇ ਦੇ ਵਿੱਚ 5-7 ਵਾਰੀ। ਇਹ ਨਹੀਂ ਹੈ ਵੀ ਨਹੀਂ ਬੋਲਣ ਦੀ ਗੱਲ ਆ, ਪਰ ਆਪਾਂ ਉੱਥੇ ਕੰਮ ਕੀਤਾ। ਤੁਹਾਨੂੰ ਲੱਗਦਾ ਉਹ ਲੋਕ ਇੰਨੇ ਇੰਪੋਰਟੈਂਟ ਨਹੀਂ ਸੀ ਜਿਨ੍ਹਾਂ ਵੱਲ ਤੁਸੀਂ ਇਸ਼ਾਰਾ ਕਰ ਰਹੇ ਹੋ ਐਜੀਟੇਸ਼ਨ ਦੇ ਪੁਆਇੰਟ ਆਫ ਵਿਊ ਤੋਂ? ਦੇਖੋ, ਉਹਨਾਂ ਦੀ ਇੰਪੋਰਟੈਂਸ ਜਾਂ ਉਹਨਾਂ ਦਾ ਪੁਆਇੰਟ ਆਫ ਵਿਊ ਡਿਫਰੈਂਟ ਸੀ, ਇਹ ਗੱਲ ਸੀ। ਇੰਪੋਰਟੈਂਟ ਸੀ ਜਾਂ ਨਹੀਂ ਆਪਾਂ ਕਹਿਣਾ ਚਾਹੁੰਦੇ ਕਿਸੇ ਨੂੰ। ਫਿਰ ਆਗੂਆਂ ਨੇ ਇੰਨਾ ਸੀਰੀਅਸ ਕਿਉਂ ਲਿਆ? ਆਗੂ ਇੰਨੇ ਸੀਰੀਅਸ ਹੋ ਕੇ ਬਿਆਨਬਾਜ਼ੀਆਂ ਕਿਉਂ ਕਰਦੇ ਰਹੇ? ਕੀ ਉਹ ਡੀਰੇਲ ਹੋ ਗਏ ਜਾਂ ਉਹ ਟਰੈਪ 'ਚ ਫਸ ਗਏ? ਜੇ ਹੁਣ ਸੱਚੀ ਗੱਲ ਪੁੱਛਦੇ ਹੋ, ਸਮਝ ਤੋਂ ਬਾਹਰ ਆ ਗੱਲ। ਅਸੀਂ ਬੈਠੇ ਸੋਚਦੇ ਹੁੰਦੇ ਆ ਵੀ ਅਸੀਂ ਉੱਥੇ 3 ਲਾਅ ਵਾਪਸ ਕਰਾਉਣ ਗਏ ਆ, ਅਸੀਂ ਉੱਥੇ MSP ਵਾਪਸ ਕਰਾਉਣ ਗਏ ਆ। ਜੇ 3 ਚੀਜ਼ਾਂ ਕਰਕੇ ਆ ਜਾਂਦੇ ਆ ਤਾਂ ਘਰੇ ਸਾਡੀ ਖੇਤੀ ਤਾਂ ਵੀ ਨਹੀਂ ਪ੍ਰੋਫਿਟੇਬਲ ਹੈਗੀ। ਬਹੁਤ ਵੱਡੀ ਗੱਲ ਕਹਿ ਰਹੇ ਹੋ ਤੁਸੀਂ। ਜੇ ਉੱਥੇ ਕਰਕੇ ਆਏ ਨੇ ਤਾਂ ਵੀ ਪ੍ਰੋਫਿਟੇਬਲ ਨਹੀਂ। ਸਾਨੂੰ ਡਿਵਰਸੀਫਿਕੇਸ਼ਨ ਚਾਹੀਦਾ, ਸਾਨੂੰ ਪਾਣੀ ਦੇ ਹੱਕ ਚਾਹੀਦੇ ਆ, ਸਾਡੇ ਇੱਥੇ ਕੋਈ ਨਵਾਂ ਸਿਸਟਮ ਚਾਹੀਦਾ, ਨਵੇਂ ਰਿਫਾਰਮਸ ਚਾਹੀਦੇ ਆ, ਕੋਈ ਛੋਟੇ ਯੂਨਿਟ ਚਾਹੀਦੇ ਆ, ਜਿਹੜਾ ਛੋਟਾ ਫਾਰਮਰ, ਛੋਟਾ ਵਪਾਰੀ, ਛੋਟਾ ਤਬਕਾ ਵੀ ਇੱਕ ਕੋਈ 10-20-40 ਲੱਖ ਦਾ ਪ੍ਰੋਜੈਕਟ ਲਾਉਣਾ ਹੋਵੇ ਤਾਂ ਉਹਨੂੰ ਸਬਸਿਡੀ ਮਿਲੇ, ਤਾਂ ਉਹਦੇ ਨਾਲ 10 ਪਿੰਡ ਉਹਦੇ ਨਾਲ ਕੋਈ ਪਲੰਪ ਬਣਾਉਂਦਾ, ਟਮਾਟਰ ਲਾਉਂਦਾ, ਪਲੰਪਿੰਗ ਦਾ ਜੂਸ ਕੱਢ ਕੇ ਵੇਚੂਗਾ, ਉਹੋ ਜਿਹੇ ਪਾਸੇ ਭੇਜਣਾ ਸੀ। ਵੱਡੀਆਂ ਕੰਪਨੀਆਂ ਨੂੰ ਨਹੀਂ ਦੇਣਾ ਸੀ ਕੰਮ। ਅਸੀਂ, ਸਾਡੇ ਕੋਲ ਲੇਬਰ ਆ, ਸਕਿਲਡ ਲੇਬਰ ਆ, ਸਕਿਲਡ ਸਾਡੇ ਮੁੰਡੇ MBA ਕਰਕੇ PAU ਨੇ ਕਿੰਨੇ BSc ਐਗਰੀਕਲਚਰ ਕੱਢਤੇ, ਕਿੰਨੇ MSc ਕੱਢਤੇ, ਕੀ ਜੌਬਸ ਦੇਤੀਆਂ। ਮੈਂ ਗਰੰਟਡ ਨਾ ਕਹਿੰਦਾ, ਮੇਰੇ ਕੋਲ ਕੋਈ ਕੈਲਕੂਲੇਸ਼ਨ ਨਹੀਂ ਹੈਗੀ, ਪਰ 70% ਬੱਚੇ ਬਾਹਰ ਗਏ ਹੋਏ ਨੇ। ਜਿਹੜੇ ਸਾਡਾ ਕਰੀਮ ਤਿਆਰ ਹੋਈ ਸੀ, ਅਸੀਂ ਕਰੀਮ ਤਿਆਰ ਕੀਤੀ, BSc MSc PhD ਕਰਾਈਆਂ, ਤੇ ਉਹ ਬੱਚੇ ਬਾਹਰ ਜੌਬ ਲੱਭਣ ਗਏ ਹੋਏ, ਉਹਨਾਂ ਨੂੰ ਇੱਥੇ ਜੌਬਸ ਨਹੀਂ ਮਿਲੀਆਂ। ਜੇ ਉਹ ਪ੍ਰੋਜੈਕਟ ਲੱਗਦੇ ਤਾਂ ਉਸ ਪ੍ਰੋਜੈਕਟਾਂ ਦੇ ਮੈਨੇਜਰ ਉਹ ਐਗਰੀਕਲਚਰ ਐਕਸਪਰਟਸ ਹੋਣੇ ਸੀ ਜਿਹੜੇ ਆਪਾਂ ਬਾਹਰ ਭੇਜਦੇ। ਕੀ ਉਹਨੂੰ ਕਿਉਂ ਨਹੀਂ ਯੂਜ਼ ਕੀਤਾ ਗਿਆ? ਇਹੋ ਜਿਹੇ ਕਈ ਕੁਐਸਚਨਸ ਨੇ। ਇਹ ਐਜੀਟੇਸ਼ਨ ਐਡੀ ਵੱਡੀ ਹੋ ਗਈ, ਮੈਂ ਕੈਮਰੇ ਦੇ ਉੱਪਰ ਕਹਿਣਾ, ਬਿਲਕੁਲ ਕਿਸਾਨ ਜਥੇਬੰਦੀਆਂ ਨੂੰ ਨਹੀਂ ਉਮੀਦ ਸੀ ਵੀ ਇਹ ਐਜੀਟੇਸ਼ਨ ਐਡੀ ਵੱਡੀ ਹੋ ਜਾਊਗੀ। ਗਏ ਲਾਸ ਪਿੱਛੇ ਸੀ। ਜੇ ਹੋਈ ਆ ਤਾਂ ਸਵੀਕਾਰ ਕਰੋ, ਤਾਂ ਆਪਣਾ ਪਛਾਣੋ ਵੀ ਆਪਣੇ ਤੇ ਬਾਬਾ ਜੀ ਨੇ ਮਿਹਰ ਕੀਤੀ, ਤਾਂ ਜ਼ਿੰਮੇਵਾਰੀ ਸੌਂਪੀ ਹੈ, ਤਾਂ ਜ਼ਿੰਮੇਵਾਰੀ ਮੋਢੇ ਝੱਲਣਯੋਗ ਵੀ ਹੋਣ। ਤਾਂ ਜਦੋਂ ਮੋਢਿਆਂ ਦੇ ਭਾਰ ਪੈਂਦਾ ਜਾਂ ਦਰਖਤ ਤੇ ਜਦੋਂ ਫਲ ਲੱਗਦੇ ਆ, ਦਰਖਤ ਝੁਕਦਾ ਨਾ ਕਿ ਖੜਾ ਹੁੰਦਾ। ਅੰਬ ਲੱਗ ਜਾਂਦੇ ਆ ਤਾਂ ਨੀਵਾਂ ਪੈ ਜਾਂਦਾ, ਬੇਰ ਲੱਗ ਜਾਂਦਾ ਨੀਵਾਂ ਹੋ ਜਾਂਦਾ। ਤਾਂ ਨੀਵਾਂ ਹੋਣਾ ਚਾਹੀਦਾ ਸੀ, ਜਿੱਥੇ ਕਿ ਉੱਪਰ ਨਹੀਂ ਹੋਣਾ ਚਾਹੀਦਾ ਸੀ। ਇੱਕ ਦੂਜੇ ਨੂੰ ਵੱਡਾ ਦਿਖਾਉਣਾ ਇਹ ਆਮ ਰਿਵਾਜ ਆ। ਇਹ ਜਿਹਦੇ ਕੱਲ੍ਹ ਨੂੰ ਵੀ ਕੋਈ ਗੱਲ ਕੀਤੀ ਜਾਊਗੀ ਨਾ, ਦੋਨੋਂ 'ਚ ਕੀ ਹੋਇਆ ਸੀ, ਉਹ ਆਹ ਵਰਡਸ ਆਉਣਗੇ। ਕਿਸੇ ਦੇ ਵਿਦਾਊਟ ਆਪਾਂ ਨੇਮ ਗੱਲ ਕਰ ਰਹੇ ਹਾਂ, ਬਿਲਕੁਲ ਇਹ ਗੱਲਾਂ ਆਉਣਗੀਆਂ। ਇੱਕ ਜਥੇਬੰਦੀ ਗੱਲ ਕਰ ਲਵੇ, ਕੱਲ੍ਹ ਨੂੰ ਮੈਂ ਉੱਥੇ ਫੇਲ ਹੋ ਕੇ ਆਉਣਾ, ਮੈਨੂੰ ਬਹੁਤ ਦਰਦ ਹੋਊਗਾ, ਕਿਉਂਕਿ ਮੈਂ ਕਿਸਾਨ ਦਾ ਪੁੱਤ ਆ, ਕਿਸਾਨ ਦਾ ਪੋਤਾ, ਕਿਸਾਨ ਇੱਕ ਛੋਟਾ ਬੱਚਾ, ਮੈਂ ਉਹਦਾ ਪਿਓ ਆ। ਗਾਂਹ ਕਰਨੀ ਕਿਸਾਨੀ ਆ, ਸਾਡੀ ਸਾਰੀ ਰੋਟੀ ਪਾਣੀ ਕਿਸਾਨੀ ਦੇ ਉੱਤੇ ਪਈ ਆ। ਤਾਂ ਸਾਡੇ ਵਾਸਤੇ ਉਹ ਧੰਦਾ ਬਹੁਤ ਔਖਾ। ਜਿਹਨੇ 60,000 ਠੇਕੇ 'ਤੇ ਲੈ ਕੇ ਜ਼ਮੀਨ ਵਾਹੁਣੀ ਆ ਨਾ ਜੀ, ਪਤਾ ਉਹਨੂੰ ਆ ਸ਼ਾਮ ਨੂੰ। ਕਈ ਗਾਣਿਆਂ 'ਚ ਹੁਣ ਫਿਰ ਕਹੋਗੇ ਵੀ ਕਿਸੇ ਇੱਕ ਗਾਇਕਾਰ ਦਾ ਨਾਂ ਲੈ ਲਿਆ, ਪਰ ਜਦੋਂ ਕੋਈ ਲਿਖਤਕਾਰ ਵਧੀਆ ਲਿਖਦਾ ਤੇ ਕੋਈ ਗਾਉਂਦਾ ਵਧੀਆ ਤਾਂ ਉਹ ਕਹਿ ਦੇਣਾ ਚਾਹੀਦਾ। ਬਾਬਾ ਜੀ ਨੇ ਨਹੀਂ ਕਿਹਾ ਵੀ ਹਾੜੀ ਸੌਣੀ ਵੱਟ ਕੇ ਮੇਰਾ ਬਾਪੂ ਆਇਆ ਨਾ ਮੇਲੇ ਤੋਂ ਮੁੜਿਆ ਹੀ ਨਹੀਂ। ਮਤਲਬ ਵੱਟ ਕੇ, ਮਤਲਬ ਪੈਸੇ ਵੱਟੇ ਪਰ ਉਹ ਆ ਨਹੀਂ ਸਕਿਆ।
ਮਤਲਬ ਉਹ ਚੀਜ਼ਾਂ ਜਿਹੜੀਆਂ ਤੁਹਾਡੀਆਂ ਹੈਗੀਆਂ ਹੱਥ ਜੋੜ ਕੇ ਸਾਰਿਆਂ ਮੂਹਰੇ ਪੇਸ਼ਕਸ਼ ਆ, ਪਰ ਬਾਹਰ ਸਾਡੇ ਮੁੰਡੇ ਪੈਦੇ ਆ, ਪਤਾ ਤੁਹਾਨੂੰ ਸਾਰਿਆਂ ਬਾਹਰਲਿਆਂ ਨੂੰ ਵੀ ਕੀ ਹਾਲਾਤ ਆ। ਤੁਸੀਂ ਵੀ 20 ਲੱਖ ਦਾ ਇੱਥੇ ਕਿੱਲਾ ਵੇਚ ਕੇ ਹੀ ਬਾਹਰ ਪਹੁੰਚੇ ਹੋ ਜਾਂ ਲਿਮਟ ਚੱਕ ਕੇ ਹੀ ਬਾਹਰ ਪਹੁੰਚੇ ਹੋ। ਤੁਸੀਂ ਗਏ ਹੋ ਚੰਗੇ ਥਾਂ ਰੋਟੀ ਖਾਣ ਲੱਗ ਗਏ, ਕਿਸਾਨੀ ਹਾਲੇ ਉੱਥੇ ਹੀ ਖੜੀ ਆ, ਉਸ ਹਾਲਾਤ 'ਚ ਹੀ ਖੜੀ ਆ। ਇਹੋ ਜਿਹੀਆਂ ਗੱਲਾਂ ਕਰੋ ਜਿਹੜੀ ਕਿਸਾਨੀ ਬਚੇ ਆਪਣੀ। ਕਿਸਾਨੀ ਢਿੱਡ ਭਰਿਆ ਹੋਵੇ ਨਾ ਜੀ, ਸਭ ਕੁਝ ਚੇਤੇ ਆਉਂਦਾ। ਇੰਡੀਵਿਜੂਅਲ ਵੱਡਾ ਨਹੀਂ ਹੈ, ਕੋਈ ਇੰਡੀਵਿਜੂਅਲ ਵੱਡਾ ਨਹੀਂ, ਭਾਵੇਂ ਉਹ ਕਿਸਾਨ ਆਗੂ ਹੋਵੇ ਭਾਵੇਂ ਬਾਹਰਲਾ ਹੋਵੇ, ਭਲਾ ਬਾਹਰਲਾ ਹੋਵੇ ਭਲਾ ਕਿਸਾਨ ਆਗੂ ਹੋਵੇ। ਇਸ ਐਜੀਟੇਸ਼ਨ ਦੇ ਵਿੱਚ ਮੈਂ ਨਹੀਂ ਸਮਝਦਾ ਅਕਾਲ ਪੁਰਖ ਤੋਂ ਬਗੈਰ ਕੋਈ ਵੱਡਾ ਹੈਗਾ। ਲੋਕ ਕਹਿੰਦੇ ਹੁਣ ਦਮ ਨਹੀਂ ਰਹਿ ਗਿਆ, ਦਮ ਹੈਗਾ, ਪੂਰਾ ਜਿੱਤ ਕੇ ਆਉਂਗੇ, ਪੂਰਾ ਜਿੱਤ ਕੇ ਆਵਾਂਗੇ, ਮੁੜਦੇ ਨਹੀਂ। ਆਖਰੀ 2 ਸਵਾਲ ਨੇ ਮੇਰੇ। ਕੀ ਇਸ ਤਰ੍ਹਾਂ ਵੀ ਹੋਇਆ, ਕੋਈ ਮੌਕਾ ਆਇਆ ਜਦੋਂ ਕੁਝ ਕਿਸਾਨ ਆਗੂਆਂ ਨੂੰ ਲੱਗਣ ਲੱਗਿਆ ਕਿ ਸ਼ਾਇਦ ਸਿਆਸਤ ਅੱਗੇ ਦਿਸ ਰਹੀ ਹੈ ਜਾਂ ਬਹੁਤ ਕੁਝ ਅੱਗੇ ਫਿਊਚਰ ਹੋਰ ਤਰ੍ਹਾਂ ਦਾ ਦਿਸਿਆ ਹੈ, ਔਰ ਫਿਰ ਮੋੜਾ ਪਿਆ ਹੋਵੇ ਉਹਦਾ? ਬੜਾ ਕਸੂਤਾ ਜਿਹਾ ਕੁਐਸਚਨ ਪੁੱਛ ਰਹੇ ਹੋ। ਇਹ ਕੁਐਸਚਨ ਸਾਨੂੰ ਗੁੰਮਰਾਹ ਕਰਨ ਵਾਲਾ ਸੀ। ਜਥੇਬੰਦੀਆਂ ਜਿਹੜੀਆਂ ਆਗੂ ਸੀ ਉਹਨਾਂ ਨੂੰ ਗੁੰਮਰਾਹ ਕਰਨ ਵਾਲਾ ਸੀ। ਠੀਕ ਆ ਜੀ। ਜਦੋਂ ਇੱਥੋਂ ਜਾਂਦੇ ਆ, ਇੱਡੀ ਵੱਡੀ ਐਜੀਟੇਸ਼ਨ ਹੋ ਗਈ ਸੀ, ਪੋਲੀਟੀਕਲ ਲਾਈਫਸ ਵਾਲੇ ਬੰਦਿਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਸੀ। ਗਾਣਾ ਵੀ ਲੱਗ ਗਏ ਸੀਗੇ ਵੀ ਪਤਾ ਨਹੀਂ ਕੀ ਰੈਵੋਲੂਸ਼ਨ ਹੋਈ, ਕਿਉਂਕਿ ਆਪ ਨੇ ਨਾ ਇੱਕ ਐਜੀਟੇਸ਼ਨ ਕਰਕੇ ਇੱਕ ਪਾਰਟੀ ਕੱਢੀ ਸੀ। ਉਹ ਇੱਕ ਪਿਕਚਰ ਜੀ ਦਿਮਾਗ 'ਚ ਸੀਗੀ ਵੀ ਦਿੱਲੀ 'ਚ ਇੱਕ ਐਜੀਟੇਸ਼ਨ ਹੋਈ ਸੀ, ਉੱਥੋਂ ਇੱਕ ਪਾਰਟੀ ਨਿਕਲ ਆਈ, ਪਾਰਟੀ ਸਰਕਾਰ ਬਣਾ ਗਏ, ਸਰਕਾਰ ਵੀ ਬਣਾ ਕੇ ਤੇ ਇੱਥੇ ਆਪੋਜੀਸ਼ਨ ਲੀਡਰ ਵੀ ਬਣਾ ਗਏ। 2 ਸਟੇਟਸ ਤਾਂ ਕਰ ਗਏ ਨਾ ਕੰਮ ਆਪ ਤਾਂ। ਉਹ ਇੱਕ ਸੀ, ਉਹ ਲੋਕ ਜਿਨ੍ਹਾਂ ਨੂੰ ਉਹ ਆਪ 'ਚੋਂ ਕਹਿ ਲਓ, ਮੈਂ ਪੋਲੀਟੀਕਲ ਗੱਲ ਇੱਕ ਸਿੱਧੀ ਕਹਿ ਦਿੰਦਾ ਵੀ ਜਿਨ੍ਹਾਂ ਨੂੰ ਸੀ ਵੀ ਆਪ ਨਹੀਂ ਚੰਗੀ ਲੱਗੀ ਤੇ ਤੁਸੀਂ ਉਦੋਂ ਚੰਗੇ ਹੋ, ਆਪਣੀ ਐਜੀਟੇਸ਼ਨ ਉਦੋਂ ਵੱਡੀ ਆ, ਆਪਣੇ ਮੁੱਦੇ ਉਦੋਂ ਵੱਡੇ ਨੇ, ਆਪਣੇ ਪੰਜਾਬ ਦੀ ਪ੍ਰੋਬਲਮਸ ਵੱਡੀਆਂ ਨੇ। ਆਪਾਂ ਪੰਜਾਬ ਦੀ ਸੈਕੂਲਰ ਪਾਰਟੀ ਕਿਉਂ ਨਹੀਂ ਬਣਾਉਂਦੇ? ਤੁਸੀਂ ਜੇ ਅੱਗੇ ਤੁਰੇ ਹੋ ਕਿਉਂ ਨਹੀਂ ਬਣਾਉਂਦੇ? ਤੇ ਮੇਰਾ ਪਹਿਲੇ ਦਿਨ ਜਵਾਬ ਹੁੰਦਾ ਸੀ ਵੀ ਅਸੀਂ ਪੋਲੀਟੀਕਲ ਪਾਰਟੀ ਜਾਂ ਪੋਲੀਟੀਕਲ ਬੰਦੇ ਨਹੀਂ ਹਾਂ, ਅਸੀਂ ਪ੍ਰੈਸ਼ਰ ਗਰੁੱਪ ਵਾਲੇ ਹਾਂ, ਅਸੀਂ ਜਥੇਬੰਦੀ ਵਾਲੇ, ਸਾਨੂੰ ਸਾਡੀ ਔਕਾਤ ਸਾਡੇ ਵਿੱਚ ਰਹਿਣ ਦਿਓ। ਮੈਨੂੰ ਇੱਥੇ ਕਿਸਾਨ ਜਿਹੜੇ ਆਪਣਾ ਕਲੱਬ ਆ, ਕਿਸਾਨ ਭਵਨ ਆ, ਉੱਥੇ ਵੀ ਪ੍ਰੈਸ ਕਰਨ ਅੱਗੇ ਕੁਐਸਚਨ ਕੀਤਾ ਗਿਆ ਵੀ ਤੁਸੀਂ ਪੋਲੀਟੀਕਲ ਪਾਰਟੀ ਬਣਾ ਰਹੇ ਹੋ ਤਾਂ ਕਰੋਗੇ, ਲੜੋਗੇ, ਕੀ ਕਰੋਗੇ? ਉੱਥੇ ਵੀ ਸਪਸ਼ਟ ਆਨਸਰ ਸੀ, ਅੱਜ ਵੀ ਔਨ ਰਿਕਾਰਡ ਸਪਸ਼ਟ ਆਨਸਰ ਆ, ਸਾਨੂੰ ਨਾ ਪਾਓ ਉਸ ਕੰਮਾਂ 'ਚ। ਸਾਨੂੰ ਪਤਾ ਉਹ ਗੰਦ ਦਾ ਢੇਰ ਆ। ਜਿੱਦਣ ਇੱਕ ਦਿਨ ਪੈਰ ਪੋਲੀਟੀਕਲ ਪੈ ਗਏ, ਅਸੀਂ ਉਹ ਚੀਜ਼ਾਂ ਖੁੱਲ੍ਹ ਕੇ ਨਹੀਂ ਬੋਲ ਸਕਦੇ ਜਿੰਨੀਆਂ ਹੁਣ ਬੋਲ ਸਕਦੇ ਆ। ਉਹ ਬੰਦਸ਼ਾਂ 'ਚ ਰਹਿਣਾ ਪੈਂਦਾ। ਇੱਕ ਦੂਜਾ ਇੱਕ ਸਿਨੈਰੀਓ ਨਹੀਂ ਮੈਨੂੰ ਸਮਝ ਆਇਆ ਵੀ ਪੋਲੀਟੀਕਲ ਪਾਰਟੀ ਬਣਾਉਣ ਤੇ ਸੁਪਨੇ ਲੈਣ ਕਿਉਂ ਲੱਗ ਗਏ। ਪਰ ਗਲਤ ਵੀ ਕੀ ਹੈ ਕਾਦੀਆਂ ਸਾਹਿਬ ਇਹਦੇ 'ਚ? ਮੇਰੀ ਗੱਲ ਸਮਝੋ, ਫਾਰਮਿੰਗ ਖੇਤੀਬਾੜੀ 60% ਬੰਦੇ ਕਰਦੇ ਆ, 70% 75% ਬੰਦੇ ਇਨਵੋਲਡ ਆ ਇੰਡਾਇਰੈਕਟਲੀ, ਉਹਦੇ 'ਚ 20-25% ਇੰਡਾਇਰੈਕਟਲੀ ਇਨਵੋਲਡ ਆ। ਇਹ ਪੂਰਾ ਸਿਨੈਰੀਓ ਨਹੀਂ ਹੈ। ਇੰਡਸਟਰੀਲਿਸਟ ਬਾਰੇ ਤੁਸੀਂ ਕੀ ਸੋਚਦੇ ਹੋ? ਐਸਸੀ ਬਰਾਦਰੀ ਬਾਰੇ ਤੁਸੀਂ ਕੀ ਸੋਚਦੇ ਹੋ? ਸਰਕਾਰੀ ਨੌਕਰੀ ਬਾਰੇ ਤੁਸੀਂ ਕੀ ਸੋਚ ਰਹੇ ਹੋ? ਪ੍ਰਾਈਵੇਟ ਛੋਟੇ ਦੁਕਾਨਦਾਰ ਬਾਰੇ ਕੁਝ ਕੀ ਸੋਚ ਰਹੇ ਹੋ? ਖੇਤੀ ਬਾਰੇ ਕੀ ਸੋਚਦੇ ਹੋ? ਖੇਤੀ ਦੇ ਨਾਲ ਸਹਾਇਕ ਧੰਦਿਆਂ ਬਾਰੇ ਕੀ ਸੋਚਦੇ ਹੋ? ਸਾਡੇ ਯੂਥ ਬਾਰੇ ਤੁਸੀਂ ਕੀ ਸੋਚ ਰਹੇ ਹੋ? ਜੌਬਸ ਕਿਵੇਂ ਕ੍ਰੀਏਟ ਹੋਣਗੀਆਂ, ਕਿਵੇਂ ਨਹੀਂ? ਛੋਟੀ ਗੱਲਾਂ ਨਹੀਂ ਹੁੰਦੀਆਂ ਸਰਕਾਰਾਂ ਜੀ। ਕਹਿਣਾ ਸੌਖਾ, ਅਸੀਂ ਤਾਂ ਰੋਜ਼ ਨੁਕਸ ਕੱਢਦੇ ਹਾਂ ਸਰਕਾਰਾਂ ਦੇ, ਪਰ ਜਦੋਂ ਸਟੱਡੀ ਕਰਦੇ ਹਾਂ ਤਾਂ ਛੋਟੀ ਨਹੀਂ ਹੁੰਦੀਆਂ, ਪਰ ਹਾਂ ਬਾਹਲੀਆਂ ਵੱਡੀਆਂ ਵੀ ਨਹੀਂ ਹੁੰਦੀਆਂ। ਇਹ ਵੀ ਇੱਕ ਸੱਚਾਈ ਆ। ਜਿੰਨੇ ਕਰਪਸ਼ਨ ਨੇ ਦੇਸ਼ ਨੂੰ ਖਤਮ ਕਰਤਾ, ਉਹਦੇ ਅਗੇਂਸਟ ਸਾਡੀ ਲੜਾਈ ਆ। ਅੱਜ ਵੀ ਆਹ ਕਰਪਟ ਹੀ ਆ ਨਾ ਜੀ। ਲਾਅ ਵੀ ਕਰਪਸ਼ਨ ਦਾ ਇੱਕ ਪਾਰਟ ਬਣਿਆ ਨਾ, ਜਿਹੜੇ ਲਾਅ 3 ਬਣਾਏ, ਇਹ ਕਰਪਟ ਹੋਈ ਆ ਪੋਲੀਟਿਕਸ। ਨਹੀਂ ਲੋਕ ਖੜੇ। ਹੁਣ ਮੈਂ ਕਹਿਣਾ ਨਹੀਂ ਚਾਹੁੰਦਾ, ਕਈ ਲੋਕ ਲੇਟ ਸਾਡੇ ਨਾਲ ਖੜੇ ਆ ਕੇ, ਖੜਨ ਦਾ ਬਹਾਨਾ ਮਾਰਿਆ ਜਾਂ ਉਹਨਾਂ ਨੇ, ਜੇ ਉਹ ਟਾਈਮ ਸਿਰ ਖੜਦੇ ਤਾਂ ਆਹ ਇਕੱਠ ਉਹਨਾਂ ਦਾ ਹੋਣਾ ਸੀ ਅੱਜ, ਤੇ ਉਹ ਆਪਣਾ ਟਾਈਮ ਹੁਣ ਵਿਚਾਰ ਲੈਣ। ਤੁਹਾਡਾ ਪਰਸਨਲ ਓਪੀਨੀਅਨ ਹੈ, ਜੇ ਕੋਈ ਹੋਰ ਆਗੂ, ਜੇ ਕੋਈ ਹੋਰ ਜਿਹੜਾ ਜਥੇਬੰਦੀ ਦਾ ਪ੍ਰਧਾਨ ਜੇ ਜਾਣਾ ਚਾਹਵੇ ਤਾਂ ਉਹਦਾ ਸਵਾਗਤ ਹੈ ਕਿ ਨਹੀਂ ਹੈ? ਨਹੀਂ, ਉਹ ਓਪਨ ਆ ਜੀ। ਹਰ ਬੰਦਾ ਆਪਣੇ, ਹਰ ਨਾਗਰਿਕ, ਮੇਰੀ ਵਾਈਫ, ਮੇਰੇ ਬੱਚੇ ਸਾਰੇ ਓਪਨ ਆ। ਸਾਰੇ ਆਪਦੇ ਜੇ ਇੱਕ ਪ੍ਰਧਾਨ ਜਾਣਾ ਚਾਹਵੇ ਜਾ ਸਕਦਾ, ਉਹਦਾ ਆਪਣਾ ਪੁਆਇੰਟ। ਮੈਂ ਕਹਿੰਦਾ ਅਲੱਗ-ਅਲੱਗ ਆਈਡੀਓਲੋਜੀ ਵਾਲੇ ਲੋਕ ਨੇ ਸਾਡੇ 'ਚ। ਕੋਈ ਕਮਿਊਨਿਸਟ ਆ, ਕੋਈ ਮਾਰਕਸਿਸਟ ਆ, ਕੋਈ ਨੈਕਸਲਾਈਟ ਆ, ਕੋਈ ਕੁਛ ਕਹਿ ਲਈਏ ਵੀ ਆਪਾਂ ਖਾੜਕੂ ਜਥੇਬੰਦੀਆਂ ਨਾਲ ਸੰਬੰਧ ਰੱਖਦੇ ਆ ਜਾਂ ਸਿੱਖ ਫਲਸਫੇ ਨਾਲ ਸੰਬੰਧ ਰੱਖਦੇ ਨੇ। ਹੈਗੇ ਕਿਸਾਨ ਨੇ, ਜਥੇਬੰਦੀਆਂ ਕਿਸਾਨ ਚਲਾ ਰਹੇ, ਬਸ ਸਿੱਖ ਫਲਸਫੇ ਨਾਲ ਵੀ ਰੱਖ ਸਕਦੇ ਹੋਣ। ਪਿਛਲੇ ਸਮਾਂ ਉਹਨਾਂ ਨਾਲ ਰਿਹਾ ਤੇ ਉਹ ਆਪਣੇ ਫਲਸਫੇ 'ਤੇ ਚੱਲ ਰਹੇ ਨੇ। ਉਹ ਲੋਕ ਹੈਗੇ ਆ। ਕਈ ਬੰਦੇ ਪੋਲੀਟੀਕਲ ਨੇ, ਕਈ ਬੰਦਿਆਂ ਨੇ ਪੋਲੀਟੀਕਲ ਬੈਨੀਫਿਟਸ ਵੀ ਲਿੱਤੇ ਨੇ ਜਥੇਬੰਦੀਆਂ ਦੇ ਵਿੱਚੋਂ। ਇਸ ਤਰ੍ਹਾਂ ਉਹ ਅਲੱਗ-ਅਲੱਗ ਆ। ਅੱਜ ਆਪਾਂ 3 ਲਾਅ ਦੀ ਲੜਾਈ ਲੜਦੇ ਸਾਰਿਆਂ ਦਾ ਹੀ ਘਰ ਫੋਲ ਦਿੰਦੇ ਆ। ਠੀਕ ਆ। ਜਿਹੜੀ ਤੁਸੀਂ ਕੁਐਸਚਨ ਕੀਤਾ ਸੀ ਮੇਨ, ਵੀ ਕੀ ਉੱਥੇ ਜਾ ਕੇ ਕਿਸਾਨ ਜਥੇਬੰਦੀਆਂ ਨੂੰ ਲੱਗਿਆ ਸੀ ਵੀ ਇਹ ਪੋਲੀਟੀਕਲ ਵੀ ਆਪਣਾ ਇੱਕ ਮੋਟਿਵ ਹੋ ਸਕਦਾ? ਦੇਖੋ, ਲੋਕਾਂ ਨੂੰ ਕਹਿਣ ਦਾ ਹੱਕ ਆ ਤੇ ਸਾਨੂੰ ਸੁਣਨ ਦਾ ਹੱਕ ਆ ਤੇ ਜਵਾਬ ਦੇਣ ਦਾ ਵੀ। ਜੇ ਉਹਨਾਂ ਨੂੰ ਕਹਿਣ ਦਾ ਹੱਕ ਆ, ਸਾਡੇ ਤੋਂ ਜਵਾਬ ਲੈਣ ਦਾ ਵੀ ਹੱਕ। ਬਿਲਕੁਲ। ਤੇ ਸਾਨੂੰ ਦੇਣ ਦਾ ਵੀ ਹੱਕ। ਸਪਸ਼ਟ ਹੋਣਾ ਚਾਹੀਦਾ, ਕਿਉਂਕਿ ਸਮਾਂ ਬਹੁਤ ਬੜਾ ਬਲਵਾਨ ਆ। ਕੱਲ੍ਹ ਨੂੰ ਸਮਾਂ ਚੇਂਜ ਹੋ ਜਾਵੇ। ਅੱਜ ਮੇਰਾ ਬਿਆਨ ਹੋਰ ਹੋਵੇ, ਕੱਲ੍ਹ ਨੂੰ ਕੋਈ ਹੋਰ ਹੋ ਜਾਵੇ।
ਇਹ ਵੀ ਹੋ ਸਕਦਾ ਹੁੰਦਾ, ਕੋਈ ਵੱਡੀ ਗੱਲ ਨਹੀਂ ਹੈ। ਪਰ ਫਲਸਫਾ ਤੁਹਾਡਾ ਜਿਹੜਾ ਵੀ ਕਲੈਰਿਟੀ ਕੀ ਆ, ਤੁਸੀਂ ਦੁਨੀਆ 'ਚ ਕਰਨ ਕੀ ਆਏ ਹੋ। ਕਰਨ ਤਾਂ ਅੱਜ ਮੇਰਾ ਕਿੱਤਾ ਖੇਤੀ ਆ, ਮੈਂ ਖੇਤੀ ਬਚਾਉਣੀ ਆ, ਮੇਰਾ ਏਮ ਇਹ ਆ। ਸਾਫ ਸੁਥਰੀ ਵੀ ਆਪਾਂ ਗੱਲ ਕਰ ਦਈਏ। ਇੱਕ ਬੰਦਾ ਕਹਿੰਦਾ ਵੀ ਮੈਂ ਤਾਂ ਜੀ ਮਸ਼ਹੂਰੀ ਕਰਨੀ ਆ ਆਪਦੀ, ਠੀਕ ਆ ਨਾ, ਤੁਸੀਂ ਜੀ ਮੇਰੀ ਇੰਟਰਵਿਊ ਨਾ ਲਿਓ, ਬਿਲਕੁਲ ਨਾ ਕਿਤੇ ਲਿਓ, 3 ਲਾਅ ਵਾਪਸ ਕਰਾ ਦਿਓ, ਭੰਗੜੇ ਪਾਊਂਗਾ ਤੁਹਾਡੇ ਬਿਨਾਂ ਕੈਮਰੇ ਤੋਂ ਵੀ। ਹਰ ਬੰਦੇ ਦਾ ਦਿਮਾਗ 'ਚ ਹੁੰਦਾ ਮੈਂ ਜਿੱਤ ਕੇ ਕੀ ਲੈ ਕੇ ਆਉਣਾ, ਜਿੱਤ ਕੇ ਲੈ ਕੇ ਆਉਣਾ ਵੀ ਕੋਈ ਮਰਜ਼ੀ ਸਟੇਜ 'ਤੇ ਆ ਕੇ ਕਹਿ ਦੇਵੇ। ਜੇ ਤੁਸੀਂ ਈਗੋ ਦੀ ਪ੍ਰੋਬਲਮ ਕਿਹਾ ਨਾ, ਸਟੇਜ ਚੜ੍ਹਨ ਲੱਗੇ ਮੋਢੇ ਵੱਜਣੇ ਆ ਉਦਣ, ਵੀ ਮੈਂ ਦੱਸਦਾ ਵੀ ਮੈਂ ਜਿੱਤ ਕੇ ਆਏ ਆ। ਜਿੱਦਣ ਅਸੀਂ ਜਿੱਤਦੇ ਬਹੁਤ ਨੇੜੇ ਸੀ ਨਾ, ਕਈ ਜਾਣ ਲੱਗੇ ਸਟੇਜਾਂ 'ਤੇ ਚੜ੍ਹ ਗਏ ਸੀ, ਵੀ ਆਏ ਬਸ ਮੋੜ ਕੇ ਨੱਕਾ, ਜਿਵੇਂ ਨੱਕਾ ਲੈ ਕੇ ਆ ਗਿਆ ਨਾਮ, 골ਡ ਮੈਡਲ ਲੈ ਕੇ। ਇਹ ਕਦੋਂ ਲੱਗਿਆ ਜਿੱਤਦੇ ਬਹੁਤ ਨੇੜੇ ਆ? ਹੋਇਆ ਸੀ ਆਖਰੀ ਸਵਾਲ ਹੈ ਮੇਰਾ, ਇਹ ਕਦੋਂ ਲੱਗਿਆ ਤੁਹਾਨੂੰ? ਇਹ ਹੋ ਗਿਆ ਸੀ ਜਦੋਂ ਕੀ 26 ਤੋਂ ਪਹਿਲਾਂ ਦੀ ਗੱਲ ਹੈ? ਹਾਂ, ਜਦੋਂ ਮੈਰਾਥਨ ਚੱਲ ਰਹੀਆਂ ਸੀ ਮੀਟਿੰਗਸ ਨਾਲ ਉਦੋਂ ਲੱਗ ਰਿਹਾ ਸੀ ਵੀ ਲੱਗ ਰਿਹਾ ਸੀ। ਜੋ ਇੰਡੀਆ ਸੈਂਟਰਲ ਮੀਟਿੰਗਸ ਕਦੀ ਨਹੀਂ ਹੋਈਆਂ, ਤੁਸੀਂ ਪਿਛਲੇ ਹਿਸਟੋਰੀਕਲ ਕੱਢ ਲਓ, ਐਜੀਟੇਸ਼ਨ ਹੋਈ ਹੋਵੇ। ਕੀ ਅੱਜ ਵੀ ਤੁਸੀਂ ਰੱਦ ਕ੍ਰਾਂਤੀ ਵਜੇਦੋਂ, ਜਾਂ ਜਿਵੇਂ ਪਹਿਲਾਂ ਜਿੱਥੇ ਲਾਸਟ ਗੱਲ ਖਤਮ ਹੋਈ ਸੀ 1.5 ਸਾਲ, ਫਿਰ 2 ਸਾਲ ਦੀ ਚਰਚਾ ਹੋਈ, ਸਰਕਾਰ ਨੇ 1.5 ਕਹਿਤਾ ਸੀ ਕਿ ਅਸੀਂ ਸਸਪੈਂਡ ਕਰ ਦਾਂਗੇ, ਹੋਰ ਬਹੁਤ ਸਾਰੀਆਂ ਚੀਜ਼ਾਂ ਤੁਹਾਨੂੰ 9-10 ਪੁਆਇੰਟ ਦੇਤੇ ਸੀਗੇ ਜਿਹੜੇ, ਕੀ ਉੱਥੇ ਦੁਬਾਰਾ ਗੱਲਬਾਤ ਹੋ ਸਕਦੀ ਹੈ? ਉਹ ਗੱਲਬਾਤ ਠਕਰਾਈ ਹੋਈ ਹੈ ਸਾਡੀ। ਅਸੀਂ ਇੱਕ ਕਲੱਬ ਤੌਰ 'ਤੇ ਕੰਮ ਕਰ ਰਹੇ ਹਾਂ, ਉਹ ਗੱਲਬਾਤ ਠਕਰਾਈ ਹੋਈ ਹੈ। ਅਗਲੀ ਪ੍ਰਪੋਜ਼ਲ ਸਰਕਾਰ ਨੇ ਬਣਾਉਣੀ ਹੁੰਦੀ ਆ। ਸਰਕਾਰ ਕੋਲ ਬਹੁਤ ਰਾਹ ਨੇ ਸਿਮਰਨ ਜੀ, ਬਹੁਤ ਰਾਹ ਆਪਾਂ ਨੂੰ ਦਿਖਾਏ ਘੱਟ ਜਾਂਦੇ ਆ, ਬੜੇ ਰਸਤੇ ਹੁੰਦੇ। ਕੋਈ ਨੈਗੋਸ਼ੀਏਸ਼ਨ ਹੋ ਸਕਦੀ ਹੈ ਕਿ ਨਹੀਂ? ਨੈਗੋਸ਼ੀਏਸ਼ਨ 3 ਲਾਅ ਵਾਪਸ ਕਰਕੇ ਨਵੇਂ ਰਿਫਾਰਮਸ ਦੀ ਵੀ ਹੋ ਸਕਦੀ ਹੈ। ਵੀ ਤੁਹਾਡੇ ਕੋਲ 303 ਦੀ ਬੰਦੂਕ ਹੈਗੀ ਆ, 303 ਤੁਸੀਂ ਉੱਤੇ ਹੈਗੇ ਹੋ, ਅਤੇ ਤੁਸੀਂ ਇਹ ਵਾਪਸ ਲੈ ਲਓ। ਅਮੈਂਡਮੈਂਟ ਦੀ ਗੱਲਾਂ ਆਈਆਂ ਸੀ, ਇੱਕ ਫਟੀਚਰ ਜਾਂ ਮੂਹਰੇ ਖੜਾ ਕਰਤਾ ਲਾਅ ਲਿਆ ਕੇ, ਉਹਨੂੰ ਅਮੈਂਡਮੈਂਟ ਕਰਾਈ ਚੱਲੋ। ਜਿਹੜਾ ਹਾਲੇ ਲਾਅ ਬਣਿਆ ਨਹੀਂ ਸੀ, ਆਰਡੀਨੈਂਸ ਦੇ ਵਿੱਚ ਸੀ, ਜਦ ਦੀ ਐਜੀਟੇਸ਼ਨ ਚੱਲ ਰਹੀ ਹੈ, ਤੁਸੀਂ ਐਜੀਟੇਸ਼ਨ ਚੱਲਦੇ ਇਹਨੂੰ ਲਾਅ ਬਣਾਤਾ। ਉਸ ਲਾਅ 'ਤੇ ਤੁਸੀਂ ਅਮੈਂਡਮੈਂਟਸ 'ਤੇ ਆ ਗਏ, ਉਸ ਲਾਅ 'ਤੇ ਤੁਸੀਂ ਫਰੀਜ਼ 'ਤੇ ਆ ਗਏ। ਕੀ ਤੁਸੀਂ ਸਮਝ ਨਹੀਂ ਪਾਏ ਜੀ ਸਾਰਾ ਵੀ ਸਰਕਾਰ ਕਰ ਕੀ ਰਹੀ ਆ? ਲੋਕ ਇੰਨੇ ਕਮਲੇ ਨਹੀਂ ਹੈ ਜੀ, ਜਿਹੜੇ ਉੱਥੇ ਬੈਠੇ ਆ, ਜਿਹੜੇ ਸਾਡੇ ਸਪੋਰਟ ਕਰ ਰਿਹਾ। ਤੁਸੀਂ ਵੀ ਸਾਡੀ ਸਪੋਰਟ ਐਵੇਂ ਨਹੀਂ ਕਰ ਰਹੇ, ਤੁਸੀਂ ਵੀ ਸਮਝ ਰਹੇ ਹੋ ਇਹ ਧੱਕੇ ਨਾਲ ਹੀ ਬਣਾਏ ਹੋਏ ਲਾਅ ਨੇ, ਧੱਕੇ ਨਾਲ ਹੀ ਆਰਡੀਨੈਂਸ ਕੱਢੇ ਹੋਏ ਨੇ। ਸਾਰਾ ਟਾਈਮ ਕੋਵਿਡ-19 ਦੇ ਉੱਤੇ ਲੱਗਣਾ ਚਾਹੀਦਾ ਸੀ, ਜਿੱਥੇ ਇਹ ਆਪਾਂ ਲਾਤਾ ਲਾਅਸ ਦੇ ਉੱਤੇ। ਕਿੱਡੀ ਕੁ ਵੱਡੀ ਗੱਲ ਸੀ ਪ੍ਰਾਈਮ ਮਿਨਿਸਟਰ ਦੀ ਜੀ, ਕਿੱਡੀ ਕੀ ਗੋਆ ਆ ਕੇ ਕਹਿੰਦਾ ਜੀ ਲੈ ਲੈ ਵਾਪਸ, ਗੱਲ ਮੁੱਕੀ। ਪਰ ਦੱਸੋ, ਕੁਐਸਚਨ ਕਰਦਾ ਸਾਨੂੰ ਵੀ ਤੁਸੀਂ ਦੱਸੋ ਖੇਤੀ ਦੇ ਰਿਫਾਰਮਸ ਹੁਣ ਕਿਵੇਂ ਉੱਪਰ ਮੂੰਹ ਤਕੜੇ ਹੋਣਗੇ? ਅੱਜ ਇਹਨਾਂ ਨੇ ਉਸ ਟਾਈਮ ਵਾਪਸ ਲੈਣਾ ਜਦੋਂ 2022 ਆ ਜਾਣੀ ਆ, ਤੇ 2022 ਤੱਕ ਇਹਨਾਂ ਨੇ ਦੁੱਗਣੀ ਆਮਦਨ ਕਰਨੀ ਸੀ। ਕੀ ਦੁੱਗਣੀ ਆਮਦਨ ਤੱਕ ਇਹਨਾਂ ਨੇ ਕੀ ਕਰ ਲਿਆ? ਅਸੀਂ ਤਾਂ ਨਹੀਂ ਫਰੀਜ਼ ਕੀਤੇ, ਸੁਪਰੀਮ ਕੋਰਟ ਨੇ ਲਾਅ ਫਰੀਜ਼ ਕੀਤੇ ਨੇ 2.5-3 ਮਹੀਨੇ ਲਈ, ਜਿਹੜਾ ਫਰੀਜ਼ ਹੋਏ ਹੋਏ ਆ। ਕਈ ਹਾਲੇ ਵੀ ਮੀਡੀਆ ਵਾਲੇ ਚੱਕ ਕੇ ਕਹਿੰਦੇ ਦੇਖੋ ਜੀ ਤੁਹਾਨੂੰ ਇਹ ਜਥੇਬੰਦੀ ਦੇ ਆਗੂ ਦੱਸਦੇ ਨਹੀਂ ਇਹ ਫਰੀਜ਼ ਹੋਏ ਆ ਲਾਅ। ਉਹ ਤਾਂ ਉਦਣ ਹੀ ਹੋ ਗਏ ਜਿੱਦਣ ਕਮੇਟੀ ਬਣਾਈ ਸੀ ਉਹਨਾਂ ਨੇ, ਉਹ ਤਾਂ ਉਦਣ ਹੋ ਗਏ ਸੀ। ਸਾਡੇ ਬੰਦਿਆਂ ਨੂੰ ਜਾਣ ਕੇ ਪੜ੍ਹਾ ਰਹੇ ਆ, ਫਰੀਜ਼ ਹੋਏ ਆ। ਅਸੀਂ ਉਹ ਫਰੀਜ਼ ਨੂੰ ਨਾ ਮੁਮਕਿਨ ਕੀਤਾ, ਕਮੇਟੀ ਬਣਾਈ, ਉਹਦੇ ਮੂਹਰੇ ਪੇਸ਼ ਨਹੀਂ ਹੋਏ। ਜਿਹੜੀ ਇਹਨਾਂ ਨੇ ਆਫਰ ਦਿੱਤੀ 1.5 ਸਾਲ ਦੀ, ਅਸੀਂ ਆਫਰ ਵਧਾ ਕੇ ਨਹੀਂ ਕੋਈ ਬੋਲੀ, ਕੋਈ ਗੱਲ ਨਹੀਂ 2-3 ਸਾਲ ਦੀ ਬੜੀ ਚਰਚੇ ਚੱਲੇ, ਕੋਈ ਆਫਰ ਨਹੀਂ ਦਿੱਤੀ ਆਫਿਸ। ਠੀਕ ਆ ਜੀ, ਸਰਕਾਰ ਕਹਿੰਦੀ ਤੁਸੀਂ ਆਪਣਾ ਲੈ ਕੇ ਆਓ, ਆਪਣਾ ਆਫਰ ਲੈ ਕੇ ਆਓ ਵੀ ਕੀ ਤੁਸੀਂ ਕਹਿਣਾ ਚਾਹੁੰਦੇ ਹੋ। ਸਾਡਾ ਆਫਰ ਤਾਂ ਹੈ ਵੀ 3 ਰਿਪੀਲ ਕਰ ਦਿਓ। ਜਿੱਦਣ ਅਸੀਂ ਆਹ ਗੱਲ ਕਰਨੀ ਹੁੰਦੀ ਹੈ, ਜਿੱਦਣ ਸਰਕਾਰ ਦੇ ਨੇੜੇ ਹੋਣ ਲੱਗਦੀ ਆ, ਬਾਏ ਨੇਮ ਮੈਂ ਕਹਿੰਦਾ ਵੀ ਹਰਜੀਤ ਗਰੇਵਾਲ ਜੀ ਕਹਿੰਦੇ ਆ ਲਾਅ ਨਹੀਂ ਵਾਪਸ ਹੋਣਗੇ, ਮੀਟਿੰਗ ਕਰਾ ਦਿੰਦਾ। ਵੀ ਲਾਅ ਨਹੀਂ ਵਾਪਸ ਹੋਣਗੇ, ਫਿਰ ਅਸੀਂ ਕਰਦੇ ਕੀ ਗਏ ਆ ਉੱਥੇ, ਕਰਨ ਕੀ ਗਏ ਆ? ਠੀਕ ਆ ਜੀ, ਸਾਡੀ ਪੰਜਾਬੀਅਤ ਦੀ, ਸਾਡੇ ਕਿਸਾਨੀ ਦੀ, ਹਰਿਆਣੇ ਦੀ, ਯੂਪੀ ਦੀ ਇੱਜ਼ਤ ਵੀ ਬਣੀ ਹੋਈ ਆ, ਸਾਡੀ ਇੱਜ਼ਤ ਦਾਅ 'ਤੇ ਵੀ ਲੱਗੀ ਹੋਈ ਆ ਜੇ ਲਾਅ ਵਾਪਸ ਨਹੀਂ ਹੁੰਦੇ। ਪਰ ਇਹ ਨਾ ਮੰਨੋ ਵੀ ਸਰਕਾਰ ਦੀ ਦਾਅ 'ਤੇ ਨਹੀਂ ਲੱਗੀ। ਇਹ ਨਾਰਥ ਇੰਡੀਆ 'ਚ ਲੱਭੜੇ ਨਹੀਂ ਮੁੜ ਕੇ, ਇਹ ਗੁਜਰਾਤ ਆ, ਇਹ ਗੁਜਰਾਤ ਹੀ ਮੋੜ ਦੇਣੇ ਆ, ਇਹ ਤੁਸੀਂ ਮੰਨ ਲਿਓ ਗੱਲ। ਇਹ ਸਮੇਂ ਨੇ ਆਪ ਕਰਨਾ, ਨਾ ਕਿਸੇ ਜਥੇਬੰਦੀ ਨੇ ਕਰਨਾ। ਅਸੀਂ ਕਹੀਏ ਵੀ ਅਸੀਂ ਕੀਤੇ ਆ, ਅਸੀਂ ਲੈ ਕੇ ਗਏ ਸੀ, ਲੋਕ ਆਪ ਆਏ ਨੇ, ਲੰਗਰ ਆਪ ਚੱਲਿਆ, NRI ਨੇ ਫੰਡ ਆਪ ਦਿੱਤੇ ਆ। ਸਾਡੇ ਫੰਡਾਂ ਦੇ ਪਿੱਛੇ ਹੀ ਪੈ ਗਏ ਸੀ, ਕਹਿੰਦੇ ਖਾੜਕੂ ਫੰਡ ਆ ਰਹੇ ਨੇ। 18 ਘੰਟੇ ਸਾਡੇ ਮੁੰਡੇ ਗੱਡੀ ਚਲਾਉਂਦੇ ਆ ਉੱਥੇ ਬਾਹਰ, ਜੇ ਉਹ 8-10 ਘੰਟੇ ਸਾਡੇ ਲਈ ਚਲਾ ਲਈ, ਕਿੱਡੀ ਗੱਲ ਕਰ ਲਈ ਉਹਨੇ। ਠੀਕ ਹੈ ਨਾ ਜੀ, ਔਰ ਲੱਗੇ ਆ। ਅਸੀਂ ਆ ਕੇ ਝੁੱਗੀਆਂ ਐਵੇਂ ਨਹੀਂ ਬਣੀਆਂ, ਕਿਸਾਨੀ ਤਾਂ ਕਰਜ਼ੇ ਥੱਲੇ ਡੁੱਬੀ ਹੋਈ ਆ ਜੀ। ਇੱਥੇ ਕੂਲਰ ਐ ਨਹੀਂ ਲੱਗੇ, ਲੰਗਰ ਜੇ ਚੱਲਦੇ ਆ। ਅੱਜ ਵੀ ਕਣਕਾਂ ਇਕੱਠੀਆਂ ਹੋ ਰਹੀਆਂ ਨੇ ਪਿੰਡਾਂ 'ਚੋਂ, ਉਹ ਵੀ ਜਾਣਗੀਆਂ, ਪਰ NRIਆਂ ਦਾ ਨਹੀਂ ਸਹਿਯੋਗ ਆ, ਇਹ ਕਹਿਣਾ ਵੀ ਗਲਤ ਆ। ਉਹ ਅੱਜ ਵੀ ਸਹਿਯੋਗ ਕਰ ਰਹੇ, ਜਿਹੜੇ 26 ਤੋਂ ਬਾਅਦ ਕਹਿੰਦੇ ਨਾ ਸਹਿਯੋਗ ਨਹੀਂ ਹੋ ਰਿਹਾ, ਤੇ ਲੰਗਰ ਕਿਵੇਂ ਚੱਲਦੇ ਰਹਿ ਗਏ? ਬੰਗਾਲ ਤੋਂ ਬਾਅਦ ਤਾਂ ਖੈਰ ਫੰਡ ਵਾਲਾ ਸਵਾਲ ਹੁਣ ਸ਼ਾਇਦ ਨਾ ਹੀ ਕਰਨ, ਬੰਗਾਲ 'ਚ ਜੋ ਹਾਲ ਹੋਇਆ। ਬਹੁਤ ਧੰਨਵਾਦ ਕਾਦੀਆਂ ਸਾਹਿਬ ਸਮਾਂ ਦੇਣ ਵਾਸਤੇ।
ਕਾਦੀਆਂ ਸਾਹਿਬ ਦੇ ਨਾਲ ਡਿਟੇਲ ਦੇ ਵਿੱਚ ਪ੍ਰੈਜ਼ੈਂਟ ਸਿਨੈਰੀਓ ਔਰ ਕੀ ਪਾਸਟ ਦੇ ਵਿੱਚ ਕੁਛ ਗਲਤੀਆਂ, ਹਰੇਕ ਐਜੀਟੇਸ਼ਨ ਪੜਾਅ ਦੇ ਵਿੱਚੋਂ ਲੰਘਦਾ ਹੈ, ਅਪਸ ਐਂਡ ਡਾਊਨਸ ਚੱਲਦੇ ਰਹਿੰਦੇ ਹੈ, ਤਮਾਮ ਚੀਜ਼ਾਂ ਤੇ ਡਿਟੇਲ ਦੇ ਵਿੱਚ ਡਿਸਕਸ਼ਨ ਹੋਈ ਹੈ। ਇਜਾਜ਼ਤ ਦਿਓ, ਧੰਨਵਾਦ।